ਵਾਹਿਗੁਰੂ ਸਾਹਿਬ ਜੀਓ ਸਵਈਆ ਹੋਰ ਪਈ ਅਰਵਿੰਦ ਖਿਰੇ ਅਰਨੌਦੈ ਤੇ ਚੱਕਵੇ ਹਰ ਖਾਏ ਜੋ ਗੁਰ ਕੀ ਕਰਣਾ ਵਿਗਸੇ ਔਰ ਮੇਲ ਸੁਖੰ ਸੁਮਤੀ ਮਨ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਵਿੱਚ ਸਰਵਣ ਕਰ ਰਹੇ ਹਾਂ ਆਪਾਂ। ਸਤਿਗੁਰੂ ਮਹਾਰਾਜ ਜੀ ਨੇ ਸਾਰੇ ਪਰਿਵਾਰ ਨੂੰ ਬਹੁਤ ਸੁੰਦਰ ਉਪਦੇਸ਼ ਰਾਏ ਬਲਾਰ ਜੀ ਦੇ ਸਮੇਤ ਦਿੱਤਾ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਇ। ਇਸ ਤਰ੍ਹਾਂ ਸਭ ਨੂੰ ਹੁਣ ਪਤਾ ਲੱਗ ਗਿਆ ਔਰ ਗੁਰੂ ਨਾਨਕ ਸਾਹਿਬ ਨੇ ਫਿਰ ਬਹੁਤ ਉਪਦੇਸ਼ ਕੀਤਾ ਸਾਰਿਆਂ ਨੂੰ ਕਿ ਤੁਸੀਂ ਸਿਰਫ ਸੰਸਾਰ ਦੀਆਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹੋ, ਕਦੇ ਤੁਸੀਂ ਪਰਲੋਕ ਦੀ ਕੋਈ ਗੱਲ ਨਹੀਂ ਕਰਦੇ। ਜਿਵੇਂ ਪਰਲੋਕ ਨੂੰ ਜਾਣਾ ਹੀ ਨਹੀਂ ਹੁੰਦਾ, ਇੱਥੇ ਹੀ ਪੱਕੇ ਬਹਿਣਾ ਹੁੰਦਾ। ਇਸ ਤਰ੍ਹਾਂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਪ੍ਰਸ਼ਾਦਾ ਛਕਾਇਆ। ਮਾਤਾ ਜੀ ਨੇ ਦੁੱਧ ਛਕਣ ਤੋਂ ਉਪਰੰਤ ਫਿਰ ਮਹਾਰਾਜ ਬਿਰਾਜਮਾਨ ਹੋ ਗਏ। ਆਓ ਅੱਗੇ ਬਖਸ਼ਿਸ਼ ਕਰ ਰਹੇ ਨੇ। ਜਿਸ ਪ੍ਰਕਾਰ ਪਾਵਨ ਇਤਿਹਾਸ ਸ਼੍ਰਵਣ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਹੋਰ ਪਈ ਅਰਵਿੰਦ ਖਿਰੇ ਅਰਨੌਦੈ ਤੇ ਚੱਕਵੇ ਹਰ ਖਾਏ। ਸੋ ਹੁਣ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕੀਤੇ। ਭੋਰ ਭਈ ਸਵੇਰ ਵੇਲਾ ਹੋਇਆ ਹੈ ਔਰ ਇਹਦੇ ਨਾਲ ਨਾਲ ਕਮਲ ਦੇ ਫੁੱਲ ਸੋਹਣੇ ਖਿੜ ਗਏ ਹਨ। ਅਰਣੋਦਿਆ ਸੂਰਜ ਤੋਂ ਭਾਵ ਹੈ, ਸੂਰਜ ਜਦੋਂ ਉਦੈ ਪ੍ਰਗਟ ਹੋਇਆ ਤੇ ਚੱਕਵੇ ਜਿਹੜੇ ਸਨ ਉਹ ਪ੍ਰਸੰਨ ਹੋ ਗਏ। ਗੁਰੂ ਨਾਨਕ ਦੇਵ ਰੂਪ ਸੂਰਜ ਜਦੋਂ ਪ੍ਰਗਟ ਹੋਏ ਨੇ, ਭਾਵ ਜਦੋਂ ਜਾਗੇ ਨੇ, ਮਹਾਰਾਜ ਸਾਵਧਾਨ ਹੋਏ ਨੇ, ਉਸ ਵਕਤ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਮਨ ਦੇ ਅੰਦਰ ਭੋਰ ਪਈ। ਭੋਰ ਹੁੰਦਾ ਚਾਨਣ ਹੋ ਗਿਆ, ਹਿਰਦੇ ਕਮਲ ਖਿੜ ਗਏ, ਕਿਉਂਕਿ ਗੁਰੂ ਨਾਨਕ ਦੇਵ ਰੂਪ ਸੂਰਜ ਦੇ ਪ੍ਰਗਟ ਹੋਣ ਨਾਲ ਗੁਰਸਿੱਖ ਰੂਪ ਚੱਕਵੇ ਪ੍ਰਸੰਨ ਹੋ ਗਏ। ਜੋ ਗੁਰ ਕੀ ਕਰੁਣਾ ਵਿਗਸੇ ਔਰ ਮੇਲ ਸੁਖੰ ਸੁਮਤੀ ਮਨ ਪਾਏ। ਸੋ ਜਿਸ ਪ੍ਰਕਾਰ ਗੁਰੂ ਦੀ ਕਿਰਪਾ ਹੁੰਦੀ, ਮਨ ਖਿੜ ਗਏ ਔਰ ਸਮਤੀ ਮਨ ਪਾਏ। ਮਨ ਦੇ ਅੰਦਰ ਸ੍ਰੇਸ਼ਟ ਬੁੱਧੀ ਆ ਗਈ। ਸੁੱਖ ਦਾ ਪ੍ਰਾਪਤ ਹੋਣਾ ਕਹਿਣ ਤੋਂ ਭਾਵ ਜਿਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿੱਖ ਦਾ ਮਨ ਖਿੜਦਾ ਹੈ, ਮੇਲ ਦਾ ਸੁੱਖ ਹੁੰਦਾ ਹੈ ਅਤੇ ਸ੍ਰੇਸ਼ਟ ਬੁੱਧੀ ਜੋ ਹੈ
ਉਹ ਪ੍ਰਾਪਤ ਹੁੰਦੀ ਹੈ। ਤਾਰੇ ਛਪੇ ਜੋ ਵਿਕਾਰ ਨਸੇ, ਜਨ ਮੋਹ ਤਮੰ ਨਹਿ ਦੀਸਨ ਪਾਏ। ਇਹ ਕਵੀ ਜੀ ਦੀ ਆਪਣੀ ਲਿਆਕਤ ਹੈ। ਉਹ ਇੱਕ ਪੰਕਤੀ ਵਿੱਚ ਪ੍ਰਤੱਖ ਭਾਵ ਅਤੇ ਅੰਤਰੀ ਭਾਵ ਦੋਵੇਂ ਲਿਖ ਜਾਂਦੇ ਨੇ। ਤੋ ਇਤਨਾ ਉਹਨਾਂ ਦਾ ਗਿਆਨ, ਇਹ ਵੀ ਸਤਿਗੁਰੂ ਦੀ ਬਖਸ਼ਿਸ਼ ਹੈ ਉਹਨਾਂ ਤੇ ਕਿ ਦੇਖੋ ਅੰਤਰੀ ਭਾਵ ਨੂੰ ਵੀ ਨਾਲ ਦਿਖਾਉਣਾ। ਤਾਰੇ ਛਪੇ ਜਿਉਂ ਵਿਕਾਰ ਨਸੇ, ਕਹਿੰਦੇ ਤਾਰੇ ਛਪ ਗਏ, ਅਲੋਪ ਹੋ ਗਏ ਸੂਰਜ ਚੜ੍ਹਨ ਨਾਲ। ਕਿਵੇਂ? ਜਿਵੇਂ ਗੁਰੂ ਨਾਨਕ ਰੂਪ ਸੂਰਜ ਦੇ ਪ੍ਰਗਟ ਹੋਣ ਨਾਲ ਗੁਰਸਿੱਖ ਦੇ ਮਨੋਂ ਵਿਕਾਰ ਨਸ ਜਾਂਦੇ ਹਨ। ਕੀਨ ਸਨਾਨਨ ਗਏ ਉਦਿਆਨ, ਇਕੰਤ ਸਥਾਨ ਮੈਂ ਬੈਸ ਸੁਹਾਏ। ਸੋ ਜਨ ਮੋਹ ਤਮੰਗ ਨਹਿ ਦੀਸਨ ਪਾਏ। ਮੋਹ ਰੂਪ ਹਨੇਰਾ, ਪ੍ਰਤੱਖ ਹਨੇਰਾ ਸੂਰਜ ਦੇ ਨਾਲ ਦੌੜ ਗਿਆ, ਅਤੇ ਜਿਹੜਾ ਅੰਦਰਲਾ ਹਨੇਰਾ ਸੀ ਇਹ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨਾਲ ਦੌੜ ਗਿਆ। ਮਨ ਦੇ ਅੰਦਰ ਜਿਹੜੀ ਸੀ ਸਮੱਤ ਪ੍ਰਾਪਤ ਹੋ ਗਈ ਹੈ। ਉਹ ਹਨੇਰਾ ਦਿਖਣਾ ਹੀ ਨਹੀਂ ਪਾਉਂਦਾ ਕਿਸੇ ਪਾਸੇ। ਮਹਾਰਾਜ ਨੇ ਇਸ਼ਨਾਨ ਕਰਨ ਉਪਰੰਤ ਉਦਿਆਨ ਹੁੰਦਾ, ਬੀਆਬਾਨ, ਉਜਾੜ, ਇਕਾਂਤ ਵਾਸਾ, ਉਸ ਸਥਾਨ ਦੇ ਉੱਤੇ ਬੈਠ ਕੇ ਆਪ ਸਤਿਗੁਰੂ ਮਹਾਰਾਜ ਜੀ ਸੋਭਨੀਕ ਹੋਏ ਹਨ। ਦੋਹਰਾ ਰਜਨੀ ਰਹਿ ਨਿਕੇਤ ਮਹਿ, ਬਾਸਰ ਮਹਿ ਉਦਿਆਨ। ਰਜਨੀ ਤੋਂ ਭਾਵ ਰਾਤ, ਰਾਤ ਨੂੰ ਘਰ 'ਚ ਰਹਿੰਦੇ ਨੇ। ਨਿਕੇਤ ਘਰ, ਔਰ ਬਾਸਰ ਹੁੰਦਾ ਦਿਨ। ਦਿਨ ਵੇਲੇ ਮਹਾਰਾਜ ਉਦਿਆਨ ਬੀਆਬਾਨ ਦੇ ਅੰਦਰ ਰਹਿੰਦੇ ਹਨ। ਕਥਾ ਸਿੱਖਣ ਵਾਲੇ ਪ੍ਰੇਮੀ ਵੀ ਬਹੁਤ ਬੈਠੇ ਨੇ, ਪੋਥੀਆਂ ਪ੍ਰਕਾਸ਼ ਕਰ ਲੈਂਦੇ ਨੇ। ਇਸ ਕਰਕੇ ਆਪਾਂ ਅੱਖਰੀ ਅਰਥ ਵੀ ਨਾਲ ਦੱਸ ਦਿੰਦੇ ਹਾਂ। ਸੋ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਪਾਂ ਸ਼ਰਵਣ ਕਰਦੇ ਹਾਂ ਰੋਜ਼। ਸੋ ਹੁਣ ਇੰਨੇ ਕੁ ਅੰਗ 126 ਤੱਕ ਪਹੁੰਚੇ ਹਾਂ। ਅਰਦਾਸ ਬੇਨਤੀ ਕਰੋ ਅੱਗੇ ਤੱਕ ਚੱਲੀਏ ਹੋਰ। ਸੋ ਜਦੋਂ ਆਪਾਂ ਹੋਰ ਅੱਗੇ ਵਧੇ, ਇੰਨੇ ਕੁ ਨਾਲ ਹੀ ਹੁਣ ਇੱਕ ਮੌਜ ਹੋ ਜਾਂਦੀ ਹੈ। ਕਿਤੇ ਵੀ ਹੁਕਮਨਾਮਾ ਸੁਣੀਏ, ਆਮ ਤੌਰ 'ਤੇ ਸਭ ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਸ੍ਰੀ ਮੁਖ ਵਾਕ ਸ਼ਰਵਣ ਕਰਦੇ ਨੇ। ਜੇ ਗੁਰਬਾਣੀ ਦੇ ਅਰਥਾਂ ਦੇ ਸੁਣਨ ਵਿੱਚ ਰੁਚੀ ਬਣੀ ਹੋਵੇ, ਫਿਰ ਹੁਕਮਨਾਮੇ ਦੀ ਕਾਫੀ ਸਮਝ ਪੈ ਜਾਂਦੀ ਹੈ ਕਿ ਹੁਕਮਨਾਮੇ ਵਿੱਚ ਮਹਾਰਾਜ ਨੇ ਕੀ ਬਚਨ ਕੀਤੇ ਨੇ। ਕਿਉਂਕਿ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਕਾਫੀ ਅਰਥਾਂ ਦਾ ਗਿਆਨ ਹੋ ਜਾਂਦਾ, ਔਰ ਵਿਸ਼ਰਾਮਾਂ ਦਾ ਗਿਆਨ ਹੁੰਦਾ। ਇਸੇ ਪ੍ਰਕਾਰ ਇਹ ਜੋ ਸੂਰਜ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਹੈ, ਇਹ ਸਿੱਖਣ ਦਾ ਤਰੀਕਾ ਵੀ ਇਹੀ ਹੈ। ਸਹਿਜ ਪੱਕੇ ਸੋ ਮੀਠਾ। ਮਹਾਰਾਜ ਕਹਿੰਦੇ ਨੇ ਜੇ ਹੌਲੀ ਹੌਲੀ ਕਥਾ ਸੁਣੀ ਜਾਓ, ਸਿੱਖੀ ਜਾਓ, ਆ ਹੀ ਜਾਂਦੀ। ਇਹਦਾ ਕੀ, ਹੁਣ ਰਜਨੀ ਅੱਖਰ ਇੱਕੋ ਵਾਰ ਆਉਣਾ। ਸਾਰੇ 14 ਪੋਥੀਆਂ ਨੇ ਕੁੱਲ ਗੁਰੂ ਨਾਨਕ ਪ੍ਰਕਾਸ਼ ਦੀਆਂ, 4। ਇਸੇ ਪ੍ਰਕਾਰ 4 ਦਸਵੇਂ ਪਾਤਸ਼ਾਹ ਦੀਆਂ ਅਖੀਰਲੀਆਂ, 9ਵੀਂ, 10ਵੀਂ, 11ਵੀਂ ਤੇ 12ਵੀਂ। 11ਵੀਂ, 12ਵੀਂ, 13ਵੀਂ, 14ਵੀਂ। ਬਾਕੀ 5ਵੀਂ, 6ਵੀਂ, 7ਵੀਂ, 8ਵੀਂ, 9ਵੀਂ, 10ਵੀਂ ਪੋਥੀ 'ਚ ਦੂਸਰੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਇਤਿਹਾਸ, ਅੱਗੇ 11ਵੀਂ 'ਚ ਵੀ ਆਵੇਗਾ ਥੋੜਾ। ਸੋ ਇਸ ਤਰ੍ਹਾਂ ਰਜਨੀ ਅੱਖਰ ਇੱਕੋ ਵਾਰ ਆਉਣਾ 14 ਪੋਥੀਆਂ 'ਚ। ਰਜਨੀ ਜੇ ਗੁਰੂ ਗ੍ਰੰਥ ਸਾਹਿਬ 'ਚ ਅੱਖਰ ਆਇਆ ਤਾਂ ਵੀ ਸਮਝ ਆਏ ਰਾਤ, ਨਿਕੇਤ ਘਰ, ਬਾਸਰ ਬਲ ਦਿਨ, ਉਦਿਆਨ ਬੀਆਬਾਨ। 4 ਹੀ ਅੱਖਰ ਨੇ। 4 ਹੀ ਅੱਖਰ ਬਹੁਤ ਵਾਰ ਆਉਂਦੇ ਨੇ। ਦਿਵਸ ਬਤਾਏ ਤਹ ਕਛੂ, ਸ੍ਰੀ ਨਾਨਕ ਗੁਣ ਖਾਨ। ਹੁਣ ਇੱਥੇ ਦਿਵਸ ਅੱਖਰ ਵੀ ਆਇਆ ਹੈ। ਬਾਸਰ ਬਾਈ ਮਤਲਬ ਦਿਨ ਦਾ, ਦਿਵਸ ਵੀ ਨਾਮ ਦਿਨ ਦਾ ਹੀ ਹੈ। ਇਸ ਕਰਕੇ ਜੇ ਦਿਨ 9 ਲਈਏ ਤਾਂ 15-20 ਮਤਲਬ ਇਹ ਅੱਖਰ ਨੇ ਅਲੱਗ ਅਲੱਗ ਕਿਸਮ ਦੇ। ਅਰਣੋਦਿਆ, ਸੂਰਜ ਚੜ੍ਹਿਆ ਹੈ, ਭਾਨੂ ਸੂਰਜ ਨੂੰ ਕਹਿੰਦੇ ਨੇ। ਇਸੇ ਤਰ੍ਹਾਂ ਦਿਵਸ ਬਿਤਾਏ ਤਹ ਕਛੂ, ਸ੍ਰੀ ਨਾਨਕ ਗੁਣ ਖਾਨ।
ਧੰਨ ਗੁਰੂ ਨਾਨਕ ਦੇਵ ਜੀ ਸ਼੍ਰੀ ਤੋਂ ਭਾਵ ਸੁਭਾਏਮਾਨ ਸ਼੍ਰੋਮਣੀ ਮਾਇਆ ਦੇ ਪਤੀ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਨ। ਸੋ ਉਸ ਥਾਂ ਤੇ ਜਾ ਕੇ ਜੰਗਲ ਦੇ ਵਿੱਚ ਬੈਠ ਕੇ ਦਿਨ ਬਤੀਤ ਕਰਦੇ ਹਨ। ਚੌਪਈ ਕਬਹਿ ਬੁਲਾਵਹਿ ਰਾਏ ਬੁਲਾਰੂ। ਕਦੇ ਕਦੇ ਰਾਏ ਬੁਲਾਰ ਜੀ ਬੇਨਤੀ ਕਰਕੇ ਬੁਲਾ ਲੈਂਦੇ ਨੇ। ਦਰਸ਼ਨ ਬਦਨਾ ਬਿਲੋਕਤ ਚਾਰੂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਸੋਹਣੇ ਮੁਖਾਰ ਬਿੰਦ ਦੇ ਸੋਹਣੇ ਦਰਸ਼ਨ ਜਿਹੜੇ ਨੇ, ਚਾਰੂ ਅੱਖਰ ਬਹੁਤ ਵਾਰੀ ਆਉਣਾ। ਗਾਵੈ ਕੋ ਗੁਣ ਵਡਿਆਈਆਂ ਚਾਰ। ਚਾਰ ਦਾ ਮਤਲਬ ਹੁੰਦਾ ਸੁੰਦਰ, ਚਾਰ ਦਾ ਮਤਲਬ ਹੁੰਦਾ ਆਚਾਰ, ਕਰਤੱਵ ਨੂੰ ਵੀ ਕਹਿੰਦੇ ਨੇ। ਇਸ ਤਰ੍ਹਾਂ ਜਿੱਥੇ ਜਿਹਾ ਜਿਹਾ ਪ੍ਰਸੰਗ ਆਵੇ ਉਹ ਜਿਹਾ ਅਰਥ ਬਣ ਜਾਂਦਾ ਹੈ। ਭੋਜਨ ਦਿੱਤੇ ਰੁਚਿਰ ਕਰਾਵੈ। ਫੇਰ ਕੀ ਕਰਦੇ ਨੇ ਰਾਏ ਬੁਲਾਰ ਜੀ ਨੂੰ ਪਤਾ ਹੈ, ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕਿਹਨਾਂ ਦੇ ਘਰ ਦਾ ਹੈ। ਇਸ ਕਰਕੇ ਉਹਨਾਂ ਨੇ ਸਾਡੇ ਘਰ ਪ੍ਰਸ਼ਾਦਾ ਇਉਂ ਨਹੀਂ ਛਕਣਾ। ਤੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਜੋ ਖਾਸ ਭੋਜਨ ਤਿਆਰ ਕਰਨ ਵਾਲਾ ਸ਼ੁੱਧ ਵੈਸ਼ਨੋ ਬੰਦਾ, ਪਵਿੱਤਰਤਾ ਵਾਲਾ ਲੱਭ ਕੇ, ਸੋ ਅੱਛੇ ਜੀਵਨ ਵਾਲਾ ਹੋਵੇ ਯੋਧੇ 'ਚ ਐਸਾ ਬੁਲਾ ਕੇ ਬ੍ਰਾਹਮਣ, ਉਹਦੇ ਰਾਹੀਂ ਭੋਜਨ ਨੂੰ ਤਿਆਰ ਕਰਵਾ ਕੇ ਫਿਰ ਰਾਏ ਬੁਲਾਰ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਹਮਣੇ ਸੁਸ਼ੋਭਿਤ ਕਰਵਾ ਕੇ ਸੋਹਣੇ ਪਲੰਘ ਤੇ, ਮਹਾਰਾਜ ਮੇਰੇ ਸਾਹਮਣੇ ਬੈਠ ਕੇ ਛਕੋ ਜੀ। ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ ਜਦੋਂ ਆਪ ਜੀ ਪ੍ਰਸ਼ਾਦਾ ਛਕਦੇ ਹੋ। ਪੁਨ ਪੁਨ ਬਿਨੈ ਭਨਹਿ ਅਚਵਾਵੈ। ਦੋਵੇਂ ਹੱਥ ਜੋੜ ਕੇ ਰਾਏ ਜੀ ਬੇਨਤੀ ਕਰਦੇ, ਮਹਾਰਾਜ ਅਖੀਰ ਤਾਂ ਹੋਰ ਲੈ ਲਓ। ਸਤਿਗੁਰੂ ਜੀ ਇਹ ਸਬਜ਼ੀ ਬਹੁਤ ਸਵਾਦ। ਮਹਾਰਾਜ ਜੀ ਉਹ ਹੋਰ ਲਿਆ ਪਈ, ਗਰਮ ਫੁਲਕਾ ਲੈ ਕੇ ਆ ਮਹਾਰਾਜ ਲਈ। ਮਹਾਰਾਜ ਆਹ ਤਾਂ ਬਹੁਤ ਹੀ ਤੁਹਾਡੀ ਛਕਣ ਵਾਲਾ ਜੀ। ਇਹ ਹੁੰਦੀਆਂ ਬੇਨਤੀਆਂ। ਵੈਸੇ ਤਾਂ ਛਕ ਹੀ ਲੈਣਾ ਹੁੰਦਾ, ਪਰ ਇਹ ਇੱਕ ਸਿੱਖਣਾ ਹੈ। ਆਪਾਂ ਨੇ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ, ਗੁਰਮੁਖਾਂ ਨੂੰ ਪ੍ਰਸ਼ਾਦਾ ਛਕਾਉਣਾ, ਮਹਾਤਮਾ ਦੀ ਸੇਵਾ ਕਰਨੀ ਸਿੱਖਣੀ ਪੈਂਦੀ ਹੈ। ਇਹ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਆਹ ਤਾਂ ਜੀ ਬਹੁਤਾ ਹੀ ਵਧੀਆ ਜੀ, ਇਹ ਜ਼ਰੂਰ ਲਓ। ਤੇ ਇਸ ਤਰ੍ਹਾਂ ਇਹਦੇ ਨਾਲ ਆਪਸੀ ਪਿਆਰ ਵੱਧਦਾ, ਪਿਆਰ ਦਾ ਇਜ਼ਹਾਰ ਕਰਦਾ ਜੀਵ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਹਨ। ਪ੍ਰੇਮ ਬੁਲੋਕੈ ਰਾਏ ਕੋ ਪੂਰਾ। ਮਹਾਰਾਜ ਹੱਸ ਰਹੇ ਨੇ, ਨਾਲੇ ਪ੍ਰਸ਼ਾਦਾ ਛਕਦੇ ਨੇ। ਰਾਏ ਜੀ ਦਾ ਪਿਆਰ ਦੇਖਦੇ ਨੇ, ਕਿੰਨਾ ਪਿਆਰ ਕਰਦਾ, ਮੇਰਾ ਕਿੰਨਾ ਖਿਆਲ ਰੱਖਦਾ, ਮੇਰਾ ਭਗਤ ਹੈ ਇਹ। ਨਹਿ ਸਰਦਾ ਤੇ ਜਿਹੇ ਔਰ ਊਰਾ। ਇਹਦਾ ਮਨ ਊਰਾ ਨਹੀਂ, ਖਾਲੀ ਨਹੀਂ ਹੈ, ਸ਼ਰਧਾ ਤੋਂ ਬਹੁਤ ਭਰੀ, ਲਬਾਲਬ ਸ਼ਰਧਾ ਇਹਦੇ ਹਿਰਦੇ ਦੇ ਅੰਦਰ ਭਰੀ ਹੋਈ ਹੈ। ਸ੍ਰੀ ਗੁਰੂ ਵਚਨ ਬਹੁ ਰਹਿ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਵਚਨ ਨਹੀਂ ਮੋੜਦੇ। ਹੋਰ ਲੈ ਲਓ ਮਹਾਰਾਜ, ਹੋਰ ਲਿਆ, ਹੋਰ ਲੈ ਲਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਾਰੀਆਂ ਕਲਾ ਦੇ ਗਿਆਤੇ ਹੈ। ਪ੍ਰੇਮੀ ਦਾ ਪ੍ਰੇਮ ਦੇਖ ਕੇ ਸਤਿਗੁਰੂ ਮਹਾਰਾਜ ਛਕ ਰਹੇ ਨੇ। ਪ੍ਰੇਮ ਨਾ ਹੋਵੇ ਉੱਥੇ ਕਦੇ ਛਕਦੇ ਹੀ ਨਹੀਂ। ਮਲਕ ਭਾਗੋ ਦੇ ਜਾ ਕੇ ਛਕੇ ਹੀ ਨਹੀਂ। ਭਾਈ ਲਾਲੋ ਦੇ ਗ੍ਰਹਿ ਛਕਿਆ। ਇੱਕ ਵਾਰ ਮਰਦਾਨਾ ਪੁੱਛੇਗਾ ਵੀ ਮਹਾਰਾਜ ਨੂੰ, ਮਹਾਰਾਜ ਇਹ ਜਿਹੜੇ ਸਾਡੇ ਵਰਗੇ ਜੀਵ ਹੈ, ਕਿਉਂਕਿ ਮਰਦਾਨਾ ਭਾਈ ਵੀ ਹੁਣ ਨਾਲ ਰਹਿ ਰਹਿ ਕੇ ਥੋੜਾ ਥੋੜਾ ਗਿਆਨਵਾਨ ਇਸ ਤਰ੍ਹਾਂ ਦਾ ਹੋ ਗਿਆ। ਅੰਤਰੀਵ ਗਿਆਨ ਮਹਾਰਾਜ ਨੇ ਕਾਫੀ ਲੇਟ ਦਿੱਤਾ ਸੀ, ਕਈ ਤਰ੍ਹਾਂ ਦੇ ਕੌਤਕ ਕਰਾਉਣੇ ਸੀ। ਤਾਂ ਮਹਾਰਾਜ ਜੀ ਹੁਣ ਮੈਨੂੰ ਰਹਿ ਕੇ ਪਤਾ ਲੱਗ ਗਿਆ ਤੁਹਾਡੇ ਨਾਲ ਕਈ ਗੱਲਾਂ ਦਾ, ਪਰ ਇੱਕ ਦੱਸੋ, ਇਹ ਜਿਹੜੇ ਮੇਰੇ ਵਰਗੇ ਇਨਸਾਨ ਨੂੰ ਭੁੱਖ ਬਹੁਤ ਲੱਗਦੀ ਹੈ, ਤੁਹਾਨੂੰ ਭੁੱਖ ਨਹੀਂ ਲੱਗਦੀ? ਮੈਂ ਕਈ ਵਾਰ ਦੇਖਿਆ 6-6 ਮਹੀਨੇ ਬਾਅਦ ਤੁਸੀਂ ਪ੍ਰਸ਼ਾਦਾ ਛਕਦੇ ਹੋ ਜਾ ਕੇ। ਇਹ 6 ਮਹੀਨੇ ਤੁਹਾਡੇ ਕਿਵੇਂ ਨਿਕਲ ਜਾਂਦੇ, ਮੇਰੇ ਤਾਂ ਨਿਕਲਦੇ ਨਹੀਂ। ਮਹਾਰਾਜ ਹੱਸ ਕੇ ਕਹਿਣ ਲੱਗੇ, ਬਾਈ ਮਰਦਾਨਾ, ਨਾਮ ਦਾ ਆਧਾਰ ਹੈ, ਨਾਮ ਦਾ ਰਸ। ਇਹ ਨਾਮ ਦਾ ਰਸ ਭੁੱਖ ਨਹੀਂ ਲੱਗਣ ਦਿੰਦਾ ਇਨਸਾਨ ਨੂੰ। ਦੂਸਰੀ, ਕਿਤੇ ਵੀ ਕੋਈ ਮੇਰਾ ਪ੍ਰੇਮੀ ਬੈਠਾ, ਬਹੁਤੇ ਪਿਆਰ ਨਾਲ ਜਦੋਂ ਯਾਦ ਕਰਕੇ ਬੁਰਕੀ ਤੋੜਦਾ, ਹਰ ਮੇਰਾ ਸਿੱਖ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਕੇ ਮੁੱਖ 'ਚ ਪਾ ਲੈਂਦਾ। ਮਰਦਾਨਾ ਉਹ ਬੁਰਕੀ ਸਾਨੂੰ ਆ ਜਾਂਦੀ। ਮੇਰੇ ਕਿੰਨੇ ਹੀ ਪ੍ਰੇਮੀ ਜੋ ਪਹਿਲੀ ਬੁਰਕੀ ਪਾਉਂਦੇ ਨੇ ਮੇਰਾ ਨਾਂ ਲੈ ਕੇ,
ਉਹ ਬੁਰਕੀ ਦਾ ਆਧਾਰ ਮੇਰੇ ਤੱਕ ਆ ਜਾਂਦਾ। ਕੋਈ ਵਾਹਿਗੁਰੂ ਕਹਿ ਕੇ ਮੁੱਖ 'ਚ ਪਾਉਂਦਾ, ਉਹ ਵੀ ਸਾਡੇ ਤੱਕ ਆ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਕੋਈ ਲੋੜ ਨਹੀਂ ਹੈ, ਉਹ ਤਾਂ ਸਾਨੂੰ ਦੇਣ ਵਾਲੇ ਦਾਤੇ ਨੇ। ਜਿਵੇਂ ਬਾਗ ਦਾ ਮਾਲੀ ਬਾਗ ਦੇ ਵਿੱਚ ਗੋਡੀ ਕਰਦਾ, ਸਫਾਈ ਕਰਦਾ, ਬੜਾ ਸੁੰਦਰ ਬਾਗ ਬਣਾਇਆ। ਮਾਲੀ ਕੀ ਕਰਦੇ ਨੇ, ਜਦੋਂ ਮਾਲਕ ਜੰਮਦਾ ਹੁੰਦਾ ਉਹਨੂੰ ਫੁੱਲਾਂ ਦਾ ਗੁਲਦਸਤਾ ਬਣਾ ਕੇ ਪੇਸ਼ ਕਰ ਦਿੰਦੇ ਨੇ, ਆ ਜੀ ਆਪਣੇ ਬਾਗ 'ਚ ਫੁੱਲ ਲੱਗੇ ਆ। ਮਨ ਬੜਾ ਖੁਸ਼ ਹੁੰਦਾ, ਮੈਨੂੰ ਮਾਲੀ ਨੇ ਫੁੱਲ ਦਿੱਤੇ, ਹੈ ਬਾਗ ਆਪਣਾ ਹੀ ਹੈ। ਮਾਲੀ ਉਹਦੇ ਵਿੱਚੋਂ ਮਿੱਠੇ ਮਿੱਠੇ ਅੰਬ ਲਿਆਉਂਦਾ, ਮਿੱਠੇ ਮਿੱਠੇ ਅਮਰੂਦ ਤੋੜ ਕੇ ਲਿਆਉਂਦਾ, ਆ ਜੀ ਆਪਣੇ ਬਾਗ 'ਚ ਆ ਸੋਹਣੇ ਬੇਰ ਲੱਗੇ ਦੇਖੋ। ਉਸ ਵਕਤ ਮਾਲਕ ਦਾ ਮਨ ਖੁਸ਼ ਹੁੰਦਾ। ਹੈ ਤਾਂ ਸਾਰਾ ਕੁਝ ਮਾਲਕ ਦਾ ਹੀ, ਆਪਾਂ ਤੇ ਮਾਲੀਆਂ ਵਾਂਗੂ ਸੰਸਾਰ ਦੇ ਅੰਦਰ ਹਾਂ। ਪਰ ਭਾਵਨਾ ਨਾਲ ਜਿਹੜਾ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ, ਅਰਮਾਲਾ ਭੇਟਾ ਕਰਨਾ, ਆ ਮਹਾਰਾਜ ਜੀ ਆਪ ਜੀ ਵਾਸਤੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਭਾਵਨਾ ਪੂਰੀ ਕਰ ਦਿੰਦੇ ਨੇ ਗੁਰਸਿੱਖ ਦੀ। ਇਸ ਕਰਕੇ ਪੁੱਛਿਆ ਸੀ ਮੈਂ ਪਟਿਆਲੇ ਸੰਗਤ ਨੂੰ, ਜਦੋਂ ਗੁਰੂ ਧਾਰਦੇ ਆ ਪੁਰਾਣੀ ਮਰਿਆਦਾ 'ਚ 101 ਰੁਪਈਆ ਇੱਕ ਦਸਤਾਰ ਦਿੰਦੇ ਹੁੰਦੇ ਸੀ ਪਹਿਲਾਂ ਗੁਰੂ ਧਾਰਨ ਵੇਲੇ। ਜਿੰਨਿਆਂ ਨੇ ਅੰਮ੍ਰਿਤ ਛਕਿਆ ਤੁਹਾਡੇ 'ਚੋਂ ਕਿਹਨੇ ਮਹਾਰਾਜ ਨੂੰ ਦਸਤਾਰ ਤੇ 101 ਰੁਪਈਆ ਭੇਟਾ ਕੀਤਾ? ਕਹਿੰਦੇ ਜੀ ਸਾਨੂੰ ਕਿਸੇ ਨੇ ਕਦੇ ਦੱਸਿਆ ਹੀ ਨਹੀਂ, ਕਿੱਦਾਂ ਕਰੀਏ? ਮੈਂ ਕਿਹਾ 5 ਸਿੰਘਾਂ ਨੂੰ ਇੱਕ ਇੱਕ ਦਸਤਾਰ 101 ਰੁਪਈਆ ਨਾਲ ਦਿਓ, ਇਹ 10ਵੇਂ ਪਾਤਸ਼ਾਹ ਜੀ ਇਹ ਦਸਤਾਰ ਤੁਸੀਂ ਬੰਨ੍ਹ ਲਓ। ਜਾਂ ਫਿਰ ਨਹੀਂ ਸਮਰੱਥਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਦਸਤਾਰ ਰੱਖ ਕੇ ਭੇਟਾ ਰੱਖੋ, ਮਹਾਰਾਜ ਤੁਸੀਂ ਮੇਰੇ ਗੁਰੂ ਸਤਿਗੁਰੂ ਹੋ, ਤੁਸੀਂ ਮੈਨੂੰ ਇੰਨੀ ਕਿਰਪਾ ਕਰਦੇ ਹੋ। ਲੋਕ ਗੁਰੂ ਧਾਰਦੇ ਸੀ ਤਾਂ ਦਸਤਾਰ ਦਿੰਦੇ ਸੀ, ਉਸਤਾਦ ਧਾਰਦੇ ਨੇ ਵਿਦਿਆ ਦਾ 101 ਰੁਪਈਆ ਦਸਤਾਰ ਦਿੰਦੇ ਨੇ। ਕਿਸੇ ਗੁਣ ਨੂੰ ਸਿੱਖਦੇ ਸੀ ਦਸਤਾਰ ਦਿੰਦੇ ਸੀ ਵੀ ਅੱਜ ਤੋਂ ਤੂੰ ਮੇਰਾ ਗੁਰੂ ਉਸਤਾਦ ਹੈ। ਤਾਂ ਜਿਹੜੇ ਸਤਿਗੁਰੂ ਨੇ, ਸਤਿਗੁਰੂ ਮਹਾਰਾਜ ਦੀ ਸੇਵਾ ਭਾਵਨਾ ਕਰਨੀ ਚਾਹੀਦੀ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਇਹ ਸਾਡੀ ਗੱਲ ਇੱਥੇ ਹੀ ਨਹੀਂ ਖੜ ਜਾਂਦੀ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੋਈ ਚੀਜ਼ ਭੇਟਾ ਕਰਦੇ ਹਾਂ, ਮਹਾਰਾਜ ਨੂੰ ਉਹ ਚੀਜ਼ ਜਿਹੜੀ ਹੈ ਉਸੇ ਵਕਤ ਸਤਿਗੁਰੂ ਜੀ ਪਹਿਨ ਲੈਂਦੇ ਨੇ। ਇਹ ਹੁਣ ਗੱਲ ਰੂਹਾਨੀਅਤ ਦੀ ਆ ਜਾਂਦੀ। ਸੋ ਇਸ ਤਰ੍ਹਾਂ ਜਿਵੇਂ ਇੱਕ ਮਾਤਾ ਗੁਰਦੀਪ ਕੌਰ ਹੋਈ ਸਰਿਆਲੀ ਨਗਰ ਦੀ, ਉਹ ਮਾਤਾ ਨੇ ਪਟਨਾ ਸਾਹਿਬ ਜਾ ਕੇ 1975 'ਚ ਉਦੋਂ ਦੇ ਸਮੇਂ ਅਨੁਸਾਰ ਕਾਫੀ ਮਹਿੰਗੀ ਕਲਗੀ ਬਣਾ ਕੇ ਭੇਟਾ ਕੀਤੀ। ਅਸੀਂ ਉਦੋਂ ਉੱਥੇ ਸਾਰਾ ਜਥਾ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ, ਪਟਨਾ ਸਾਹਿਬ ਗੇਂਦੇ ਦੇ ਫੁੱਲ ਬੜੇ ਵੱਡੇ ਵੱਡੇ ਸੋਹਣੇ ਹੁੰਦੇ ਨੇ, ਇੱਕ ਸਿਹਰਾ ਭੇਟਾ ਕੀਤਾ, ਕਲਗੀ ਭੇਟਾ ਕੀਤੀ। ਉਹਦੀ ਕਮਾਈ ਤਾਂ ਕਾਫੀ, ਮਾਤਾ ਦੀ ਕਾਫੀ ਵਚਨ ਨੇ ਉਹਦੇ ਵੀ। 101 ਸਹਿਜ ਪਾਠ ਕੱਲੀ ਨੇ ਕੀਤਾ ਸੀ। ਫਿਰ ਮਹਾਰਾਜ ਤੀਸਰੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਸੀ। ਬਹੁਤ ਕਿਰਪਾ ਹੈ। ਹੇਮਕੁੰਟ ਸਾਹਿਬ ਹਰ ਸਾਲ ਜਾਣਾ ਉਹਨਾਂ ਦਾ ਕਰਮ ਹੈ। ਮੇਰਾ ਖਿਆਲ 50 ਸਾਲਾਂ ਤੋਂ ਜਾ ਰਹੇ ਨੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਰਾਤ ਨੂੰ ਸੁੱਤੇ, ਮੈਨੂੰ ਕਹਿੰਦੇ ਰਾਤ ਪੁੱਤ, ਔਰ ਮੈਨੂੰ ਮਹਾਰਾਜ ਨੇ ਸੁਪਨੇ 'ਚ ਦਿਖਾਈ ਕਲਗੀ। ਕਹਿੰਦੇ ਲੈ ਮਾਤਾ ਤੇਰੀ ਕਲਗੀ ਪ੍ਰਵਾਨ ਕਰ ਲਿਆ, ਦੇ ਲਾਈ ਹੋਈ ਆ ਮੈਂ, ਆਹ ਦੇ ਸਿਹਰਾ ਵੀ ਗਲ 'ਚ ਪਾ ਲਿਆ, ਖੁਸ਼ ਹੈ? ਕਹਿੰਦੇ ਹਾਂ ਮਹਾਰਾਜ ਬਹੁਤ ਖੁਸ਼। ਸਤਿਗੁਰੂ ਮਹਾਰਾਜ ਸਿੱਖ ਦੀ ਭਾਵਨਾ ਪੂਰੀ ਕਰਦੇ ਨੇ। ਭਾਵਨਾ ਤੋੜਨ ਵਾਲਾ 99 ਬੰਦੇ ਆ ਤੇ ਭਾਵਨਾ ਜੋੜਨ ਵਾਲਾ ਇੱਕ। ਸੰਤ ਸਹਾਈ ਰਾਮ ਕੇ, ਸੰਤ ਸਹਾਈ ਪ੍ਰੇਮ ਕੇ। ਗੋਬਿੰਦ ਭਾਉ ਭਗਤ ਦਾ ਭੁੱਖਾ, ਰੋਟੀ ਦੀ ਲੋੜ ਨਹੀਂ ਉਹਨੂੰ ਕੋਈ ਚੀਜ਼ ਨਹੀਂ ਚਾਹੀਦੀ, ਉਹਨੂੰ ਕੀ ਦੇਵਾਂਗੇ? ਪਰ ਜਦੋਂ ਸਤਿਗੁਰੂ ਕਹਿੰਦੇ ਮੈਨੂੰ ਕੋਈ ਪਿਆਰ ਨਾਲ ਦਿੰਦਾ, ਪ੍ਰੇਮ ਨਾਲ ਦਿੰਦਾ, ਕੋਈ ਫੁੱਲਾਂ ਦਾ ਭੁੱਖਾ ਨਹੀਂ ਹੁੰਦਾ ਦੁਨੀਆ 'ਚ। ਪਰ ਜੇ ਇੱਕ ਫੁੱਲ ਕਿਸੇ ਨੂੰ ਪਿਆਰ ਨਾਲ ਦੇ ਦਈਏ, ਵੱਡੇ ਨੂੰ, ਇਹ ਜੀ ਤੁਹਾਡਾ ਸਤਿਕਾਰ ਹੈ ਜੀ, ਕਿੰਨਾ ਖੁਸ਼ ਬਾਗੋ ਬਾਗ ਹੋ ਜਾਂਦਾ। ਤੀਸਰੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਸੀ, ਕਾਦੀਆਂ, ਗੋਡੇ ਗੋਡੇ ਪਾਣੀ, ਮੀਂਹ ਇੰਨਾ ਪਿਆ ਖਾਲਸਾ ਕਾਲਜ ਦੇ ਵਿੱਚ, ਉੱਚੇ ਥੜੇ ਤੇ ਪ੍ਰਕਾਸ਼, ਸੰਗਤ ਸਾਰੀ ਬੈਠੀ, ਧੁੱਪ ਨਿਕਲੀ, ਠੰਡ ਦੇ ਦਿਨ ਹੈ। ਅਸੀਂ ਖਾਲਸਾ ਕਾਲਜ ਦੇ ਸਾਰੇ ਬਗੀਚੇ 'ਚ ਇੱਕ ਇੱਕ ਫੁੱਲ ਤੋੜ ਕੇ ਪਰੋਇਆ, ਗੋਡੇ ਗੋਡੇ ਪਾਣੀ ਜਾ ਕੇ, ਫੁੱਲ ਲੈ ਕੇ ਸਿਹਰਾ, ਮਹਾਂਪੁਰਖਾਂ ਨੇ ਚਰਨ ਧੋਤੇ, ਮੈਂ ਸਿਰਫ ਸਿਹਰਾ ਫੜਾਤਾ। ਮੈਂ ਕਿਹਾ ਜੀ ਤੁਸੀਂ ਮਹਾਰਾਜ ਦੇ ਸਰੂਪ ਤੇ ਅੱਜ ਸਿਹਰਾ ਪਾਇਓ, ਅੱਜ
ਤੀਸਰੇ ਪਾਤਸ਼ਾਹ ਦਾ ਅਵਤਾਰ ਦਿਹਾੜਾ। ਮੈਨੂੰ ਕਹਿੰਦੇ ਜਿਉਂਦਾ ਰਹਿ, ਇੰਨੀ ਗੱਲ ਕਹੀ। ਉਸ ਵਕਤ ਉਹ ਸਿਹਰਾ ਮਹਾਰਾਜ ਦੇ ਉੱਪਰ ਜਾ ਕੇ ਪਾਇਆ। ਕੀ ਹੋ ਗਿਆ? ਫੁੱਲ ਉੱਥੋਂ ਦੇ ਆ ਲਿਆ ਕੇ ਦਿੱਤੇ ਆ, ਸਿਰਫ ਯਾਦ ਕਰਾਇਆ ਕਿ ਅੱਜ ਅਵਤਾਰ ਦਿਹਾੜਾ। ਤੇ ਇਸ ਤਰ੍ਹਾਂ ਦੇ ਕਰਨ ਨਾਲ ਇੱਕ ਪਿਆਰ ਪੈਦਾ ਹੁੰਦਾ, ਮਨ ਦੇ ਅੰਦਰ ਭਾਵਨਾ ਬਣਦੀ ਹੈ। ਜੇ ਅਸੀਂ ਪਿਆਰ ਭਾਵਨਾ ਨੂੰ ਘਟਾ ਦਿਆਂਗੇ ਤਾਂ ਗੋਬਿੰਦ ਨੇ ਹੋਰ ਸਾਡੀਆਂ ਚੀਜ਼ਾਂ ਨਹੀਂ ਲੈਣੀਆਂ। ਗੋਬਿੰਦ ਪਰਮੇਸ਼ਰ ਜੀ ਤਾਂ ਕਹਿੰਦੇ ਇਹ ਤਾਂ ਸਾਰਾ ਕੁਝ ਮੇਰੇ ਕੋਲ ਹੈਗਾ ਤਾਂ ਮੈਂ ਤੈਨੂੰ ਦਿੰਦਾ, ਤੂੰ ਜੋ ਮੇਰੇ ਲਈ ਲੈ ਕੇ ਆਇਆ ਉਹ ਕੀ? ਉਹ ਤਾਂ ਮੈਂ ਤਾਂ ਪ੍ਰੇਮ ਹੀ ਦੇਖਣਾ ਸੀ ਬਸ। ਪਦਾਰਥ ਤਾਂ ਮੈਂ ਹੀ ਤੈਨੂੰ ਦਿੱਤੇ, ਤੂੰ ਹੀ ਮੈਨੂੰ ਮੋੜ ਕੇ ਲਿਆਈ ਜਾਂਦਾ। ਮਾਇਆ ਤੂੰ ਮੈਥੋਂ ਮੰਗੀ, ਮੈਨੂੰ ਲਿਆ ਕੇ ਕਹਿੰਦਾ ਮੈਂ ਤੈਨੂੰ ਮਾਇਆ ਦਿੱਤੀ। ਸਤਿਗੁਰੂ ਕਹਿੰਦੇ ਨੇ ਮੈਂ ਤਾਂ ਪਿਆਰ ਨਾਲ ਜੋ ਵੀ ਕੋਈ ਖਵਾਵੇ ਦੇਵੇ ਸਭ ਪ੍ਰਾਪਤ ਕਰਦਾ ਹਾਂ। ਜਬ ਹੈ ਬੁਲਾਏ ਨਿਕਟ ਤਬ ਜਾਹੀ। ਜਦੋਂ ਰਾਏ ਬੁਲਾਰ ਜੀ ਬੁਲਾਉਂਦੇ ਨੇ ਉਸ ਵਕਤ ਨੇੜੇ ਜਾਂਦੇ ਹਨ। ਲੇਵਨ ਹੇਤ ਗਿਆਨ ਉਪਦੇਸਾ। ਸਤਿਗੁਰੂ ਜੀ ਕੀ ਕਰਦੇ ਨੇ? ਗਿਆਨ ਉਪਦੇਸ਼ ਦੇਣ ਲਈ ਜਾਂਦੇ ਨੇ। ਉਸ ਵਕਤ ਉਪਦੇਸ਼ ਦੇਣ ਵਾਸਤੇ ਰਾਏ ਬੁਲਾਰ ਜੀ ਅੰਦਰ ਜਿਹੜੀ ਹਲੇ, ਕਿਉਂਕਿ ਬ੍ਰਹਮ ਗਿਆਨ ਦੀਆਂ 7ਵੀਂ ਭੂਮਿਕਾ ਤੱਕ ਲੈ ਕੇ ਜਾਣਾ ਹੁੰਦਾ, ਅੱਗੇ ਜਿਹੜੀਆਂ ਸੂਖਮ ਕਮੀਆਂ ਹੁੰਦੀਆਂ ਨੇ ਉਹ ਦੂਰ ਕਰਨੀਆਂ ਹੁੰਦੀਆਂ, ਉਹ ਉਪਦੇਸ਼ ਦੇਣ ਲਈ ਫਿਰ ਜਾਂਦੇ ਨੇ। ਔਰ ਅਬਿਲਾਖਾ ਅਦਕ ਨਰੇਸਾ। ਰਾਜੇ ਦੇ ਮਨ ਦੇ ਅੰਦਰ ਬਹੁਤ ਹੀ ਅਭਿਲਾਖਾ ਹੈ, ਬੜੀ ਇੱਛਾ ਹੈ ਕਿ ਸੱਚੇ ਪਾਤਸ਼ਾਹ ਆਉਣ, ਦਰਸ਼ਨ ਦੇਣ। ਕਿਉਂਕਿ ਇਹੋ ਜਿਹੇ ਦਰਸ਼ਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜੇ ਦੇਖੀਏ, ਧੰਨ ਧੰਨ ਰਾਏ ਬੁਲਾਰ ਜੀ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਕੋਲ ਰਹਿੰਦੇ ਹਾਂ, ਬੈਠਦੇ ਹਾਂ, ਕਿੰਨੇ ਭਾਗਾਂ ਵਾਲਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਹੈ। ਵਿਵਿਧ ਭਾਂਤ ਕੀ ਕਰਹਿ ਸੋ ਸੇਵਾ। ਵਿਵਿਧ ਭਾਂਤ ਤਰ੍ਹਾਂ ਤਰ੍ਹਾਂ ਦੀ ਸੇਵਾ ਕਰਦਾ ਹੈ, ਲਾਹਾ ਖੜਦਾ ਅਸਲ ਵਿੱਚ। ਮਹਾਰਾਜ ਜੀ ਆਹ ਚੀਜ਼, ਸਤਿਗੁਰੂ ਜੀ ਆਹ ਵੀ ਲੈ ਲਓ, ਮਹਾਰਾਜ ਜੀ ਆਹ ਬਸਤਰ ਤੁਹਾਨੂੰ ਬਹੁਤ ਸਜਣਾ ਜੀ, ਆਹ ਵੀ ਪ੍ਰਾਪਤ, ਮਹਾਰਾਜ ਜੀ ਆਹ ਦਸਤਾਰ ਲੈ ਲਓ ਜੀ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਦਿੰਦਾ ਮਹਾਰਾਜ ਖੁਸ਼ ਹੁੰਦੇ ਰਹਿੰਦੇ ਨੇ। ਮਹਾਰਾਜ ਆਹ ਚੀਜ਼ ਬੜੀ ਅੱਛੀ ਹੈ ਜੀ, ਮਹਾਰਾਜ ਆਹ ਜੋੜਾ ਹੁਣ ਇੰਨਾ ਨਹੀਂ ਚੰਗਾ, ਜੋੜਾ ਹੋਰ ਲੈ ਲਓ ਮਹਾਰਾਜ ਜੀ, ਤੁਸੀਂ ਪਹਿਲ ਲੈਣਾ। ਸਤਿਗੁਰੂ ਉਹਦੇ ਭਾਵਨਾ ਤੋਂ, ਪ੍ਰੇਮ ਤੋਂ ਹੀ ਪ੍ਰਸੰਨ ਹੁੰਦੇ ਰਹਿੰਦੇ ਨੇ। ਨਿਸ ਦਿਨ ਧਿਆਨ ਧਰਹਿ ਗੁਰਦੇਵਾ। ਉਹ ਰਾਏ ਬੁਲਾਰ ਜੀ ਧੰਨ ਹੈ, ਗੁਰੂ ਨਾਨਕ ਸਾਹਿਬ ਦਾ ਧਿਆਨ ਰਾਤ ਦਿਨ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ, ਜਿਹੜੇ ਅਸਲੀ ਦਰਸ਼ਨ ਹੁੰਦੇ ਉਹਨਾਂ ਦਾ ਧਿਆਨ ਕਰ ਲੈਣਾ ਚੰਗਾ ਹੁੰਦਾ। ਇਹ ਪ੍ਰੋਬਲਮ ਪਈ ਇੱਕ ਵਾਰ ਸਾਨੂੰ, ਐਸੀ ਅਭਿਆਸੀ ਸੀ ਬਹੁਤ ਵੱਡਾ, ਉਹ 1976 ਦੀ ਗੱਲ ਹੈ, ਜਾਂ ਹਜ਼ੂਰ ਸਾਹਿਬ ਦਰਸ਼ਨ ਹੋਏ। ਉਹਨਾਂ ਨੂੰ ਮੈਨੂੰ ਕਹਿਣ ਲੱਗੇ ਵੀ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਜਦ ਮੈਂ ਅੱਖਾਂ ਬੰਦ ਕਰਦਾ ਉਹ 10ਵੇਂ ਪਾਤਸ਼ਾਹ ਫਿਰ ਸਰੂਪ ਅੱਖਾਂ ਅੱਗੇ ਆ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਵੀ ਮੈਂ ਕਰਦਾ ਹਾਂ, ਮੈਨੂੰ ਹੁਣ ਉਸ ਸਰੂਪ ਦਾ ਧਿਆਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਭਾਈ ਮੈਂ ਤਾਂ ਇੱਥੋਂ ਬਹੁਤ ਛੋਟਾ ਹਾਂ, ਮੈਨੂੰ ਤਾਂ ਪਤਾ ਨਹੀਂ, ਮੈਂ ਕੀ ਰਾਏ ਸਲਾਹ ਦੇਣੀ ਹੈ। ਮੈਂ ਕਿਹਾ ਚਲ ਆਪਾਂ ਬਾਬਾ ਹਰਨਾਮ ਸਿੰਘ ਜੀ ਕੋਲ ਚੱਲਦੇ ਹਾਂ। ਬਾਬਾ ਹਰਨਾਮ ਸਿੰਘ ਜੀ ਕੋਲ ਗਏ ਜਦ, ਬਾਬਾ ਜੀ ਨੇ ਜਾਂਦਿਆਂ ਸਾਰ ਘੁੱਟ ਕੇ ਗਲ ਨਾਲ ਲਾ ਲਿਆ, ਕਹਿੰਦੇ ਝਰਨਾਟਾਂ ਛੇੜਤੀਆਂ ਸਿਮਰਨ ਦੀਆਂ। ਪਹਿਲਾਂ ਹੀ ਬਹੁਤ ਕਿਰਪਾ ਸੀ ਮਹਾਰਾਜ ਦੀ। ਕਹਿਣ ਲੱਗੇ ਬਾਬਾ ਜੀ ਇਹ ਜਿਸ ਸਰੂਪ ਦੇ ਦਰਸ਼ਨ ਹੋਏ ਨੇ ਮੈਨੂੰ, ਉਸ ਸਰੂਪ ਦਾ ਧਿਆਨ ਧਰਾਂ ਕਿ ਜਾਂ ਹੋਰ? ਬਾਬਾ ਜੀ ਕਹਿੰਦੇ ਫੋਟੋ ਦਾ ਧਿਆਨ ਨਹੀਂ ਧਰਨਾ ਚਾਹੀਦਾ, ਫੋਟੋ ਤਾਂ ਪਤਾ ਨਹੀਂ ਕਿਵੇਂ ਕਾਲਪਨਿਕ ਹੁੰਦੀ। ਹੁਣ ਜਦ ਤੈਨੂੰ ਭਾਈ ਅਸਲ ਵਿੱਚ ਦਰਸ਼ਨ ਹੋ ਗਏ ਨੇ, ਇਸ ਸਰੂਪ ਨੂੰ ਤਾਂ ਆਪਾਂ ਅਸਲ ਹੀ ਕਹਾਂਗੇ ਨਾ, ਇਸ ਕਰਕੇ ਇਸ ਸਰੂਪ ਦਾ ਧਿਆਨ ਤੂੰ ਕਰ ਸਕਦਾ। ਬ੍ਰਹਮ ਗਿਆਨੀ ਨੇ ਇਸ ਚੀਜ਼ ਦਾ ਫਿਰ ਨਿਰਣਾ ਕਰ ਦਿੱਤਾ। ਆਇਓ ਵਿਰਦਾ ਜਿਹ ਜੀਵਨ ਥੋਰਾ। ਕਿਉਂਕਿ ਉਹ ਬਹੁਤ ਜ਼ਿਆਦਾ ਉਮਰ ਵੱਧ ਗਈ ਤੇ ਬਿਰਧ ਹੈ, ਜੀਵਨ ਬਹੁਤ ਥੋੜਾ ਹੈ। ਬਾਕੀ ਜੀਵਨ ਜਿਹੜਾ ਹੈ ਥੋੜਾ ਜਿਹਾ ਬਾਕੀ ਰਹਿ ਗਿਆ। ਤਾਂ ਹੀ ਉਹ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰੋਂ ਇੱਥੇ ਆਏ ਨੇ, ਕਿਉਂਕਿ ਰਾਏ ਬੁਲਾਰ ਜੀ ਨੇ ਹੁਣ ਸਰੀਰ ਛੱਡ ਦੇਣਾ ਹੈ। ਚਹਿਤ ਕੇ ਸਫਲ ਜਨਮ ਹਵੈ ਮੋਰਾ। ਚਾਹੁੰਦੇ ਨੇ ਕਿ ਮੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜੇ, ਮੈਂ ਜਿੰਨੀ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ ਲਵਾਂ। ਅਸ਼ਟਜਾਮ ਮਨ ਮੈਂ ਲਿਵ ਲਾਗੀ। ਹੁਣ ਕੀ ਹੋਇਆ, 8 ਪਹਿਰ ਗੁਰੂ ਨਾਨਕ ਸਾਹਿਬ ਦੇ ਧਿਆਨ 'ਚ ਹੀ ਜੁੜੇ ਰਹਿੰਦੇ ਨੇ, ਲਿਵ ਲੱਗੀ ਰਹਿੰਦੀ ਹੈ, ਸਿਮਰਨ ਹੁੰਦਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਆਕਾਰ ਹੈ,
ਹੁਣ ਜਿਹੜਾ ਰਾਇਬਲਾਰ ਸਾਹਮਣੇ ਹੈ, ਪਰ ਗੁਰੂ ਨਾਨਕ ਸਾਹਿਬ ਪ੍ਰਕਾਸ਼ ਰੂਪ ਵੀ ਨੇ, ਗੁਰੂ ਨਾਨਕ ਸਾਹਿਬ ਸ਼ਬਦ ਰੂਪ ਵੀ ਨੇ। ਤੇ ਇਹ ਆਕਾਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਬੈਠੇ ਬੈਠੇ ਤਾਂ ਗੁਰੂ ਨਾਨਕ ਦੇਵ ਜੀ ਦਿਖਣ ਲੱਗ ਜਾਂਦੇ ਨੇ, ਬੈਠੇ ਬੈਠੇ ਉਹ ਪ੍ਰਕਾਸ਼ ਰੂਪ ਹੋ ਜਾਂਦੇ ਨੇ, ਬੈਠੇ ਹੀ ਉਹ ਵਿਆਪਕ ਰੂਪ ਵਿੱਚ ਪ੍ਰਕਾਸ਼ ਰੂਪ ਦਿਖਣ ਲੱਗ ਜਾਂਦੇ ਨੇ, ਬੈਠੇ ਬੈਠੇ ਉੱਥੇ ਇੱਕ ਓਂਕਾਰ ਦਿਖਣ ਲੱਗ ਜਾਂਦਾ ਹੈ। ਇਸ ਤਰ੍ਹਾਂ ਇਹ ਝਲਕਾਂ ਪੈਂਦੀਆਂ ਅਭਿਆਸੀਆਂ ਨੂੰ। ਤਾਂ ਮਹਾਰਾਜ ਜਿਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੈ, ਜਿਨ੍ਹਾਂ ਦੇ ਅੰਦਰ ਉਹ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਉਹਨਾਂ ਨੂੰ ਪਤਾ ਹੈ ਕਦੇ ਤਾਂ ਇੱਕ ਓਂਕਾਰ ਹੀ ਦਿਖਦਾ, ਕਦੇ ਮਹਾਰਾਜ ਆਪ ਹੀ ਬੈਠੇ ਦਿਖਦੇ ਨੇ, ਕਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਕਦੇ ਇਕੱਲਾ ਪ੍ਰਕਾਸ਼ ਹੀ ਹੁੰਦਾ ਇੱਥੇ। ਇਹ ਚੀਜ਼ਾਂ ਅਭਿਆਸੀਆਂ ਤਾਂ ਹੀ ਸਾਰੀਆਂ ਨਜ਼ਰ ਆਉਂਦੀਆਂ ਨੇ, ਸੁਣਾਈ ਦੀਆਂ ਤਾਂ ਵੀ ਸ਼ਾਇਦ ਕੋਈ ਹਿੰਮਤ ਕਰ ਲੇ, ਮਾੜੀ ਜੀ ਅਭਿਆਸ ਕਰ ਲੇ, ਉਦਮ ਕਰ ਲੇ, ਉਹ ਦੇਖ ਲਵੇ ਕਿ ਕੀ ਨਜ਼ਾਰੇ ਬਣਦੇ ਨੇ, ਕੀ ਕੌਤਕ ਹੁੰਦੇ ਨੇ, ਸਤਿਗੁਰੂ ਦਾ ਸਰੂਪ ਅਸਲ ਵਿੱਚ ਕੀ ਹੈ। ਸ੍ਰੀ ਗੁਰੂ ਚਰਨ ਕਮਲ ਅਨੁਰਾਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਬਹੁਤ ਹੀ ਪਿਆਰੇ ਨੇ। ਰਾਇਬਲਾਰ ਜੀ ਬਹੁਤ ਪਿਆਰ ਕਰਦੇ ਨੇ। ਇੱਕ ਵਾਸੁਰ ਨਰ ਪਠ ਅਵਨੀਪਾ। ਇੱਕ ਦਿਨ ਰਾਜੇ ਨੇ ਇੱਕ ਬੰਦਾ ਭੇਜਿਆ ਮਹਾਰਾਜ ਕੋਲ। ਕਮਲ ਬਦਨ ਬੁਲਵਾਏ ਸਮੀਪਾ। ਕਮਲ ਬਦਨ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੀਪ ਕੋਲ ਬੁਲਾ ਲਿਆ ਜੀ। ਦੁਆਇ ਕਰ ਬੰਦੇ ਬਿਨੈ ਬਖਾਨੀ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ। ਦੀਨ ਦਿਆਲ ਦਾਸਨ ਗਤ ਦਾਨੀ। ਇਹ ਦੀਨ ਦਿਆਲ ਦਾਸਾਂ ਨੂੰ ਗਤ ਦਾਨੀ, ਗਤ ਕਲਿਆਣ ਦੇ ਦੇਣ ਵਾਲੇ ਜੀ। ਮਮ ਸਰੂਪ ਕੋ ਦੇਹੋ ਬੁਝਾਈ। ਮਹਾਰਾਜ ਜੀ ਇਹ ਤਾਂ ਕਿਰਪਾ ਕਰੋ, ਜਿਹੜਾ ਮੇਰਾ ਸਰੂਪ ਹੈ ਅਸਲ, ਉਹ ਤਾਂ ਮੈਨੂੰ ਦਿਖਾ ਦਿਓ। ਇਹ ਤਾਂ ਬਾਹਰਲਾ ਨਾ, ਬੁੱਢਾ ਹੋ ਗਿਆ, ਇਹ ਤਾਂ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਇਹ ਤਾਂ ਬਦਲਣ ਵਾਲੀ ਚੀਜ਼ ਹੈ, ਪ੍ਰਣੰਗਵਾਦ ਹੈ। ਇਸ ਕਰਕੇ ਮੈਨੂੰ ਵਿਵਰਤਵਾਦ ਤਾਂ ਦਿਖਾਓ, ਉਹ ਜਿਹੜਾ ਨਾ ਬਦਲੇ। ਆਤਮਾ ਸਦਾ ਉਹੀ ਰਹਿੰਦੀ ਹੈ, ਸਰੀਰ ਬਦਲ ਜਾਂਦੇ ਨੇ, ਫਿਰ ਹੋਰ ਮੌਤ ਹੋ ਕੇ ਸਰੀਰ ਨਵਾਂ ਮਿਲ ਜਾਂਦਾ ਹੈ। ਉਹ ਸਰੂਪ ਦਿਖਾਓ ਜਿਹੜਾ ਨਾਸ਼ ਨਹੀਂ ਹੁੰਦਾ ਅੰਦਰਲਾ। ਕਿਰਪਾ ਕਰਕੇ ਉਹ ਮੈਨੂੰ ਜਣਾ ਦਿਓ। ਸਾਖੀ ਚੇਤਨ ਆਤਮਾ ਮੇਰੀ ਭੂਲ ਰਹਿਓ ਜਹ ਸੁਧ ਨਹਿ ਕਾਈ। ਮਹਾਰਾਜ ਉਹ ਮੈਨੂੰ ਭੁੱਲ ਗਿਆ ਸਰੂਪ, ਉਹ ਹੁਣ ਮੈਨੂੰ ਉਹਦੀ ਸੁੱਧ ਨਹੀਂ ਹੈ, ਕਿਉਂਕਿ ਪਿਛਲੇ ਜਨਮਾਂ ਵਿੱਚ ਤਾਂ ਆਪਨੇ ਬੜੀ ਕਿਰਪਾ ਕੀਤੀ ਸੀ, ਜੋ ਮੇਰੇ ਤੇ ਮਿਹਰ ਕੀਤੀ ਹੈ ਪ੍ਰਮਾਤਮਾ। ਹੁਣ ਵੀ ਕਿਰਪਾ ਕਰੋ, ਮੈਨੂੰ ਆਪਣਾ ਅਸਲ ਸਰੂਪ ਦਿਖਾ ਦਿਓ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮੈਂ ਹੋਂ ਕਛ ਜਾਏ ਨਾ ਜਾਣਾ। ਮੈਂ ਕੌਣ ਆ ਇਹ ਨਹੀਂ ਮੈਥੋਂ ਜਾਣਿਆ ਜਾਂਦਾ ਹੈ। ਆਹ ਤਾਂ ਲੋਕ ਮੈਨੂੰ ਰਾਇਬਲਾਰ ਕਹਿੰਦੇ, ਮੇਰੇ ਸਰੀਰ ਨੂੰ ਕਹਿੰਦੇ ਆ ਨਾ, ਪਰ ਮੈਂ ਕੌਣ ਅਸਲ, ਉਹ ਮੈਨੂੰ ਜਣਾ ਦਿਓ ਜੀ। ਵਡਿਓ ਵਿਸੇਖ ਹਿਰਦੈ ਅਗਿਆਨਾ। ਕਿਉਂਕਿ ਮੇਰੇ ਮਨ ਦੇ ਅੰਦਰ ਜੀ ਬਹੁਤ ਅਗਿਆਨ ਵੱਧ ਚੁੱਕਿਆ। ਭਾਵੇਂ ਅਗਿਆਨ ਉੱਥੇ ਹੁਣ ਖਤਮ ਹੋ ਚੁੱਕਿਆ, ਪਰ ਜਿਹੜੀਆਂ ਮਾੜੀਆਂ ਮੋਟੀਆਂ ਉਕਾਈਆਂ ਨੇ ਉਹਦੇ ਲਈ ਇੱਕ ਨਿਮਰਤਾ ਕਿੰਨੀ ਆ। ਇਹ ਰਾਇਬਲਾਰ ਜੀ ਵਿੱਚ ਵੀ ਬੜੀ ਨਿਮਰਤਾ, ਕਾਫੀ ਉੱਚੀ ਅਵਸਥਾ ਦੇ ਮਾਲਕ ਨੇ ਨਾਲੇ, ਪਰ ਆਪਣੇ ਸਤਿਗੁਰੂ ਅੱਗੇ ਕਿਵੇਂ ਬੋਲਣਾ। ਬ੍ਰਹਮ ਗਿਆਨੀ ਹੋ ਕੇ ਵੀ ਬ੍ਰਹਮ ਗਿਆਨੀ ਗੁਰਾਂ ਅੱਗੇ ਕੀ ਕਹਿੰਦਾ, ਮਹਾਰਾਜ ਜੀ ਇਸ ਤੇ ਅਗਿਆਨੀ ਹੈ ਜੀ, ਬੱਚੇ ਤੁਹਾਡੇ ਜੀ ਛੋਟੇ ਜਿਹੇ ਆ ਜੀ। ਭਾਵੇਂ ਸਿੱਖ ਬ੍ਰਹਮ ਗਿਆਨੀ ਹੋ ਜੇ, ਪਰ ਉਹ ਗੁਰੂ ਸਾਹਿਬ ਦੇ ਅੱਗੇ ਤਾਂ ਨਹੀਂ ਵੱਡਾ ਬਣ ਜਾਂਦਾ। ਪਿਤਾ ਤਾਂ ਪਿਤਾ ਹੀ ਰਹਿੰਦਾ, ਪੁੱਤਰ ਪੁੱਤਰ ਹੀ ਰਹਿੰਦਾ, ਪੁੱਤਰ ਭਾਵੇਂ ਕਿੱਡਾ ਹੀ ਹੋ ਜੇ। ਸੋ ਇਸ ਕਰਕੇ ਬਹੁਤ ਨਿਮਰਤਾ ਨਾਲ ਬਾਬਾ ਬੁੱਢਾ ਜੀ ਵੀ ਇਸ ਤਰ੍ਹਾਂ ਹੀ ਮਹਾਰਾਜ ਨੂੰ ਬਚਨ ਕਰਦੇ ਹਨ। ਸੁਮਤ ਕਹਿਤ ਤਮਸਾ ਅਗਿਆਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਜੀ, ਹੁਣ ਮੇਰੇ ਉੱਤੇ ਮਿਹਰ ਕਰੋ, ਮੈਨੂੰ ਜਿਹੜਾ ਉਪਦੇਸ਼ ਦਿਓ। ਸਮਤ ਕਹਿਤ, ਸੋ ਇਸ ਕਰਕੇ ਤਮਸਾ ਅਗਿਆਨਾ, ਆਪ ਜੀ ਮੇਰੇ ਉੱਤੇ ਐਸੀ ਮਿਹਰ ਕਰ ਦਿਓ ਕਿ ਜਿਹੜੇ ਬੁੱਧੀਵਾਨ ਨੇ ਉਹ ਐਸੇ ਹਨ ਕਿ ਮੇਰੇ ਅੰਦਰ ਸਮਤ ਕਹਿਤ ਤਮਸਾ ਅਗਿਆਨਾ, ਇਸ ਤਰ੍ਹਾਂ ਜਿਹੜਾ ਤਾਂ ਹਨੇਰੇ ਵਰਗਾ ਅਗਿਆਨ ਮੇਰੇ ਅੰਦਰ ਤਮਸਾ ਤੋਂ ਭਾਵ ਛਾਇਆ ਹੋਇਆ ਹੈ, ਆਪ ਜੀ ਕਿਰਪਾ ਕਰੋ ਉਹਨੂੰ। ਅਸੀਂ ਅਣਜਾਣ ਜੀਵ ਅਗਿਆਨਤਾ ਨੂੰ ਸਮਤ ਕਹੀ ਜਾਂਦੇ ਹਾਂ, ਸਾਨੂੰ ਇਹ ਨਹੀਂ ਪਤਾ ਸਮਤ ਹੁੰਦੀ ਕੀ ਆ। ਆਹ ਬੜੀ ਡੂੰਘੀ ਗੱਲ ਹੈ ਬਈ, ਅਗਿਆਨਤਾ ਨੂੰ ਹੀ ਅਸੀਂ ਸਮਤ ਕਹੀ ਜਾਂਦੇ ਹਾਂ। ਸੋ ਜਿਵੇਂ ਕੋਈ ਬੰਦਾ ਉਹਨੂੰ ਪਤਾ ਹੀ ਨਾ ਹੋਵੇ ਕਿ ਆਹ ਚੀਜ਼ ਹੈ ਕੀ। ਇਸ ਤਰ੍ਹਾਂ ਜਿਵੇਂ ਕੋਈ ਕਪਾਹ ਦੇ ਖੇਤ ਵਿੱਚ ਖੜਾ ਕਾਫੀ ਵੱਡਾ ਆਦਮੀ ਖੜਾ ਟਾਹਲੀਆਂ ਨੂੰ ਦੇਖੀ ਜਾਵੇ, ਨਾਲ ਸਾਰੇ ਖੜੇ ਨੇ, ਸੀ ਤਾਂ ਮੰਤਰੀ ਉਹ ਖੇਤੀਬਾੜੀ ਦਾ, ਕਹਿੰਦਾ
कपास का पौधा कितना बड़ा होता है, कौन देखे टाली वाल नूं। ਉਹ ਕਹਿੰਦੇ नहीं जनाब, कपास ਵਿੱਚ ਆਪਾਂ खड़े ਇਹ ਤਾਂ टाली है। ਉਹ अच्छा कोई गल नहीं, ठीक है, अच्छा ये कपास ਹੁੰਦੀ है, पता ही नहीं ਵਿਚਾਰੇ ਨੂੰ। ਇਸ ਕਰਕੇ ਇਹ ਜਿਹੜੀ ਚੀਜ਼ ਹੁੰਦੀ ਆ ਨਾ ਦੇਖਣ ਵਾਲੀ, ਅਗਿਆਨਤਾ ਨੂੰ ਆਪਾਂ ਗਿਆਨ ਕਹੀ ਜਾਂਦੇ ਆ, ਇਹੀ ਅਗਿਆਨ ਹੈ। ਜਿੱਦਣ ਗਿਆਨ ਹੋਊਗਾ ਉਦਣ ਕੀ ਹਾਲ ਹੋਊਗਾ ਆਪਣਾ। ਉਹ ਗਿਆਨ ਤਾਂ ਹੋਰ ਚੀਜ਼ ਹੁੰਦੀ ਹੈ, ਇਹੀ ਇੱਕ ਵੱਡੀ ਚੀਜ਼ ਆ ਮਹਾਰਾਜ, ਇਹ ਦੂਰ ਕਰ ਦਿਓ ਜੀ। ਮੈਂ ਨਹਿ ਜਾਣੋ ਤਾਹੇ ਸਮਾਨਾ। हे ਮਹਾਰਾਜ ਸੱਚੇ ਪਾਤਸ਼ਾਹ, ਇਹ ਮੇਰੇ ਤੇ ਕਿਰਪਾ ਕਰ ਦਿਓ, ਮੈਂ ਨਹੀਂ ਜਾਣਦਾ ਉਸ ਨੂੰ ਕਿ ਕਿੰਨਾ ਕੁ ਹੈ ਗਿਆਨ। ਸਿਮਰ ਵੇਖੈ ਤਨ ਸੁਧ ਸਭ ਭਾਨੇ। ਕਿਉਂਕਿ ਹਨੇਰੇ ਵਿੱਚ ਆਪਣੇ ਤਨ ਦੀ ਸਾਰੀ ਜਿਹੜੀ ਹੁੰਦੀ ਆ ਨਾ ਸੋਝੀ ਭਾਨ ਰਹਿੰਦੀ ਹੈ। ਇਹ ਕੀ ਮਤਲਬ, ਹਨੇਰੇ ਵਿੱਚ ਜਦੋਂ ਆਪਾਂ ਖੜੇ ਹੋਈਏ, ਭਾਵੇਂ ਇੰਨਾ ਹਨੇਰਾ ਹੋਵੇ ਆਪਣਾ ਹੱਥ ਵੀ ਨਾ ਦਿਖੇ ਆਪਾਂ ਨੂੰ, ਇਹ ਵੀ ਨਾ ਦਿਖੇ ਕਿ ਕਿੱਥੇ ਕੰਧ ਕੌਲਾ ਕੀ ਚੀਜ਼ ਆ, ਮੰਜਾ ਕਿੱਥੇ, ਕੁਰਸੀ ਕਿੱਥੇ, ਇੰਨਾ ਘੁੱਪ ਗਾੜਾ ਹਨੇਰਾ ਛਾ ਜੇ, ਪਰ ਆਪਦੇ ਸਰੀਰ ਦਾ ਆਪਾਂ ਨੂੰ ਪਤਾ ਰਹਿੰਦਾ, ਆਹ ਮੇਰੇ ਹੱਥ ਨੇ। ਹਨੇਰੇ 'ਚ ਵੀ ਆਪਾਂ ਨੂੰ ਪਤਾ ਮੇਰੇ ਹੱਥ ਨੇ, ਮੇਰੇ ਪੈਰ ਨੇ, ਇਹ ਮੇਰਾ ਸਿਰ ਆ, ਮੇਰੇ ਅੰਦਰ ਦੀ ਆਵਾਜ਼। ਉਦੋਂ ਆਪਾਂ ਸਾਖੀ ਚੇਤਨ ਰੂਪ ਹੁੰਦੇ, ਚਾਰੇ ਪਾਸੇ ਹਨੇਰਾ ਹੋਣ ਕਰਕੇ ਵੀ। ਇਸ ਕਰਕੇ ਹੈ ਕਿ ਹਨੇਰੇ ਦੇ ਹੁੰਦਿਆਂ ਹੋਇਆਂ ਮੈਨੂੰ ਇਹ ਪ੍ਰਤੀਤ ਤਾਂ ਹੁੰਦਾ ਮੈਂ ਕੌਣ ਆ, ਪਰ ਉਹ ਚੀਜ਼ ਸਾਹਮਣੇ ਨਹੀਂ ਆ ਰਹੀ ਮੇਰੇ। ਅਨੰਤ ਪਦਾਰਥ ਜਾਏ ਨਾ ਜਾਣੇ। ਹੋਰ ਜਿਹੜੇ ਪਦਾਰਥ ਨੇ ਹਨੇਰੇ ਵਿੱਚ, ਆਪਣਾ ਸਰੀਰ ਦੇ ਤਾਂ ਗਿਆਨ ਰਹਿੰਦਾ, ਪਰ ਹੋਰ ਪਦਾਰਥਾਂ ਨੂੰ ਬੰਦਾ ਜਾਣ ਨਹੀਂ ਸਕਦਾ। ਭਾਵੇਂ ਹੋਰ ਪਦਾਰਥ ਨਹੀਂ ਦਿਸਦੇ, ਆਪਣਾ ਸਰੀਰ ਪਤਾ ਹੁੰਦਾ ਹੈ ਕਿ ਮੇਰਾ ਕੀ ਸਰੀਰ ਹੈ। ਸੁਧ ਅਗਿਆਨ ਹੈ ਸਰਬ ਗਵਾਈ। ਇਹ ਅਗਿਆਨ ਨੇ ਸਾਰੀ ਸੁਧ ਗਵਾ ਦਿੱਤੀ। ਅਗਿਆਨ ਐਸਾ ਆਇਆ ਹਨੇਰੇ ਵਾਂਗੂ, ਪਰ ਅਗਿਆਨ ਸਾਰੀ ਸੁਧ ਕਿਉਂ ਗਵਾਉਂਦਾ, ਕਿਸ ਪ੍ਰਕਾਰ। ਆਪਣੋ ਆਪ ਨਾ ਜਾਣਿਓ ਜਾਈ। ਆਪਣਾ ਆਪ ਨਹੀਂ ਜਾਣ ਸਕਦਾ ਮੈਂ। ਉਹ ਹਨੇਰੇ 'ਚ ਮੈਨੂੰ ਇਹ ਪਤਾ ਕਿ ਮੈਂ ਆ ਖੜਾ, ਪਰ ਮੇਰਾ ਅੰਦਰਲਾ ਸਰੂਪ ਕੀ ਹੈ ਇਹ ਫੇਰ ਵੀ ਨਹੀਂ ਜਾਣਿਆ ਜਾਂਦਾ। ਇਹ ਜਿਹੜੀ ਮੈਨੂੰ ਚੇਤਨਤਾ ਅੰਦਰ ਇਹ ਜਣਾਉਂਦੀ ਕਿ ਤੂੰ ਤਾਂ ਆ ਖੜਾ, ਬਾਹਰ ਹਨੇਰਾ, ਉਹ ਚੇਤਨਤਾ ਨਹੀਂ ਦਿਖਦੀ ਕਿਹੜੀ ਹੈ। ਉਹ ਪ੍ਰਕਾਸ਼ ਦਿਖਾਓ ਕਿਰਪਾ ਕਰਕੇ। ਜਿਹੜਾ ਮੇਰਾ ਅੰਦਰਲਾ ਗਿਆਨ ਹੈ ਮੈਨੂੰ ਦੱਸ ਰਿਹਾ ਕਿ ਤੂੰ ਹੈ, ਖੜਾ ਹੈ, ਹਨੇਰੇ ਵਿੱਚ ਖੜਾ ਹੈ, ਉਹ ਜਿਹੜਾ ਮੇਰੇ ਅੰਦਰ ਮੈਨੂੰ ਦੱਸਣ ਵਾਲਾ ਸਾਖੀ ਚੇਤਨ ਹੈ, ਉਹ ਦਿਖਾਓ ਕੀ ਆ ਮੇਰਾ ਸਰੂਪ, ਮੈਂ ਅਸਲ ਉਹ ਚੀਜ਼ ਹਾਂ। ਇਹ ਕਿਰਪਾ ਕਰੋ ਜੀ। ਜਾਂ ਤੇ ਤਮ ਜੋ ਸਮ ਨਹਿ ਤਾਂ ਕੇ। ਇਸ ਕਰਕੇ ਆਪ ਕਿਰਪਾ ਕਰੋ। ਇਹ ਜਿਹੜਾ ਜਾਂ ਤੇ ਜਿਹੜਾ ਹੈ ਨਾ ਅਗਿਆਨਤਾ ਜਿਹੜੀ ਆ, ਜਾਂ ਤੇ ਤਮ ਜੋ ਸਮ ਨਹਿ ਤਾਂ ਕੇ। ਇਸ ਕਰਕੇ ਅਗਿਆਨਤਾ ਦਾ ਹਨੇਰਾ ਹੁਣ ਇੱਥੇ ਹੋਰ ਜ਼ਿਆਦਾ ਡੂੰਘਾਈ ਜਾਂਦੇ ਨੇ। ਹਨੇਰਾ ਬਰੋਬਰ ਨਹੀਂ ਹੈ ਉਸ ਅਗਿਆਨ ਦੇ। ਹਨੇਰਾ ਇਹ ਬੜੀ ਡੂੰਘੀ ਚੀਜ਼ ਆ, ਕਿਉਂਕਿ ਇਹ ਜਿਹੀ ਚੀਜ਼ ਹੁੰਦੀ, ਵਿਆਖਿਆ ਕਰਨੀ ਇਹਦੀ ਬਹੁਤ ਔਖੀ ਆ। ਹੁਣ ਕੀ ਕਹਿ ਰਹੇ ਨੇ, ਕਹਿੰਦੇ ਮੈਂ ਜਿਵੇਂ ਹਨੇਰੇ 'ਚ ਖੜਾ ਸੀ, ਹਨੇਰੇ ਵਿੱਚ ਮੈਨੂੰ ਇਹ ਗਿਆਨ ਸੀ ਕਿ ਆਹ ਮੇਰਾ ਸਰੀਰ ਹੈ, ਪਰ ਅਗਿਆਨ ਵਿੱਚ ਹੋਣ ਕਰਕੇ ਇਹ ਨਹੀਂ ਪਤਾ ਲੱਗਦਾ ਕਿ ਆਹ ਮੇਰੀ ਆਤਮਾ ਹੈ। ਅਗਿਆਨ ਹਨੇਰੇ ਨਾਲੋਂ ਵੀ ਲੱਖਾਂ ਗੁਣੇ ਜ਼ਿਆਦੇ ਗੂੜਾ ਹੈ। ਅਗਿਆਨ ਇੰਨਾ ਘੁੱਪ ਹਨੇਰਾ ਹਲੇ ਗਿਆਨ ਦੇ ਜਾਂਦਾ ਹੈ, ਪਰ ਅਗਿਆਨ ਇੰਨਾ ਭੈੜਾ ਕਿ ਹਨੇਰੇ ਨਾਲੋਂ ਵੀ ਲੱਖਾਂ ਗੁਣਾ ਭੈੜਾ, ਜਿਹਦੇ ਕਰਕੇ ਮੈਨੂੰ ਆਪਣਾ ਆ ਜਿਹੜਾ ਅੰਦਰਲਾ ਸਰੂਪ ਆ ਉਹ ਨਹੀਂ ਦਿਖਦਾ। ਬਾਹਰਲੇ ਹਨੇਰੇ ਕਰਕੇ ਮੈਨੂੰ ਬਾਹਰਲੇ ਸਰੀਰ ਦਾ ਗਿਆਨ ਹੈ, ਪਰ ਅੰਦਰਲੇ ਅਗਿਆਨ ਕਰਕੇ ਮੈਨੂੰ ਅੰਦਰਲੇ ਪ੍ਰਕਾਸ਼ ਦਾ ਗਿਆਨ ਨਹੀਂ, ਅੰਦਰਲੇ ਸਰੂਪ ਦਾ ਗਿਆਨ ਨਹੀਂ ਹੈ। ਸਰਬ ਜੀਵ ਦੁਖੀਆਂ ਵਸ ਜਾ ਕੇ। ਇਸ ਕਰਕੇ ਜਿਹੜੇ ਸਾਰੇ ਜਿੰਨੇ ਜੀਵ ਨੇ ਨਾ, ਇਸੇ ਕਰਕੇ ਦੁਖੀ ਨੇ, ਕਿਉਂਕਿ ਉਹਨਾਂ ਨੂੰ ਆਪਣੇ ਅੰਦਰਲੇ ਸਰੂਪ ਦਾ ਅਗਿਆਨਤਾ ਕਰਕੇ ਗਿਆਨ ਨਹੀਂ ਹੁੰਦਾ। ਕਿਉਂਕਿ ਭੂਲ ਗਏ ਉਹ ਗਿਆਨ ਤੇ ਆਪਣੋ ਆਤਮ ਰੂਪ ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਾ ਭੂਪ। ਇਹ ਜਾਣਿਆ ਨਹੀਂ ਜਾਂਦਾ, ਕਿਉਂਕਿ ਬੜੇ ਵਿਸ਼ੇਖ ਹਿਰਦੇ 'ਚ ਗਿਆਨ ਵੱਧ ਜਾਂਦਾ ਹੈ। ਉਹ ਸਮਤ ਕਹਿਤ ਤਮਸਾ ਅਗਿਆਨਾ। ਅਗਿਆਨਤਾ ਜਿਹੜੀ ਹੈ ਇਹ ਸਾਨੂੰ, ਜਿਹੜੀ ਸਾਡੀ ਹੈ ਨਾ ਭਾਵ ਬੁੱਧੀ ਨੂੰ ਦਿੰਦੀ ਹੈ। ਬੁੱਧੀਵਾਨ ਜਿਹੜੇ ਨੇ, ਅਗਿਆਨ ਹਨੇਰੇ ਵਰਗਾ, ਤੋ ਇਸ ਕਰਕੇ ਬੁੱਧੀ ਸਾਡੀ ਦੱਸ ਦਿੰਦੀ ਹੈ ਕਿ ਅਗਿਆਨਤਾ ਕੀ ਚੀਜ਼ ਹੈ, ਹਨੇਰਾ ਕੀ ਚੀਜ਼ ਹੈ। ਪਰ ਬੁੱਧੀ ਜਿਹੜੀ ਹੈ, ਕਿਉਂਕਿ ਇਹ ਹੁਣ ਮਨ ਦੇ ਨਾਲ ਮਿਲੀ ਹੋਈ ਹੈ, ਥੋੜ੍ਹੀ ਜਿਹੀ ਉਲਝੇਵੇਂ ਜਿਹੀ ਵਾਲੀ ਗੱਲ ਆ ਇਹ। ਬੁੱਧੀ ਅਤੇ ਮਨ ਦੋਵੇਂ ਨੇ। ਬੁੱਧੀ ਝੂਠੇ ਪਦਾਰਥਾਂ ਨੂੰ ਨਿਸ਼ਚਲ ਕਰਾ ਕੇ ਮਨ ਨੂੰ ਅਗਿਆਨ ਦੇ ਹਨੇਰੇ ਵਿੱਚ ਰੱਖਦੀ ਹੈ। ਆਤਮਾ
ਆਤਮਾ ਤੇ ਅਨਾਤਮਾ ਦੋ ਚੀਜ਼ਾਂ ਹੁੰਦੀਆਂ ਨੇ। ਆਤਮਾ ਸੱਚੀ ਹੈ, ਅਨਾਤਮਾ ਜਿਹੜੀ ਹੈ ਆ ਝੂਠੇ ਪਦਾਰਥ, ਸਰੀਰ, ਇਹ ਸਾਰਾ ਕੁਝ। ਆਤਮਾ ਪਰਮਾਤਮਾ ਨੂੰ ਜਣਾ ਦਿੰਦੀ ਹੈ, ਬੁੱਧੀ ਮਨ ਨੂੰ ਝੂਠ ਵੱਲ ਲਾ ਦਿੰਦੀ ਹੈ। ਜੇ ਵਿਵੇਕ ਬੁੱਧੀ ਪੈਦਾ ਹੋ ਜੇ ਤਾਂ ਉਹ ਸਹੀ ਗਿਆਨ ਦਿੰਦੀ ਹੈ। ਉਪਦੇਸ਼ਕ ਪ੍ਰਭ ਤੋਹੈ ਸਮਾਨਾ। ਮਹਾਰਾਜ ਸੱਚੇ ਪਾਤਸ਼ਾਹ ਜੋ ਤੁਹਾਡੇ ਵਰਗਾ ਉਪਦੇਸ਼ਕ ਮਿਲ ਜਾਂਦਾ ਹੈ, ਅਵਨੀ ਵਿਖੈ ਨ ਜਾਨੋ ਆਨਾ। ਅਵਨੀ ਦੇ ਵਿੱਚ, ਧਰਤੀ ਦੇ ਵਿੱਚ ਹੋਰ ਕੋਈ ਨਹੀਂ ਹੈ। ਪਿੱਛੇ ਵੀ ਇੱਕ ਚੀਜ਼ ਜਿਹੜੀ ਪਹਿਲਾਂ ਆ ਚੁੱਕੀ ਹੈ, ਇੱਥੇ ਉਹ ਚੀਜ਼ ਨੂੰ ਦੱਸਦੇ ਨੇ ਕਿ ਤੁਹਾਡੇ ਵਰਗਾ ਉਪਦੇਸ਼ਕ ਨਹੀਂ ਹੈ। ਉਪਦੇਸ਼ਕ ਜਿਹੜੇ ਦੁਨੀਆ 'ਚ ਨੇ ਉਹ ਪਤਾ ਕੀ ਕਹਿੰਦੇ ਨੇ? ਸਮੱਤ ਕਹਿਤ ਤਮਸਾ ਅਗਿਆਨਾ। ਜੇ ਸਮੱਤੀਵਾਨ ਬੁੱਧੀਵਾਨ ਬੰਦੇ ਨੇ ਉਹ ਘੁੱਪ ਗਾੜੇ ਹਗੇ ਹਨੇਰੇ ਨੂੰ, ਅਗਿਆਨ ਨੂੰ ਹੀ ਗਿਆਨ ਕਹੀ ਜਾਂਦੇ ਆ, ਹਨੇਰੇ ਨੂੰ। ਇਸ ਕਰਕੇ ਇਹ ਚੀਜ਼ ਜਿਹੜੀ ਆ ਤੁਸੀਂ ਦੱਸ ਸਕਦੇ ਹੋ। ਭੁੱਲ ਰਹੇ ਹੋ ਜੇ ਸੁੱਧ ਨਾ ਕਾਈ, ਉਹ ਭੁੱਲ ਜਾਂਦੇ ਨੇ, ਇਹਨਾਂ ਕਿਸੇ ਪ੍ਰਕਾਰ ਦੀ ਸੁੱਧ ਨਹੀਂ ਹੁੰਦੀ। ਮੈਂ ਨਾ ਜਾਣੋ ਤਾਹੇ ਸਮਾਨਾ, ਪਰ ਮੈਂ ਉਹਨੂੰ ਉਹਦੇ ਸਮਾਨ ਨਹੀਂ ਜਾਣਦਾ। ਉਹ ਤਾਂ ਕਹਿੰਦੇ ਆ ਗਿਆਨ ਅਲੱਗ ਚੀਜ਼ ਹੈ। ਭਾਵ ਕਹਿਣ ਦਾ ਇਹ ਹੈ ਕਿ ਜਿਹੜਾ ਬਾਹਰਲਾ ਹਨੇਰਾ ਹੈ ਉਹਨੂੰ ਜਿਹੜੇ ਬੁੱਧੀਵਾਨ ਲੋਕ ਨੇ ਉਹ ਇਹ ਪ੍ਰਮਾਣ ਦਿੰਦੇ ਨੇ ਕਿ ਆਹ ਜਿਵੇਂ ਹਨੇਰਾ ਹੁੰਦਾ ਇਸ ਤਰ੍ਹਾਂ ਗਿਆਨ ਹੁੰਦਾ। ਰਾਏ ਬਲਾਰ ਜੀ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਨੇ, ਪਰ ਮੈਂ ਇਹ ਕਹਿਣਾ ਕਿ ਹਨੇਰੇ ਵਿੱਚ ਤਾਂ ਸਰੀਰ ਦਾ ਗਿਆਨ ਹੁੰਦਾ ਹੈ, ਪਰ ਅਗਿਆਨ ਵਿੱਚ ਫਿਰ ਆਤਮਾ ਦਾ ਗਿਆਨ ਕਿਉਂ ਨਹੀਂ ਹੁੰਦਾ? ਜੇ ਹਨੇਰੇ ਵਰਗਾ ਹੀ ਗਿਆਨ ਕਹਿਣਾ ਸੀ, ਇਹਦਾ ਮਤਲਬ ਹਨੇਰਾ ਹਲੇ ਚੰਗਾ ਹੈ, ਪਰ ਅਗਿਆਨ ਤਾਂ ਇੰਨਾ ਭੈੜਾ ਕਿ ਆਪਣੇ ਆਤਮਿਕ ਸਰੂਪ ਦਾ ਗਿਆਨ ਹੋਣ ਹੀ ਨਹੀਂ ਦਿੰਦਾ। ਕਿਰਪਾ ਸਿੰਧ ਕਰਨਾ ਅਬ ਕੀਜੈ। ਇਹ ਕਿਰਪਾ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਹੁਣ ਸਾਡੇ ਉੱਤੇ ਕਿਰਪਾ ਕਰੋ ਜੀ। ਮਮ ਸਰੂਪ ਸਮਝਾਏ ਸੋ ਦੀਜੈ। ਕਿਉਂਕਿ ਇਹ ਤੁਸੀਂ ਹੀ ਹੋ ਜਿਹੜੇ ਮੈਨੂੰ ਅਗਿਆਨ ਵਿੱਚ ਹੋਏ ਨੂੰ ਮੇਰੇ ਸਰੂਪ ਦੀ ਜਾਣਕਾਰੀ ਦਓਗੇ, ਅੰਦਰਲੇ ਦੀ। ਮੈਨੂੰ ਅੰਦਰ ਦਿਖਾ ਦਿਓ ਮਹਾਰਾਜ। ਮੈਂ ਬਹੁਤ ਆਪਣੇ ਸਰੂਪ ਨੂੰ ਜਦ ਤੱਕ ਨਹੀਂ ਦੇਖਦਾ, ਆਤਮਾ ਨੂੰ ਨਹੀਂ ਦੇਖਦਾ, ਆਤਮਾ ਪਰਮਾਤਮਾ ਨੂੰ ਨਹੀਂ ਦੇਖਦਾ, ਉਦੋਂ ਤੱਕ ਜ਼ਿੰਦਗੀ 'ਚ ਆਇਆ ਹੋਇਆ ਮੈਂ ਆਪਣੇ ਆਪ ਨੂੰ ਸਫਲਾ ਨਹੀਂ ਸਮਝਦਾ ਜੀ। ਤੁਮ ਕਰਨਾ ਤੇ ਮੁਝ ਜਗ ਆਸਾ। ਆਪ ਦੀ ਕਿਰਪਾ ਨਾਲ ਜਿਹੜੀ ਮੇਰੀ ਚਾਹਨਾ ਹੈ ਨਾ ਮਨ ਦੀ, ਬਦੀ ਹਿਰਦੇ ਮਹਿ ਅਦਕ ਪਿਆਸਾ। ਬਹੁਤ ਮਨ ਦੇ ਅੰਦਰ ਮੇਰੇ ਪਿਆਸ ਵੱਧ ਚੁੱਕੀ ਹੈ। ਲੱਖ ਅਧਿਕਾਰ ਗਿਆਨ ਕੋ ਦਾਨਾ। ਮੈਨੂੰ ਮਹਾਰਾਜ ਕਿਰਪਾ ਕਰਕੇ ਜੇ ਅਧਿਕਾਰੀ ਜਾਣੋ ਤਾਂ ਗਿਆਨ ਦਾ ਦਾਨ ਬਖਸ਼ਿਸ਼ ਕਰ ਦਿਓ। ਕਿਉਂਕਿ ਹੁਣ ਦੇ ਯੁੱਗ ਵਿੱਚ ਜੇ ਆਪਾਂ ਦੇਖੀਏ ਅਧਿਕਾਰੀ ਹੈ ਹੀ ਨਹੀਂ ਕੋਈ ਬੰਦਾ, ਗਿਆਨ ਲੈਣ ਦਾ ਅਧਿਕਾਰੀ ਨਹੀਂ। ਕਿਉਂ ਕਿ ਹੁਣ ਉਨੀ ਯੋਗਤਾ ਹੀ ਨਹੀਂ ਕੋਈ ਰੱਖਦਾ। ਲੋਕੀ ਕਹਿਣਗੇ ਕੋਈ ਬ੍ਰਹਮ ਗਿਆਨੀ ਨੂੰ ਦਰਸ਼ਨ ਕਰਾਓ। ਕੀ ਕਰੋਗੇ? ਬ੍ਰਹਮ ਗਿਆਨੀ ਦਰਸ਼ਨ ਤਾਂ ਤੁਸੀਂ ਕਰ ਲਿਓ, ਉੱਥੇ ਜਾ ਕੇ ਸੰਭਾਲ ਨਹੀਂ ਸਕਦੇ ਆਪਣੇ ਆਪ ਨੂੰ, ਨਾ ਉਹਨਾਂ ਦੇ ਆਪਾਂ ਕਾਬਲ ਆ। ਇਹ ਚੀਜ਼ ਵੀ ਦੇਖਣ ਵਾਲੀ, ਮੇਰਾ ਭਾਂਡਾ ਵੀ ਕਾਮਯਾਬ ਹੈ, ਉਹਨਾਂ ਮੈਂ ਕਰ ਵੀ ਲਊਂਗਾ, ਸੰਭਾਲ ਵੀ ਲਊਂਗਾ। ਉਹਨਾਂ ਨਾਲ ਕਿਤੇ ਰਹਿਣਾ ਸੌਖਾ ਨਹੀਂ ਹੁੰਦਾ, ਬਹੁਤ ਔਖਾ ਹੁੰਦਾ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਬ੍ਰਹਮ ਗਿਆਨੀ ਨਾਲ ਰਹਿਣਾ ਬਹੁਤ ਔਖਾ। ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਨੂੰ ਪਲਟਾ ਮਾਰ ਦਿੰਦੇ ਆ, ਕਿਹੜੀ ਗੱਲ ਕਰ ਦਿੰਦੇ ਆ। ਉਹ ਗੱਲ ਨੂੰ ਇੱਕਦਮ ਕੈਚ ਕਰਨਾ ਦਿਮਾਗ ਨੂੰ ਮੁਸ਼ਕਲ ਹੋ ਜਾਂਦਾ ਵੀ ਕੀ ਕਹਿੰਦੇ ਨੇ, ਕੋਈ ਸਮਝ ਲੱਗਦੀ ਨਹੀਂ ਗੀ। ਇਸ ਕਰਕੇ ਉਹ ਜਿਹੜੇ ਬਚਨ ਕਰਦੇ ਹੁੰਦੇ ਬ੍ਰਹਮ ਗਿਆਨੀ, ਜਿਹੜੇ ਬਚਨ ਸਤਿਗੁਰੂ ਕਰਦੇ ਨੇ, ਇਹ ਬਚਨਾਂ ਨੂੰ ਸਮਝਣਾ ਬਹੁਤ ਔਖਾ ਹੈ। ਜੇਕਰ ਕਰੋ ਮੋਰ ਕਲਿਆਣਾ। ਜੋ ਆਪ ਜੀ ਕਿਰਪਾ ਕਰੋ ਮੈਨੂੰ ਅਧਿਕਾਰੀ ਜੇ ਜਾਣੋ ਸੱਚੇ ਪਾਤਸ਼ਾਹ। ਮੈਂ ਨਹੀਂ ਕਹਿੰਦਾ ਮੈਂ ਅਧਿਕਾਰੀ ਹਾਂ ਬ੍ਰਹਮ ਗਿਆਨ ਦਾ, ਇਹ ਵੀ ਇੱਕ ਬੜੀ ਨਿਮਰਤਾ ਵਾਲੀ ਗੱਲ ਹੈ। ਨਹੀਂ ਤਾਂ ਮੇਰੇ ਵਰਗਾ ਖੜ ਕੇ ਮਹਾਰਾਜ ਨੂੰ ਕਹਿੰਦੇ ਬ੍ਰਹਮ ਗਿਆਨ ਦਿਓ ਜੀ, ਮਹਾਰਾਜ ਹੱਸਦੇ ਨੇ, ਉਹ ਮਿੱਟੀ ਦੀਆਂ ਕਿਣਕਿਆ, ਇੰਨੇ 1000 ਵੋਲਟ ਸਹਾਰ ਲੇਗਾ, ਉਹੀ ਉੱਡ ਜਾਏਗਾ, ਐਵੇਂ ਮੰਗਦਾ ਬ੍ਰਹਮ ਗਿਆਨ। ਤਾਂ ਤੇ ਆਪਾਂ ਨਹੀਂ ਕਹਿਣਾ ਮਹਾਰਾਜ ਨੂੰ ਮੈਨੂੰ ਬ੍ਰਹਮ ਗਿਆਨ ਦਿਓ, ਆਪਾਂ ਕਹਿਣਾ ਮੈਨੂੰ ਦੇਖ ਲਓ, ਜੇ ਮੈਂ ਝੱਲ ਲੂੰਗਾ ਤਾਂ ਦਿਓ। ਫਿਰ ਹੋਰ ਹੀ ਉਹਦੀ ਪਹਿਲਾਂ ਸਾਖੀ ਸੁਣਾਈ ਸੀ, ਉਹ ਅੰਤਰਜਾਮ ਤਾਂ ਲਿਆਇਆ ਸੀ, ਫਿਰ ਮੁੜ ਕੇ ਆਇਆ ਸੀ। ਇਹੀ ਬਹਾਦਰਪੁਰ ਵਾਲੇ ਮਹਾਂਪੁਰਖਾਂ ਕੋਲੇ ਉਹ ਤਾਂ ਗੁਪਤੀ ਰਹਿੰਦੇ ਆ, ਮਿਲਦੇ ਵੀ ਨਹੀਂ ਕਿਸੇ ਨੂੰ। ਉਹਨਾਂ ਕੋਲ ਚਲੀ ਗਈ ਸੀ ਇੱਕ ਵਾਰ ਥੋੜੀ ਜਿਹੀ ਸੰਗਤ ਪਟਿਆਲੇ ਦੀ। ਇੱਕ ਜਣਾ ਕਹੇ ਜੀ ਬੜੇ ਚਿਰ ਹੋ ਗਿਆ ਜੀ ਮੈਂ ਪਾਠ ਕਰਦਾ, ਐ ਕਰ ਨਾਮਦਾਨ ਬਖਸ਼ੋ। ਮਹਾਂਪੁਰਖ ਹੱਸ ਕੇ ਕਹਿੰਦੇ ਨਾਮਦਾਨ ਕੋਈ ਨਹੀਂ, ਹੌਲੀ ਹੌਲੀ ਅਭਿਆਸ ਕਰੀਏ, ਭਾਂਡਾ ਬਣਾ ਪਹਿਲਾਂ ਆਪਣਾ। ਨਹੀਂ ਜੀ ਨਾਮਦਾਨ ਬਸ। ਸੰਗਤ ਵੀ ਵਿੱਚੋਂ
ਜਿਹੜੇ ਸਿਫਾਰਸ਼ੀ ਜੇ ਹੁੰਦੇ ਨੇ, ਨਹੀਂ ਦੋ ਜੀ ਤਾਂ ਬੜਾ ਭਗਤ ਆਦਮੀ, ਰੋਜ਼ ਗੁਰਦੁਆਰੇ ਜਾਂਦਾ ਜੀ। ਰੋਜ਼ ਗੁਰਦੁਆਰੇ ਜਾਣ ਨਾਲ ਭਾਂਡਾ ਨਹੀਂ ਬਣ ਜਾਂਦਾ। ਇਸ ਤਰ੍ਹਾਂ ਬੜੀ ਮਿਹਨਤ ਹੁੰਦੀ ਹੈ ਉਹਦੇ 'ਚ ਵੀ। ਜੇ ਗਿਆ ਤੇ ਮੱਥਾ ਟੇਕ ਕੇ ਮੁੜ ਆਇਆ ਤੇ ਉੱਥੇ ਸੇਵਾ ਨਾ ਕੀਤੀ, ਭਜਨ ਨਾ ਕੀਤਾ, ਉਹ ਗਾਂ ਦੀ ਗਾਂ ਦੇਖਣਾ ਪੈਂਦਾ। ਕਹਿੰਦੇ ਦਿਓ ਜੀ ਨਾਮਦਾਨ, ਦਿਓ ਜੀ। ਕਹਿੰਦੇ ਸੰਭਾਲ ਲੇਗਾ? ਕਹਿੰਦੇ ਹਾਂ ਜੀ ਸੰਭਾਲ ਲੂੰਗਾ। ਆਹ ਦੇਖੋ ਰਾਏ ਬਲਾਰ ਜੀ ਘੱਟੋ ਘੱਟ ਨਹੀਂ ਤਾਂ 6ਵੀਂ ਭੂਮਿਕਾ ਦੇ ਮਾਲਕ ਨੇ, 7ਵੀਂ ਮੰਗਣੀ ਇਹਨਾਂ ਨੇ। 6ਵੀਂ ਭੂਮਿਕਾ ਦਾ ਮਾਲਕ ਕਹਿੰਦਾ ਜੀ ਦੇਖ ਲਓ ਜੀ, ਜੇ ਮੈਂ ਸੰਭਾਲ ਦੂੰ ਤਾਂ ਦਿਓ ਮੈਨੂੰ ਜੀ ਗਿਆਨ, ਕਿਤੇ ਬ੍ਰਹਮ ਗਿਆਨ ਸੰਭਾਲੇ ਹੀ ਨਾ ਜਾਵੇ ਮੈਥੋਂ। ਉਹ ਕਹਿੰਦਾ ਸੰਭਾਲ ਲਾਂਗੇ ਜੀ, ਦੇ ਦਿਓ, ਜਿਵੇਂ ਉਹੀ ਹੁੰਦਾ। ਮਹਾਂਪੁਰਖ ਕਹਿੰਦੇ ਚੰਗਾ ਮਿਲ ਜਾਏਗਾ। ਚਲਿਆ ਗਿਆ। ਉਹ ਹਫ਼ਤੇ ਕੁ ਬਾਅਦ ਟਰੱਕ ਜਿਹਾ ਲੈ ਕੇ ਫੇਰ ਆ ਗਏ, 20-25 ਜਾਣੇ। ਕਹਿੰਦੇ ਬਾਬਾ ਜੀ ਉਹ ਬੰਦਾ ਨਹੀਂ ਲੱਭਦਾ ਜੀ। ਕਹਿੰਦੇ ਕੀ ਹੋ ਗਿਆ? ਕਹਿੰਦੇ ਪਤਾ ਨਹੀਂ ਟਰੱਕ 'ਚੋਂ ਕਿਹੜੇ ਵੇਲੇ ਉਤਰਿਆ, ਮਸਤੂਆਂ ਨੇ ਮੱਥਾ ਟੇਕਣ ਗਏ ਸੀ, ਫਿਰ ਉਹ ਫਿਰ ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ। ਕਹਿੰਦੇ ਇੱਥੇ ਪਿੰਡਾਂ 'ਚ ਦੇਖੋ, ਕਿਤੇ ਘੁੰਮ ਘੁਮਾ ਕੇ ਫਿਰਦਾ ਹੋਣਾ ਕਿਤੇ। ਜਾਂ ਪਿੰਡਾਂ 'ਚ ਦੇਖਿਆ ਸਿਰ 'ਚ ਹੋਰ ਹੀ ਵਾਲ ਜੇ ਖਿਲਾਰੇ ਹੋਏ, ਕੱਪੜੇ ਪਾਟੇ, ਸੋਝ ਹੀ ਨਾ। ਨਾਮ ਨੂੰ ਸੰਭਾਲਣਾ ਬਹੁਤ ਔਖਾ। ਇਹ ਗੱਲਾਂ ਆਮ ਜਿਹੜੇ ਅਗਿਆਨੀ ਜੇ ਲੋਕ ਨੇ ਉਹਨਾਂ ਨੂੰ ਤਾਂ ਭਾਉਂਦੀਆਂ ਨਹੀਂ। ਉਹ ਕਹਿਣਗੇ ਇਹ ਕਿੱਦਾਂ ਹੋ ਸਕਦਾ। ਤੁਸੀਂ ਵੀ ਦੇਖ ਲਿਓ, ਜੇ ਕਰੰਟ ਮਾਰਿਆ ਤੁਹਾਨੂੰ ਪਰਮਾਤਮਾ ਨੇ, ਦੇਖ ਲਿਓ ਕੀ ਚੀਜ਼ ਹੁੰਦੀ ਹੈ। ਉਸ ਵਕਤ ਜਦੋਂ ਨਾਂ ਸੰਭਾਲਿਆ ਗਿਆ, ਫੜ ਕੇ ਉੱਥੇ ਲਿਆਏ, ਉਹਦੇ ਟੱਬਰ ਸਾਰਾ ਰੋਵੇ, ਮਹਾਰਾਜ ਇਹ ਨਾਮਦਾਨ ਵਾਪਸ ਲੈ ਲਓ, ਸਾਨੂੰ ਨਹੀਂ ਚਾਹੀਦਾ, ਸਾਡੇ ਤਾਂ ਨਿਆਣੇ ਰੁੱਲ ਜਾਣਗੇ। ਮਹਾਂਪੁਰਖ ਹੱਸ ਕੇ ਕਹਿੰਦੇ ਉਹ ਤੁਸੀਂ ਨਾ ਪਹਿਲਾਂ ਤਾਂ ਬੜੀਆਂ ਫਾਕੜੀਆਂ ਮਾਰਦੇ ਹੋ, ਨਾਮਦਾਨ ਬਖਸ਼ੋ ਨਾ, ਹੁਣ ਨਾਲੇ ਕਹੇ ਸੀ ਮੈਂ ਸੰਭਾਲ ਲੂੰ, ਹੁਣ ਸੰਭਾਲ ਲਿਆ ਇਹਨੇ। ਕਹਿੰਦੇ ਮੈਂ ਬਹੁਤ ਕਿਹਾ ਨਾ ਬਈ ਨਾ। ਕਹਿੰਦੇ ਹੁਣ ਸੰਗਤ ਦਾ ਬਚਨ ਮੈਂ ਮੋੜ ਨਹੀਂ ਸੀ ਸਕਿਆ, ਇਸ ਕਰਕੇ ਨਾਮਦਾਨ ਤਾਂ ਲੈਣਾ ਠੀਕ ਆ, ਉਹ ਤਾਂ ਉਹਨਾਂ ਨੂੰ ਦੇਣ ਨੂੰ ਸਕਿੰਟ ਵੀ ਨਹੀਂ ਲੱਗਦਾ, ਪਰ ਭਾਂਡਾ ਤਿਆਰ ਕਰਨਾ ਹੁੰਦਾ। ਜੇ ਭਾਂਡਾ ਤਿਆਰ ਹੀ ਨਹੀਂ, ਜੇ ਬੱਚਾ ਹਲੇ 5 ਸਾਲ ਦਾ ਜਾਂ 5 ਮਹੀਨਿਆਂ ਦਾ, ਤੇ 5 ਮਹੀਨੇ ਦੇ ਬੱਚੇ ਨੂੰ ਕਹੀਏ ਕਿ ਇਹਨੂੰ ਜੀ ਹੁਣ ਡਾਕਟਰ ਬਣਾ ਦਿਓ ਜੀ, 5 ਮਹੀਨੇ ਦੇ ਬੱਚਾ ਕੋਈ ਡਾਕਟਰ ਬਣ ਜਾਂਦਾ ਹੁੰਦਾ? ਜਾਂ 5 ਸਾਲ ਦਾ ਨਿਆਣਾ ਤਾਂ ਪਹਿਲੀ 'ਚ ਹੁੰਦਾ ਹਲੇ। ਇਸ ਕਰਕੇ ਸੰਸਾਰ ਦੇ ਲੋਕ ਵੀ ਬਸ ਅੰਮ੍ਰਿਤ ਛਕਿਆ, ਮਹੀਨੇ 2 ਮਹੀਨੇ ਬਾਣੀ ਪੜ੍ਹੀ, ਲਿਆਓ ਜੀ ਬ੍ਰਹਮ ਗਿਆਨ। ਬ੍ਰਹਮ ਗਿਆਨ ਤਾਂ ਕਈ ਜਨਮਾਂ ਦੀ ਖੇਡ ਹੈ। ਧੰਨ ਬਾਬਾ ਰਾਏ ਬਲਾਰ ਜੀ ਕਹਿੰਦੇ ਨੇ ਜੇ ਮੈਂ ਅਧਿਕਾਰੀ ਹਾਂ ਤਾਂ ਮੈਨੂੰ ਨਾਮਦਾਨ ਬਖਸ਼ ਦਿਓ ਜੀ। ਅਸ ਪ੍ਰਕਾਰ ਕੇ ਸੁਣ ਕਰ ਬਾਣੀ। ਆਏ ਜੀ ਬਾਣੀ ਸੁਣ ਕੇ ਨਾ ਨਿਮਰਤਾ ਵਾਲੀ ਬਹੁਤ ਖੁਸ਼ ਹੋਏ ਸੱਚੇ ਪਾਤਸ਼ਾਹ ਵੀ ਇਹ ਹੁੰਦਾ ਸਿੱਖ। ਦੇਖੋ ਇੰਨੀ ਉੱਚੀ ਅਵਸਥਾ ਦਾ ਮਾਲਕ ਹੋ ਕੇ ਵੀ ਬਹੁਤ ਨਿਮਰਤਾ ਦੀ ਹੱਦ ਹੈ। ਜਿਵੇਂ ਚੌਥੇ ਪਾਤਸ਼ਾਹ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਭੱਟਾ ਨੇ ਕਿਹਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖਿਆ ਵਿਖਾਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਲੇਖਾ ਕਥਾ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦੇ ਹੀ ਨਹੀਂ, ਇਹ ਕੌਣ ਨੇ, ਕਿੱਡੇ ਕੁ ਵੱਡੇ ਨੇ। 10ਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ, 10 ਸਰੂਪਾਂ ਬਾਰੇ ਆਪਾਂ ਨੂੰ ਚਾਨਣ ਨਹੀਂ ਹੈ। ਆਪਾਂ ਸਮਝਦੇ ਹੋ ਆਪਣੇ ਵਰਗੇ ਹੀ ਨੇ, ਆਮ ਮਨੁੱਖ ਨੇ। ਜਿਵੇਂ ਕੋਈ ਪ੍ਰੋਫੈਸਰ ਕਹਿੰਦੇ ਸੀ, ਕਹਿੰਦੇ ਲੋਕ ਖਿੱਚ ਕੇ ਥੱਲੇ ਨੂੰ ਮਹਾਰਾਜ ਨੂੰ ਥੱਲੇ ਨਹੀਂ ਲਿਆਉਂਦੇ, ਮੇਰੇ ਕੱਦ ਜਿੱਡਾ ਹੋ ਜਾ ਤੂੰ। ਇਹ ਨਹੀਂ ਦੇਖਦੇ ਕਿ ਉਹਨਾਂ ਦਾ ਕੱਦ ਕਿੱਡਾ, ਸੱਚੇ ਪਾਤਸ਼ਾਹ ਦਾ ਉਹ ਕਿੰਨੇ ਮਹਾਨ ਨੇ, ਉਹਨਾਂ ਨੂੰ ਥੱਲੇ ਨੂੰ ਕਰਦੇ ਆ, ਆਮ ਸਧਾਰਨ ਮਨੁੱਖ ਬਣਾ ਲੈਂਦੇ ਨੇ। ਉਹ ਤਾਂ ਸਮਰੱਥਾ ਹੁੰਦਿਆਂ ਹੋਇਆਂ ਚੁੱਪ ਕਰ ਜਾਂਦੇ ਵੀ ਇਹਨਾਂ ਨੂੰ ਕੀ ਕਹਿਣਾ। ਇਸ ਕਰਕੇ ਰਾਏ ਬਲਾਰ ਨੂੰ ਜਦੋਂ ਦੇਖਿਆ ਇੰਨੀ ਸ਼ਰਧਾ, ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋ ਗਏ। ਬਿਨੈ ਦੀਨਤਾ ਮਹਿ ਜੋ ਜਾਸਾਨੀ। ਦੀਨਤਾ ਵਿੱਚ ਮਿਲੀ ਹੋਈ, ਜਿਹੜੀ ਸਾਨੀ ਤੋਂ ਭਾਵਨਾ ਮਿਲੀ ਹੋਈ ਬੇਨਤੀ ਜਦੋਂ ਕੀਤੀ, ਦੀਨਤਾ ਵਾਲੀ, ਗਰੀਬੀ ਵਾਲੀ, ਨਿਮਰਤਾ ਵਾਲੀ। ਦੇਨ ਗਿਆਨ ਕੀ ਮਤ ਤਿਹ ਤਾਈ। ਉਹਨੂੰ ਗਿਆਨ ਦੀ ਮਤ ਦੇਣ ਵਾਸਤੇ ਉਦਿਤ ਭਏ ਸ੍ਰੀ ਗੁਰ ਜਗ ਸਾਈ। ਤਿਆਰ ਹੋ ਗਏ ਮਹਾਰਾਜ। ਇਉਂ ਫਿਰ ਹੁਣ ਮਹਾਰਾਜ ਕਹਿੰਦੇ ਵੀ ਠੀਕ ਹੈ, ਭਾਂਡਾ ਠੀਕ ਹੈ, ਭਾਂਡੇ 'ਚ ਜੇ ਗਿਆਨ ਪਾ ਦਈਏ ਸਾਂਭ ਲਵੇਗਾ ਇਹ, ਸਾਂਭਣ ਯੋਗ। ਜਦੋਂ 7ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ੀ, 8ਵੇਂ ਪਾਤਸ਼ਾਹ ਕਈ ਜਾਣੇ ਆ ਗਏ, ਲਓ ਮਹਾਰਾਜ ਇਹ ਨਿਆਣਾ ਛੋਟੀ ਉਮਰ ਹੈ, 5 ਸਾਲ ਦਾ ਨਿਆਣਾ ਗੁਰਤਾ ਗੱਦੀ। ਤਾਂ ਉਹ ਜਿਹੜੇ ਐਡਾ ਵੱਡਾ ਰਾਮ ਰਾਏ ਹੈ ਉਹਨੂੰ ਗੱਦੀ ਦਿੱਤੀ ਤੁਸੀਂ। ਮਹਾਰਾਜ ਕਹਿੰਦੇ ਸਾਨੂੰ ਸਭ ਪਤਾ, ਇਹ ਧੁਰਾਂ ਤੋਂ ਹੁਕਮ ਹੈ ਰਾਮ ਰਾਏ ਦਾ। ਇਹ ਜਿਹੜਾ ਗੁਰਤਾ ਗੱਦੀ ਦਾ ਭਾਰ ਚੱਕ ਨਹੀਂ ਸਕੇਗਾ, ਕਿਉਂਕਿ ਗੁਰਤਾ ਗੱਦੀ ਦਾ ਭਾਰ ਇੰਨਾ ਜ਼ਿਆਦਾ ਹੈ। 84 ਲੱਖ ਜੂਨ ਨੂੰ ਰੋਜੀ ਰੋਟੀ ਦੇਣੀ ਹੁੰਦੀ ਗੁਰਤਾ ਗੱਦੀ ਦੇ ਮਾਲਕ ਨੇ, ਦੇ ਲਵੇਗਾ ਰਾਮ ਰਾਏ। ਤੇ ਸਾਰੇ ਚੁੱਪ ਹੋ ਗਏ।
ਸਤਿਗੁਰੂ ਕਹਿੰਦੇ ਤੁਸੀਂ ਮੈਨੂੰ ਸਮਝਾਉਣ ਆਏ ਹੋ, ਨਾਲੇ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਹਾਂ, ਤੇ ਉਲਟਾ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਰਹੇ ਹੋ, ਤੇ ਤੁਸੀਂ ਗੁਰੂ ਬਣ ਗਏ। ਸਤਿਗੁਰੂ ਸਭ ਜਾਣਦੇ ਨੇ ਵੀ ਕਿਹਨੂੰ ਕੀ ਦੇਣਾ ਹੈ। ਠੀਕ ਆ, ਰੌਲਾ ਪਾ ਲੈਂਦੇ ਆਪਾਂ ਮਹਾਰਾਜ ਨਾਲ, ਮੈਨੂੰ ਇੰਨੇ ਸਾਲ ਹੋ ਗਏ ਜੀ, ਹੁਣ ਪ੍ਰਕਾਸ਼ ਨਹੀਂ ਹੋਇਆ, ਕਿਰਪਾ ਨਹੀਂ ਹੋਈ, ਆਹ ਨਹੀਂ ਹੋਇਆ। ਮਹਾਰਾਜ ਜਾਣਦੇ ਤੂੰ ਸੰਭਾਲਿਆ ਨਹੀਂ ਜਾਣਾ। ਸਤਿਗੁਰੂ ਸਭ ਜਾਣਦੇ ਨੇ ਇਹ ਭਾਰ ਨਹੀਂ ਚੱਕ ਸਕੇਗਾ ਹਲੇ। ਜੇ ਇਹਨੂੰ ਮਾੜੀ ਜਿਹੀ ਸ਼ਕਤੀ ਦੇਤੀ, ਇਹਨੇ ਕਈਆਂ ਦੀਆਂ ਲੱਤਾਂ ਤੋੜ ਦੇਣੀਆਂ, ਕਈਆਂ ਦੇ ਘਰ ਢਾਹ ਦੇਣੇ। ਇਹਨੇ ਤਾਂ ਸ਼ਕਤੀ ਜੇ ਆ ਜੇ ਬੰਦੇ 'ਚ, ਬੰਦਾ ਕਹਿੰਦਾ ਪਹਿਲਾਂ ਗੁਆਂਢੀਆਂ ਨੂੰ ਠੀਕ ਕਰੀਏ, ਦੂਜੇ ਦੀ ਲੱਤ ਤੋੜੀ ਆ ਉਹਦਾ ਆਹ ਕਰੀਏ। ਇਹ ਸ਼ਕਤੀ ਮਿਲ ਗਈ ਇੱਕ ਸਿੱਖ ਨੂੰ। ਉਸ ਵਕਤ ਭਾਈ ਗੋਦੜੀਆ ਜੀ ਹੁੰਦੇ ਪੰਜਵੇਂ ਪਾਤਸ਼ਾਹ ਵੇਲੇ, ਸ਼ਕਤੀ ਤਾਂ ਆ ਗਈ, 25 ਪਾਠ ਜਪਜੀ ਸਾਹਿਬ ਦੇ ਕਰਦਾ, ਉਹ ਥੋੜਾ ਜਿਹਾ ਛੱਡ ਦਿੰਦੇ ਸੀ ਫਿਰ ਮੂੰਹ ਚੋਂ ਬਚਨ, ਉਹ ਕੰਟਰੋਲ ਨਹੀਂ ਸੀ ਕਰਦੇ ਇਸ ਗੱਲ ਦਾ, ਜਾਂ ਤੁਰੇ ਜਾਣ। ਉਸ ਵਕਤ ਇੱਕ ਜੱਟ ਜ਼ਿਮੀਂਦਾਰ ਨੇ ਝੱਲਾ ਜਿਹਾ ਤੁਰਿਆ ਜਾਂਦਾ, ਕਮਲਾ ਜਿਹਾ, ਉਹ ਇਹੀ ਜਿਹੀ ਕੰਬਲੀ ਜਿਹੀ ਰੱਖਦੇ ਹੁੰਦੇ ਉੱਤੇ। ਉਸ ਵਕਤ ਰਸਤੇ ਜੱਟ ਜ਼ਿਮੀਂਦਾਰ ਕਹਿੰਦਾ ਇੱਧਰ ਆ ਬਈ, ਪ੍ਰਸ਼ਾਦਾ ਪਾਣੀ ਛਕਿਆ ਕਿ ਨਹੀਂ? ਕਹਿੰਦੇ ਪ੍ਰਸ਼ਾਦਾ ਛਕਾਊਂਗਾ, ਆਹ ਛਿਟੀਆਂ ਪੱਟਦੇ ਹਾਂ ਅਸੀਂ, ਛਿਟੀਆਂ ਪੱਟ। ਉਹਨੇ ਸੋਚਿਆ ਚੱਲ ਇਹਨੂੰ ਕੰਮ ਲਾਉਂਦੇ ਆ। ਸੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜਾ, ਸੋ ਜੰਤ ਮਹਾ ਮਹਾ ਹਥਿਆਰਿਆ। ਉਹ ਕਹਿੰਦਾ ਇਹਨੂੰ ਵਰਤ ਲਓ, ਗੁਰਸਿੱਖ ਵਿਹਲਾ ਹੀ ਤੁਰਿਆ ਫਿਰਦਾ। ਉਹ ਰੰਗਿਆ ਹੋਇਆ ਸੀ, ਜਦ ਛਿਟੀਆਂ ਪੱਟ ਰਿਹਾ ਪੜਦਾ, ਉਹ ਲੰਘਿਆ ਜਾਂਦਾ, ਮਹਾਂਪੁਰਖ ਛਿਟੀਆਂ ਪੱਟਣ ਲਾਏ ਹੋਏ ਨੇ ਜੱਟ ਨੇ। ਕਹਿੰਦੇ ਭਾਈ ਸਾਹਿਬ ਜੀ ਇਹ ਕੀ ਕਰਦੇ ਹੋ? ਕਹਿੰਦੇ ਜੱਟ ਦੀਆਂ ਜੜ੍ਹਾਂ ਪੱਟਦਾ। ਬਸ ਬੋਲਤੀ ਗੱਲ, ਜੜ੍ਹਾਂ ਹੀ ਪੱਟਦੀਆਂ ਸਾਰੀਆਂ। ਇਸ ਤਰੀਕੇ ਨਾਲ ਗਾਹਾਂ ਫੇਰ ਕਿਸੇ ਨੇ ਕੰਮ ਲਾ ਲਏ। ਉਸ ਵਕਤ ਜਦ ਇਸਤਰੀ ਨੇ ਦੇਖਿਆ ਦਹੀਂ ਥੋੜਾ ਲਿਆਂਦਾ ਰੋਟੀ ਨਾਲ, ਉਹਨੇ ਦੇਖਿਆ ਵੀ ਇਹ ਕਮਲਾ ਜਿਹਾ ਬਿਠਾਇਆ ਹੋਇਆ ਕੋਈ ਲਾਗੇ, ਵੀ ਤਾਂ ਕਿੰਨੀਆਂ ਰੋਟੀਆਂ ਖਾਊਗਾ। ਉਹਨੇ ਖਾਸੀਆਂ ਸਾਰੀਆਂ ਮਿਰਚਾਂ ਪਾ ਦਿੱਤੀਆਂ ਦਹੀਂ 'ਚ, ਕਹਿੰਦੀ ਆਪੇ ਥੋੜਾ ਲਾਲਾ ਖਾਊਗਾ। ਜਦ ਪਹਿਲੀ ਬੁਰਕੀ ਪਾਈ, ਮੂੰਹ ਮੱਚਿਆ, ਕਹਿੰਦਾ ਮਾਈ ਤੈਨੂੰ ਸੱਪ ਲੜੇ, ਤੂੰ ਅੱਜ ਮਿਰਚਾਂ ਪਾ ਦਿੱਤੀਆਂ। ਉੱਥੇ ਹੀ ਸੱਪ ਨਿਕਲਿਆ, ਲੜ ਗਿਆ ਤੇ ਮਾਈ ਚੜਾਈ ਕਰ ਗਈ। ਬਟ ਕੰਟਰੋਲ ਕਰਨਾ ਪੈਂਦਾ ਮੂੰਹ ਤੇ, ਜ਼ੁਬਾਨ ਤੇ, ਸ਼ਕਤੀ ਤੇ। ਜੇ ਕੰਟਰੋਲ ਨਹੀਂ, ਫਿਰ ਪੰਜਵੇਂ ਪਾਤਸ਼ਾਹ ਨਾਰਾਜ਼, ਕਹਿੰਦੇ ਉਹ ਗੱਲ ਸੁਣ, ਜੇ ਇੰਨੀ ਤਾਕਤ ਹੈ ਤੇ ਐਂ ਲੋਕ ਮਾਰਨੇ, ਮੂੰਹ ਚੋਂ ਕਿਉਂ ਬਚਨ ਕੱਢਦਾ ਹੁੰਦਾ? ਇਸ ਕਰਕੇ ਸਤਿਗੁਰੂ ਦੇਖੋ ਕਿੰਨੇ ਦਰਿਆ ਦਿਲ ਨੇ। ਦੁਨੀਆ ਬਹੁਤ ਕੁਛ ਕਰਦੀ, ਪਰ ਮਹਾਰਾਜ ਕਿਸੇ ਨੂੰ ਕੁਛ ਨਹੀਂ ਕਹਿੰਦੇ। ਹੌਲੀ ਹੌਲੀ ਆਪਦੀਆਂ ਗਲਤੀਆਂ ਨਾਲ ਬੰਦਾ ਆਪੇ ਤਾਂ ਭਾਵੇਂ ਮਰ ਜੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਛੇਤੀ ਕੀਤਿਆਂ ਕਿਸੇ ਦੇ ਉੱਤੇ ਇਸ ਤਰ੍ਹਾਂ ਨਹੀਂ ਕਰਦੇ ਬਚਨ। 5 ਸਰੂਪਾਂ ਤੱਕ ਤੇ ਸ਼ਾਂਤੀ ਸਰੂਪ ਰੱਖਿਆ, ਤੱਤੀ ਤਵੀ ਤੱਕ ਬੈਠ ਕਰਕੇ ਵੀ ਸ਼ਾਂਤੀ ਰੱਖਿਆ। ਫੇਰ ਜਾ ਕੇ 6ਵੇਂ 'ਚ ਖੰਡਾ ਫੜਿਆ, ਫੇਰ ਸੋਧਾ ਲਾਇਆ, ਫਿਰ 7ਵੇਂ ਸ਼ਾਂਤ, 8ਵੇਂ ਸ਼ਾਂਤ, 9ਵਿਆਂ ਨੇ ਸ਼ਾਂਤ ਸਰੂਪ ਰਹਿ ਕੇ ਹੀ ਸੀਸ ਦੇ ਦਿੱਤਾ। ਫਿਰ ਹੁਕਮ ਹੋਇਆ ਅਕਾਲ ਪੁਰਖ ਦਾ, ਬਸ ਕਰੋ ਹੁਣ, ਸ਼ਾਂਤੀ ਬਥੇਰੀ ਹੋ ਗਈ। ਫਿਰ 10ਵਿਆਂ ਨੇ ਖੰਡਾ ਖੜਕਾ ਦਿੱਤਾ। ਇਸ ਕਰਕੇ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਇਹ ਤਾਕਤਾਂ ਲੈਣੀਆਂ, ਫਿਰ ਸੰਭਾਲ ਕੇ ਰੱਖਣੀਆਂ। 9ਵੇਂ ਪਾਤਸ਼ਾਹ ਨੂੰ ਭਾਈ ਮਤੀ ਦਾਸ ਕਹਿਣ ਲੱਗੇ ਮੈਨੂੰ ਹੁਕਮ ਕਰੋ, ਮੈਂ ਉਡਾ ਦਿਆਂ ਦਿੱਲੀ ਲਾਹੌਰ ਸਭ ਉਡਾ ਦਿਆਂ, ਇੱਟ ਐਂ ਖੜਕਾ ਦਿਆਂ, ਧਰਤੀ ਪੁੱਠੀ ਕਰ ਦਿਆਂ। ਮਹਾਰਾਜ ਨੇ ਸੋਚਿਆ ਮੇਰੀ ਗੇਮ ਖਰਾਬ ਕਰੂਗਾ, ਮੈਂ ਸ਼ਹੀਦੀ ਦੇ ਕੇ ਇਹਨਾਂ ਦਾ ਭਗਤੀ ਤਪ ਖਤਮ ਕਰਨਾ ਸਾਰਾ, ਕਿਤੇ ਇਹ ਨਾ ਕਿ ਸ਼ਹੀਦੀ ਰੋਕ ਦੇਵੇ। ਇਹ ਕਰਾਮਾਤ ਦਿਖਾਉਣ ਨੂੰ ਕੀ ਸੀ। ਮਹਾਰਾਜ ਨੇ ਅੰਗੂਠਾ ਫੜਿਆ ਹੱਥ ਦਾ, ਆ ਦੇਖਾਂ ਤਾਂ ਅੰਗੂਠਾ ਫੜਿਆ। ਮਹਾਰਾਜ ਨੇ ਇਉਂ ਖਿੱਚ ਲਈ ਸਾਰੀ ਸ਼ਕਤੀ, ਜਿਵੇਂ ਆਪਾਂ ਪਾਈਪ ਜਿਹਾ ਲਾ ਕੇ ਸੋਡਾ ਪੀ ਜਾਂਦੇ ਸਾਰਾ ਹੀ। ਬਸ ਨਿੰਮੂ ਵਾਂਗੂ ਨਿਚੋੜਤਾ ਮਹਾਰਾਜ ਨੇ। ਕਹਿੰਦੇ ਹੁਣ ਕਰ ਸਕਦਾ? ਕਹਿੰਦੇ ਮਹਾਰਾਜ ਹੁਣ ਤਾਂ ਤੁਰਨ ਦੀ ਵੀ ਸ਼ਕਤੀ ਨਹੀਂ ਰਹੀ ਸੱਚੇ ਪਾਤਸ਼ਾਹ। ਕਹਿੰਦੇ ਤੁਸੀਂ ਸਾਰਾ ਕੁਝ ਵਾਪਸ ਲੈ ਲਿਆ। ਕਹਿੰਦੇ ਗੱਲ ਸੁਣ, ਮੈਂ ਇਹ ਖੇਡ ਕਰਨੀ ਹੈ, ਮੈਂ ਸ਼ਹੀਦੀ ਦੇਣੀ ਆ, ਇਹਨਾਂ ਪਾਪੀਆਂ ਤੋਂ ਪਾਪ ਕਰਵਾਉਣਾ ਹੈ। ਇਹ ਤਾਂ ਤਪ ਬਹੁਤ ਹੈ ਨਰੰਗੇ ਦਾ ਪਿਛਲਾ, ਉਹ ਤਪ ਤਾਂ ਨਾਸ ਹੋਣਾ, ਇਹ ਸਾਨੂੰ ਸ਼ਹੀਦ ਕਰੇਗਾ, ਇਹ ਸਾਨੂੰ ਸ਼ਹੀਦ ਕਰੇਗਾ, ਇਹਦੀ ਪਿਛਲੀ ਕਮਾਈ ਖਤਮ ਹੋ ਜਾਣੀ ਆ, ਫਿਰ ਇਹਨਾਂ ਤੁਰਕਾਂ ਦਾ ਨਾਸ ਹੋ ਜਾਣਾ ਆਪਣੇ ਆਪ ਹੀ। ਤੇ ਤੂੰ ਵਿੱਚ ਇਹ ਕੰਮ ਨਹੀਂ ਕਰੀਦੇ ਹੁੰਦੇ। ਜਦ ਸਮੁੰਦਰ ਸ਼ਾਂਤ ਬੈਠਾ, ਇੱਕ ਨਿੱਕੀ ਜਿਹੀ ਬੂੰਦ ਕਿਵੇਂ ਛਾਲਾਂ ਮਾਰਦੀ ਫਿਰਦੀ, ਮਾੜੀ ਜਿਹੀ ਤਾਕਤ ਕਾਹਦੀ ਆ ਗਈ, ਸਮਝ ਗਿਆ ਨਾ? ਕਹਿੰਦੇ ਹਾਂ ਮਹਾਰਾਜ, ਵਾਪਸ ਲੈ ਲਾ, ਫੜ ਆਪਣੀ ਤਾਕਤ, ਅਸੀਂ ਕੀ ਕਰਨੀ ਹੈ, ਸਾਰੀ ਕਮਾਈ ਫੇਰ ਮੋੜ ਦਿੱਤੀ। ਇਸ ਕਰਕੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਕਤ ਲੈ ਲਓ, ਪਰ ਥੋਤੋਂ ਸੰਭਾਲੀ ਨਹੀਂ ਜਾਣੀ। ਸੰਭਾਲਣ ਵਾਲਾ ਜਿਹੜਾ ਉਹ ਹੋਰ ਹੀ ਹੁੰਦਾ। ਤਾਂ ਸਤਿਗੁਰੂ ਮਹਾਰਾਜ ਅੱਗੇ ਉਪਦੇਸ਼ ਕਰਨਗੇ। ਦੋਹਰਾ
ਸ੍ਰੀ ਗੁਰ ਪਗ ਸੋਭਾ ਬਿਮਲ ਪਿੰਜਰ ਸਰ ਪਹਿਚਾਨ। ਹੁਣ ਕਵੀ ਜੀ ਕਹਿੰਦੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਇੱਥੇ ਸਿਰਫ ਸ੍ਰੀ ਗੁਰੂ ਲਿਖਿਆ, ਭਾਵ ਉਹ ਇੱਕੋ ਹੀ ਜੋਤ ਜੋ ਦਸਾਂ ਸਰੂਪਾਂ 'ਚ ਗੁਰੂ ਗ੍ਰੰਥ ਸਾਹਿਬ ਵਰਦੀ ਆ, ਉਹ ਜਿਹੜੀ ਜੋਤ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੀ ਉਜਲ ਸੋਭਾ ਜਿਹੜੀ ਮਾਨੋ ਮੋਤੀ ਮਾਲਾ ਦਾ ਪਿੰਜਰਾ ਹੈ। ਮਨ ਖੰਜਨ ਤਹਿ ਪਾਏ ਕੈ ਕਹੋ ਕਥਾ ਗੁਣ ਖਾਨ। ਮੈਂ ਆਪਣੇ ਮਨ ਰੂਪੀ ਖੰਜਨ ਹੁੰਦਾ ਮਮੋਲੇ ਨੂੰ ਉਹ 'ਚ ਪਾ ਕੇ ਹੁਣ ਹੋਰ ਕਥਾ ਜੋ ਗੁਣਾਂ ਦੀ ਖਾਣ ਹੈ ਕਹਿੰਦਾ, ਅਥਵਾ ਕਹਿਣ ਤੋਂ ਭਾਵ ਕਿ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਦੀ ਹੋਰ ਕਥਾ ਵਰਣਨ ਕਰਦਾ ਹਾਂ, ਕਿਉਂਕਿ ਕਥਾ ਗੁਰੂ ਨਾਨਕ ਦੇਵ ਜੀ ਦੀ, ਇਸ ਕਰਕੇ ਸ੍ਰੀ ਗੁਰ ਪਗ ਸੋਭਾ ਇੱਥੇ ਗੁਰੂ ਨਾਨਕ ਦੇਵ ਜੀ ਲਈ ਕਹਿਣਗੇ। ਚੌਪਈ ਸੁਨਤ ਬੇਨਤੀ ਕਰੀ ਜੋ ਰਾਉ। ਜਦੋਂ ਬੇਨਤੀ ਕੀਤੀ ਰਾਏ ਬਲਾਰ ਜੀ ਨੇ ਬੇਨਤੀ ਸੁਣੀ ਹੈ। ਬੋਲੇ ਸ੍ਰੀ ਗੁਰ ਮਿਰਦਲ ਸੁਭਾਉ। ਮ੍ਰਿਦਲ ਤੋਂ ਭਾਵ ਕੋਮਲ ਸੁਭਾਅ ਵਾਲੇ ਗੁਰੂ ਨਾਨਕ ਦੇਵ ਜੀ ਬਚਨ ਬੋਲੇ। 43ਵਾਂ ਪ੍ਰਸੰਗ ਆਪਣਾ ਪ੍ਰਾਰੰਭ ਹੋ ਚੁੱਕਿਆ। ਇਹ ਚਰਨ ਕਮਲ ਮੰਗਲ ਪਹਿਲਾਂ ਕੀਤਾ, ਗਿਆਨ ਦਾ ਉਪਦੇਸ਼ ਤੁਲਸਾਂ ਦਾਸੀ ਨੂੰ ਤਾਰਨਗੇ ਇਹਦੇ 'ਚ। ਓ ਪੂਵਤ ਤੁਮ ਆਪਨ ਹੰਤਾ। ਇਹ ਰਾਜਨ ਤੂੰ ਜਿਹੜੀ ਹੈ ਨਾ ਆਪਣੇ ਅੰਦਰ ਹੰਤਾ ਹੈ, ਤੇਰੇ ਅੰਦਰ ਇਹ ਜਿਹੜੀ ਤੇਰੇ ਅੰਦਰ ਬਸੀ ਹੋਈ ਹੈ ਆਪਣੀ। ਕਿਹ ਮੈਂ ਧਰੀ ਕਹੋ ਵਿਰਤੰਤਾ। ਤੂੰ ਆਪਣੀ ਹੰਗਤਾ ਕਾਹਦੇ 'ਚ ਧਾਰਨ ਕੀਤੀ ਹੋਈ ਹੈ, ਕਿਹੜੀ ਚੀਜ਼ ਦੀ ਹੰਗਤਾ ਤੈਨੂੰ? ਤੁਰਕ ਜਨਮ ਮਮ ਦੀਨ ਦਿਆਲਾ। ਇੱਥੇ ਹੁਣ ਉਹਨੇ ਭਰਮ ਮਹਾਰਾਜ ਨੇ ਦੂਰ ਕਰਨਾ, ਕਹਿੰਦਾ ਮਹਾਰਾਜ ਇਹ ਹੰਗਤਾ ਇਉਂ ਹੈ ਵੀ ਇੱਕ ਤਾਂ ਜਿਹੜਾ ਮੇਰਾ ਜਨਮ ਹੈ ਨਾ ਇਹ ਤੁਰਕਾਂ ਦੇ ਘਰੇ ਹੋਇਆ ਸੱਚੇ ਪਾਤਸ਼ਾਹ ਜੀ। ਆਰਬਲਾ ਬਿਰਦ ਮਮ ਸਿਤ ਵਾਲਾ। ਫਿਰ ਜਿਹੜੀ ਮੇਰੀ ਹੈ ਨਾ ਆਯੂ ਉਮਰ, ਉਹ ਮੇਰੇ ਚਿੱਟੇ ਵਾਲ ਹੋ ਗਏ ਨੇ, ਉਮਰ ਵੱਡੀ ਹੋ ਗਈ ਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਉਮਰ ਵੱਡੀ ਹੋ ਗਈ, ਸਿਰ ਦੇ ਕੇਸ ਚਿੱਟੇ ਹੋ ਗਏ ਆ। ਚਰਮ ਸਿਥਲ ਮੈਂ ਨਿਰਮਲ ਹੋਆ। ਔਰ ਢਿੱਲਾ ਹੋ ਗਿਆ ਮੇਰਾ ਸਰੀਰ, ਢਿਲਕ ਗਿਆ ਔਰ ਮੈਂ ਕਮਜ਼ੋਰ ਜਿਹਾ ਹੋ ਗਿਆ, ਬੁੜਾ ਹੋ ਗਿਆ। ਆਪਣਾ ਸਰੂਪ ਦੱਸ ਰਿਹਾ ਮਹਾਰਾਜ, ਕਹਿੰਦੇ ਤੂੰ ਆਪਣੇ ਆਪ ਨੂੰ ਕੀ ਸਮਝਦਾ? ਉਹ ਦੱਸ ਰਿਹਾ ਮੈਂ ਜੋ ਆਪਣੇ ਆਪ ਸਮਝਦਾ ਵੀ ਮੈਂ ਤੁਰਕਾਂ ਦੇ ਘਰੇ ਜਨਮ ਲਿਆ, ਮੈਂ ਬੁੱਢਾ ਹੋ ਗਿਆ, ਚਿੱਟੇ ਵਾਲ ਹੋ ਗਏ, ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੈ ਬਾਤਾ, ਸਰੀਰ ਢਲਕ ਗਿਆ, ਕਮਜ਼ੋਰ ਜਿਹਾ, ਮੈਂ ਆਪਣੇ ਆਪ ਨੂੰ ਇਹ ਸਮਝਦਾ ਹਾਂ ਜੀ। ਕੰਪਤ ਸਿਰ ਮੈਂ ਵਿਸਿਆਨ ਭੋਇਓ। ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰਾ ਸਿਰ ਕੰਬਦਾ ਹੈ ਬਜ਼ੁਰਗ ਹੋਣ ਕਰਕੇ, ਔਰ ਵਿਸ਼ਿਆਂ ਦੇ ਵਿੱਚ ਮੈਂ ਮਿਲਿਆ ਹੋਇਆ ਹਾਂ। ਮਾਂ ਬੰਤਾ ਮੇਰੇ ਸੁਤਨਾਤੇ। ਆ ਮੇਰੇ ਜਿਹੜਾ ਹੈ ਬੰਤਾ ਇਸਤਰੀ ਆ ਮੇਰੇ ਪੁੱਤਰ ਹੈ, ਇਹ ਮੇਰੇ ਪੋਤਰੇ ਨੇ। ਮਮ ਸੋਦਰੇ ਮੇਰੇ ਗਿਆਤੀ। ਇਹ ਮੇਰੇ ਸੋਦਰ ਹੁੰਦੇ ਨੇ, ਭਰਾ ਨੇ, ਇਹ ਮੇਰੇ ਸ਼ਰੀਕ ਭਰਾ ਨੇ, ਗਿਆਤੀ ਤੋਂ ਭਾਵ। ਨਾਮ ਬੁਲਾਰ ਵਿਖੈ ਮਮ ਹੰਤਾ। ਮੇਰੀ ਹੰਤਾ ਕਿੱਥੇ ਆ? ਹੰਕਾਰ ਪੁਣਾ ਕੀ? ਮੈਂ ਰਾਏ ਬੁਲਾਰ ਹਾਂ, ਬਸ ਮੈਂ ਜਿਉਂ ਜੰਮਿਆ ਮੇਰੇ ਘਰਦਿਆਂ ਨਾਂ ਰੱਖਿਆ, ਉਹ ਤੈਨੂੰ ਪਤਾ ਨਹੀਂ ਮੈਂ ਰਾਏ ਬੁਲਾਰ ਹਾਂ। ਆਪਣੇ ਆਪ ਨੂੰ ਰਾਏ ਬੁਲਾਰ ਹੀ ਸਮਝੀ ਜਾਂਦਾ ਮੈਂ, ਤੁਰਕਾਂ ਦੇ ਘਰ ਮੇਰਾ ਜਨਮ ਹੋਇਆ, ਇਸ ਕਰਕੇ ਮੈਂ ਜੀ ਆਪਣੇ ਆਪ ਨੂੰ ਇਹ ਸਮਝਦਾ ਰਾਏ ਬੁਲਾਰ। ਬਸ ਇਹਦੀ ਹੰਗਤਾ ਹੋਈ ਜਾਂਦੀ ਹੈ, ਰਾਤ ਦਿਨ ਮੈਂ ਇਹੀ ਸਮਝਦਾ ਮੈਂ ਰਾਏ ਬੁਲਾਰ। ਇਹ ਹੰਕਾਰ ਹਰੇਕ ਮਨੁੱਖ ਨੂੰ ਆਪਣੇ ਨਾਂ ਦਾ, ਜਾਤੀ ਦਾ, ਆਪਣੇ ਹਰ ਚੀਜ਼ ਦਾ ਹੰਕਾਰ ਹੋ ਜਾਂਦਾ ਹੈ। ਸੰਬੰਧਨ ਮੈਂ ਲਖੋ ਇਦੰਤਾ। ਇਸ ਕਰਕੇ ਜਾਣਦਾ ਕਿ ਇਸ ਪ੍ਰਕਾਰ ਜਿਹੜਾ ਨਾ ਇਹਨਾਂ ਸੰਬੰਧਾਂ ਦੇ ਵਿੱਚ ਮੈਂ ਹੰਗਤਾ ਕਰਦਾ ਹਾਂ। ਇਹ ਭੂਵਤ ਇਹ ਤਨ ਕੇ ਧਰਮਾ। ਮਹਾਰਾਜ ਕਹਿਣ ਲੱਗੇ ਸੁਣ ਮੇਰੀ ਗੱਲ, ਇਹ ਜਿਹੜੇ ਹੁੰਦੇ ਨਾ ਸਾਰੀਆਂ ਚੀਜ਼ਾਂ, ਜਨਮ ਲੈਣਾ ਕਿਸੇ ਦੇ ਘਰ ਵੀ, ਕਿਸੇ ਜਾਤ ਗੋਤ ਪਾਤ ਵਿੱਚ, ਫਿਰ ਇਹ ਬੱਚਾ, ਫਿਰ ਜਵਾਨੀ, ਫਿਰ ਬੁਢੇਪਾ ਹੋਣਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੂੰ ਕਹਿ ਰਿਹਾ ਨਾ, ਇਹ ਸਰੀਰ ਦਾ ਧਰਮ ਹੈ। ਬੁੱਢੇ ਹੋਣ ਤੱਕ, ਮੌਤ ਹੋਣ ਤੱਕ, ਇਹ ਤਾਂ ਸਰੀਰ ਦਾ ਧਰਮ ਹੈ। ਆਪ ਅਰੂਪੇ ਭਾਵ ਭਰਮਾ। ਸਰੀਰ ਵਿੱਚ ਇਹ ਤੁਸੀਂ ਭਰਮ ਆਪ ਹੀ ਲਾਏ ਨੇ, ਆਪ ਹੀ ਚਮੇੜੀਆਂ ਹੋਈਆਂ ਗੱਲਾਂ ਨੇ ਇਹ। ਸਰੀਰ ਤਾਂ ਸਾਰਿਆਂ ਦੇ ਇੱਕੋ ਜੀ, ਪਰ ਸਰੀਰ ਦੇ ਨਾਂ ਜਿਹੜਾ, ਨਾਂ ਦੀ ਹੰਗਤਾ, ਜਾਤ ਦੀ ਹੰਗਤਾ, ਗੋਤ ਦੀ ਹੰਗਤਾ, ਪੈਸੇ ਦੀ ਹੰਗਤਾ, ਇਹਦੀ ਹੰਗਤਾ ਲਾ ਦੇ। ਕਾਹਦੇ ਲਈ ਰੱਖਿਆ ਹੋਇਆ ਹੈ? ਤੂੰ ਨਾ ਸਮਝ ਕੇ ਮੈਂ ਤੁਰਕ ਹਾਂ, ਤੂੰ ਨਾ ਸਮਝ ਕੇ ਮੈਂ ਰਾਏ ਬੁਲਾਰ ਹਾਂ, ਤੂੰ ਨਾ ਸਮਝ, ਆਪੇ ਹੀ ਸਮਝੀ ਜਾਂਦਾ ਤੇ ਆਪੇ ਹੀ ਹੰਗਤਾ ਲਾਈ ਫਿਰਦਾ ਆਪਣੇ ਆਪ ਨੂੰ। ਜਨਮ ਮਰਨ ਦੁੱਖ ਤਨ ਕੇ ਮਾਹੀ। ਇਹ ਜਨਮ ਤੇ ਮਰਨ ਦਾ ਦੁੱਖ ਸਰੀਰ ਕਰਕੇ, ਸਰੀਰ ਜੰਮਦਾ, ਸਰੀਰ ਮਰਦਾ, ਆਤਮਾ ਤਾਂ ਉੱਥੇ ਹੀ ਰਹਿੰਦੀ ਹੈ। ਬਾਲਕ ਤਰਨ ਬਿਰਧ ਤੂੰ ਨਾਹੀ। ਦੇਖ ਤੂੰ ਜਿਹੜਾ ਤੇਰਾ ਅਸਲ ਸਰੂਪ ਹੈ ਨਾ ਅੰਦਰਲਾ, ਉਹ ਨਾ ਤਾਂ ਤੂੰ ਉਹ ਸਰੂਪ ਜੋ ਆਤਮਾ ਹੈ, ਨਾ ਤਾਂ ਉਹ ਬਾਲਕ ਹੈ, ਨਾ ਉਹ ਜਵਾਨ ਹੈ,
ਨਾ ਉਹ ਬੁੱਢਾ ਹੈ, ਨਾ ਇਹੋ ਬੁੱਢਾ, ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਜਿਹੜੀ ਆਤਮਾ ਹੈ ਇਹ ਕਦੇ ਜਵਾਨ ਬੁੱਢੀ ਜਾਂ ਆਤਮਾ ਇਸ ਤਰ੍ਹਾਂ ਨਹੀਂ ਕਰਦੀ। ਆਤਮਾ ਸਿਰਫ ਇੱਕੋ ਹੀ ਸਰੂਪ, ਇੱਕੋ ਹੀ ਚੀਜ਼ ਹੈ। ਉਹ ਆਤਮਾ ਪ੍ਰਕਾਸ਼ ਰੂਪ ਹੈ ਸਾਡੇ ਅੰਦਰ। ਉਹ ਆਤਮਾ ਹੀ ਸਾਨੂੰ ਗਿਆਨ ਦਿੰਦੀ ਹੈ ਸਾਰੇ ਪ੍ਰਕਾਰ ਦਾ। ਖਾਕ ਬਾਦ ਆਤਸੈ ਆਵ ਨਾਬ। ਹੁਣ ਜਿਹੜੀਆਂ ਬਾਕੀ ਚੀਜ਼ਾਂ ਨੇ, ਤੱਤ ਨੇ ਸਾਰੇ, ਮਿੱਟੀ ਹੈ, ਹਵਾ ਹੈ, ਅਗਨੀ ਹੈ, ਪਾਣੀ ਹੈ, ਆਕਾਸ਼ ਹੈ, ਪੰਜ ਭੂਤ ਇਹ ਜੜ ਜਾਨੋ ਸਭ। ਇਹ ਜਿਹੜੇ ਪੰਜ ਤੱਤ ਨੇ, ਭੂਤ ਤੋਂ ਭਾਵ ਤੱਤ, ਇਹ ਆਪ ਖਾਕ ਜਿਨ ਬੰਦ ਰਹਾਈ। ਇਸ ਕਰਕੇ ਉਹ ਸਾਰੇ ਜਿਹੜੇ ਤੱਤ ਨੇ, ਹੁਣ ਮਿੱਟੀ 'ਚ ਕਿਤੇ ਜਾਨ ਹੁੰਦੀ, ਹਵਾ 'ਚ ਕਿਤੇ ਜਾਨ ਹੈ, ਅੱਗ 'ਚ ਕਿਤੇ ਜਾਨ ਹੈ, ਪਾਣੀ ਤਾਂ ਆਕਾਸ਼ ਵਿੱਚ ਕਿਤੇ ਜਾਨ ਹੈ। ਇਹ ਪੰਜ ਤੱਤ ਪ੍ਰਮਾਤਮਾ ਜਦ ਬਣਾਏ ਸੀ, ਇਹ ਜੜ ਸੀਗੇ ਉਸ ਵਕਤ, ਐਕਟੀਵੇਟ ਨਹੀਂ ਸੀਗੇ। ਜਿਵੇਂ ਫੋਨ ਲੈ ਲੈਂਦੇ ਆ, ਕਹਿੰਦੇ 48 ਘੰਟੇ 24 ਚ 12 ਚ ਐਕਟੀਵੇਟ ਹੋਊਗਾ। ਪਹਿਲਾਂ ਤਾਂ ਪੱਥਰ ਜਿਹਾ ਹੀ ਆਪਣੇ ਕੋਲੇ, ਕੁਝ ਵੀ ਨਹੀਂ ਹੁੰਦਾ ਉਹਦੇ 'ਚ। ਜਦੋਂ ਐਕਟੀਵੇਟ ਹੋ ਜਾਂਦਾ ਉਹੀ ਚੱਲਣ ਲੱਗ ਜਾਂਦਾ, ਕਨੈਕਸ਼ਨ ਹੋ ਜਾਂਦਾ ਉਹਦਾ, ਇੰਟਰਨੈਟ ਨਾਲ ਵੀ ਹੋ ਜਾਂਦਾ ਕਨੈਕਸ਼ਨ। ਇਹ ਉਹੀ ਚੀਜ਼ ਹੈ ਸੇਮ ਜੋ ਸਾਇੰਸ ਵਿੱਚ ਚੱਲ ਰਹੀ ਹੈ, ਉਹੀ ਉੱਪਰ ਚੱਲਦੀ ਹੈ। ਬੰਦਾ ਹੈ, ਬੰਦਾ ਪੰਜਾਂ ਤੱਤਾਂ ਦਾ ਬਣਾਇਆ ਹੈ। ਮਾਤਾ ਦੇ ਉਦਰ ਵਿੱਚ ਜਦੋਂ ਹੁੰਦਾ, ਕੁਝ ਹਫ਼ਤਿਆਂ ਬਾਅਦ ਫਿਰ ਉਹਦੇ ਵਿੱਚ ਇੱਕ ਜੋਤ ਪਾ ਦਿੰਦੇ ਨੇ। ਉਹ ਜੋਤ ਹੀ ਹਿੱਲਣ ਜੁਲਣ ਦਾ ਕਰਮ ਕਰਦੀ, ਜੜ ਹੈ। ਪੰਜੇ ਤੱਤ ਵੀ ਜੜ ਨੇ। ਇਹਨਾਂ ਵਿੱਚ ਜਿਹੜੀ ਪਾਈ ਚੀਜ਼ ਪ੍ਰਮਾਤਮਾ, ਹਵਾ ਚੱਲਦੀ ਹੈ ਤਾਂ ਪ੍ਰਮਾਤਮਾ ਦੀ ਜੋਤ ਦੇ ਆਸਰੇ ਚੱਲਦੀ। ਇਹ ਹਵਾ ਜੋਤ ਤੋਂ ਬਿਨਾਂ ਨਹੀਂ ਚੱਲ ਸਕਦੀ। ਅਗਨੀ ਜੇ ਇਹਦੇ ਵਿੱਚ ਵੀ ਜੋਤ ਹੀ ਹੈ, ਪਾਣੀ ਵਿੱਚ ਵੀ ਜੋਤ ਹੀ ਕੰਮ ਕਰਦੀ ਹੈ। ਆਹ ਦੋ ਗੈਸਾਂ ਹੀ ਨੇ, ਹੋਰ ਕੀ ਪਾਣੀ। ਇਸੇ ਪ੍ਰਕਾਰ ਆਕਾਸ਼ ਵੀ ਇੱਕ ਜੋਤ ਹੈ। ਜੋਤ ਦੇ ਆਸਰੇ ਹੀ ਤਾਂ ਆਕਾਸ਼ ਖੜਾ। ਆ ਤਾਰੇ ਤੂਰੇ ਨਹੀਂ ਤਾਂ ਕਿਧਰ ਹੀ ਡਿੱਗ ਪੈਣ ਸਾਰੇ। ਇਹ ਜੋਤ ਨਹੀਂ ਸੱਤਾ ਦੇ ਕੇ ਸੰਭਾਲੇ ਹੋਏ ਨੇ। ਜੋਤ ਕਰਕੇ ਤਾਰਿਆਂ 'ਚ ਪ੍ਰਕਾਸ਼ ਹੈ, ਜੋਤ ਕਰਕੇ ਸੂਰਜ ਚੰਦਰਮਾ 'ਚ ਪ੍ਰਕਾਸ਼ ਹੈ। ਇਹ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਨ ਕੀ ਦੇਹ ਰਚੀ ਜੜ ਸੋ। ਇਸ ਕਰਕੇ ਉਹਨਾਂ ਦੀ ਇਹ ਪੰਜ ਤੱਤਾਂ ਦੀ ਦੇਹ ਹੀ ਅਕਾਲ ਪੁਰਖ ਨੇ ਰਚੀ ਹੈ। ਜੜ, ਜੜ ਮਤਲਬ ਹੁੰਦਾ ਬੇਜਾਨ, ਬੇਜਾਨ ਚੀਜ਼। ਇੱਟ ਲੱਗਦਾ ਜਿਹਨੂੰ, ਇਹ ਬੇਜਾਨ ਚੀਜ਼ ਹੈ। ਜਸ ਕਾਰਨ ਤਸ ਕਾਰਜ ਹੋ। ਫਿਰ ਜਿਹੜਾ ਜਿਹਾ ਕਾਰਨ ਉਹ ਜਾ ਅੱਗੇ ਜਾ ਕਰਕੇ ਉਹਦੇ ਵਿੱਚ ਕਾਰਜ ਬਣਦਾ। ਜੇ ਕਾਰਨ ਹੋਵੇ ਤੇ ਇਹੋ ਜਿਹਾ ਕਾਰਜ ਹੋ ਜਾਂਦਾ ਹੈ। ਤੂੰ ਸਦੀ ਵਿੱਚ ਤਨ ਸੁਖ ਸੰਗਾ। ਜਿਹੜਾ ਤੂੰ ਹੈ, ਤੂੰ ਕੌਣ ਹੈ? ਦੇਹੀ ਦੇ ਅੰਦਰ ਜਿਹੜਾ ਤੂੰ ਬੈਠਾ, ਦੇਹੀ ਨੂੰ ਛੱਡ ਦੇ, ਭੁੱਲ ਜਾ ਮੈਂ ਦੇਹੀ ਹੈ, ਤੁਰਕਾਂ ਦੇ ਘਰੇ ਆ, ਮੈਂ ਬੁੱਢਾ ਹੋ ਗਿਆ। ਤੂੰ ਨਹੀਂ ਉਹ, ਇਹ ਸਰੀਰ ਹੈ। ਤੂੰ ਕੌਣ ਹੈ? ਇਹ ਹੁਣ ਸਰੂਪ ਦਾ ਗਿਆਨ ਹੁੰਦਾ, ਇਹਨੂੰ ਕਹਿੰਦੇ ਸਰੂਪ ਦਾ ਗਿਆਨ ਹੋਣਾ। ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦੀ ਤਾਂ ਦੇਹੀ ਬਣੀ ਹੈ, ਤਾਂ ਸੜ ਜਾਂਦੀ। ਅਖੀਰ ਨੂੰ ਜਾਂ ਦੱਬ ਦਿੰਦੇ ਨੇ ਜਾਂ ਪਾਣੀ 'ਚ ਰੋੜ ਦਿੰਦੇ ਨੇ। ਉਹ ਅਸਲ ਸਰੂਪ ਵਿੱਚ ਹੋਰ ਹੁੰਦਾ। ਸਰੀਰ ਨੂੰ ਵਰਤਦਾ ਹੈ ਇਹ ਸਰੂਪ ਆਪਣਾ। ਵਰਤਣ ਤੋਂ ਬਾਅਦ ਜਦੋਂ ਉਮਰ ਪੂਰੀ ਹੋ ਜਾਂਦੀ ਹੈ, ਸਰੀਰ ਦਾ ਲਿਖਿਆ ਹੁੰਦਾ 80 ਸਾਲ 9 ਮਹੀਨੇ 13 ਦਿਨ 15। ਸੋ ਇਸ ਤਰੀਕੇ ਨਾਲ ਘੰਟੇ, ਤਾਂ ਇਹ ਇੰਨੇ ਮਿੰਟ, ਇੰਨੇ ਸਕਿੰਟ, ਬਸ ਇਹਨੇ ਜਿਉਣਾ। ਇਹ ਆਤਮਾ ਨੇ ਇੰਨਾ ਚਿਰ ਇਸ ਸਰੀਰ ਨੂੰ ਭੋਗਣਾ ਹੈ। ਆਤਮਾ ਉਦੋਂ ਬਾਅਦ ਉੱਥੋਂ ਬਦਲ ਦਿੱਤੀ ਜਾਂਦੀ ਹੈ, ਖਤਮ। ਫਿਰ ਅਗਲਾ ਸਰੀਰ ਮਿਲ ਜਾਂਦਾ, ਫਿਰ ਪਤਾ ਨਹੀਂ ਕਿਹੜਾ ਮਿਲਦਾ, ਉਹ ਵਾਹਿਗੁਰੂ ਦੀ ਮਰਜ਼ੀ ਹੈ। ਮਹਾਰਾਜ ਕਹਿੰਦੇ ਜੋ ਜੋ ਜੂਨੀ ਆਇਓ ਤੇ ਉਰਝਾਇਓ। ਜਿਹੜਾ ਜਿਹੜੀ ਜੂਨ 'ਚ ਆ ਗਿਆ ਉਸ 'ਚ ਉਲਝ ਗਿਆ। ਹੁਣ ਆਤਮਾ ਨਿਕਲ ਕੇ ਕਈ ਵਾਰ ਹੋਰ ਹੀ ਥਾਂ ਜਾ ਵੜਦੀ ਸਾਡੀ ਭਾਵਨਾ ਅਨੁਸਾਰ। ਉਹ ਫਿਰ ਕਿਤੇ ਹੋਰ ਜਨਮ ਲੈ ਲੈਂਦੀ ਹੈ। ਕਹਿੰਦੇ ਤੂੰ ਆਪਣੇ ਆਪ ਨੂੰ ਕਿਉਂ ਸਮਝਦਾ ਹੈ ਕਿ ਮੈਂ ਰਾਏ ਬਲਾਰ ਹਾਂ, ਮੈਂ ਤੁਰਕ ਹਾਂ, ਮੈਂ ਆਹ ਹਾਂ। ਛੱਡ ਦੇ ਇਹਨਾਂ ਗੱਲਾਂ ਨੂੰ, ਆਪਣੇ ਅੰਦਰਲੇ ਸਰੂਪ ਨੂੰ ਜਾਣ ਜੋ ਪਰਮਾਤਮਾ ਦਾ ਮੁੱਖ ਰੂਪ ਹੈ। ਸਤ ਚੇਤਨ ਆਨੰਦ ਪਰਮਾਤਮਾ ਹੈ, ਤੇ ਸਤ ਚੇਤਨ ਆਨੰਦ ਹੀ ਤੇਰੀ ਆਤਮਾ ਹੈ। ਇੱਕੋ ਹੀ ਹੈ ਨਾ ਦੋਵੇਂ। ਉਹ ਜਿਹੜਾ ਵਿਚਕਾਰ ਚੀਜ਼ਾਂ ਨੇ, ਅਸਤ ਜੜ ਦੁੱਖ ਰੂਪ ਮਾਇਆ, ਇਹਦਾ ਤਿਆਗ ਕਰਦੇ। ਜਨਮ ਮਰਨ ਤੇ ਰਹਿਤ ਅਭੰਗਾ। ਇਹ ਜਿਹੜਾ ਆਪਣਾ ਅੰਦਰਲਾ ਸਰੂਪ ਹੈ ਨਾ, ਅਸਲ ਸਾਖੀ ਰੂਪ ਜਿਹੜਾ ਜੋਤ ਆਪਣੇ ਅੰਦਰ, ਇਹ ਜਨਮ ਮਰਨ ਤੋਂ ਰਹਿਤ, ਅਭੰਗ ਤੋਂ ਭਾਵ ਟੁੱਟਣ ਤੋਂ ਰਹਿਤ ਇੱਕ ਰਸ ਹੈ। ਇਹ ਨਾਮ ਰੂਪ ਪੁਨ ਵਰਨ ਵਿਹੀਨਾ। ਇਹ ਜਿਹੜੀ ਆਪਣੀ ਆਤਮਾ ਹੈ, ਨਾ ਤਾਂ ਇਹਦਾ ਕੋਈ ਨਾਮ ਹੈ, ਨਾ ਰੂਪ ਹੈ, ਨਾ ਇਹਦਾ ਕੋਈ ਵਰਨ ਹੈ, ਨਾ ਕੋਈ ਜਾਤੀ ਹੈ। ਆਪਣਾ ਅਸਲ ਰੂਪ ਤਾਂ ਅੰਦਰ ਹੈ ਜਿਹੜਾ ਹੈ। ਉਸ ਰੂਪ ਨੂੰ ਤਾਂ ਕੋਈ ਫੜਦਾ ਹੀ ਨਹੀਂਗਾ ਆਪਣੇ ਆਪ ਨੂੰ। ਮੈਂ ਆ, ਮੈਂ ਉਹ ਆ, ਮੈਂ ਇਸ ਤਰ੍ਹਾਂ ਸਾਰੀ ਜ਼ਿੰਦਗੀ ਮੈਂ ਕਰਦੀ ਲੰਘ ਜਾਂਦੀ ਹੈ। ਸਦਾ ਏਕ ਰਸ ਦੁੱਖ ਸਭ ਹੀਨਾ। ਦੁੱਖਾਂ ਤੋਂ ਰਹਿਤ ਹੈ ਆਤਮਾ, ਇੱਕ ਰਸ ਰਹਿੰਦਾ। ਉਹਨੂੰ ਕੋਈ ਫਰਕ ਨਹੀਂ ਪੈਂਦਾ ਅੰਦਰ।
ਆਤਮਾ ਜੇ ਆਪਾਂ ਸਰੀਰ ਆਪਣੇ ਆਪ ਨੂੰ ਮੰਨਦੇ ਹਾਂ ਤਾਂ ਹੀ ਔਖੇ ਹੁੰਦੇ ਹਾਂ, ਤਾਂ ਹੀ ਦੁਖੀ ਹੁੰਦੇ ਹਾਂ ਆਪਾਂ। ਜੇ ਆਪਾਂ ਆਪਣੇ ਆਪ ਨੂੰ ਆਤਮਾ ਮੰਨ ਕੇ ਬਹਿ ਜਾਈਏ, ਬ੍ਰਹਮ ਗਿਆਨੀ ਆਪਣੇ ਆਪ ਨੂੰ ਆਤਮਾ ਮੰਨਦਾ, ਤਾਂ ਹੀ ਉਹਦਾ ਬੰਦ ਕਟਵਾ ਲਿਆ। ਆਤਮਾ ਮੰਨ ਕੇ ਸਰੀਰ ਮੰਨਿਆ ਹੀ ਨਹੀਂ, ਹੈ ਹੀ ਨਹੀਂ ਸਰੀਰ। ਸਰੀਰ ਨੂੰ ਮਿੱਟੀ ਮੰਨਦੇ ਤੇ ਮਿੱਟੀ ਜੀ ਉੱਤੇ ਪਾਈ ਹੋਈ ਹੈ। ਆਪਣੇ ਉੱਤੋਂ ਕੋਈ ਲਾਹ ਕੇ ਕੱਪੜਾ ਪਾੜ ਦੇਵੇ, ਆਪਾਂ ਨੂੰ ਕੀ ਫਰਕ ਪੈਂਦਾ। ਇਸ ਤਰ੍ਹਾਂ ਬ੍ਰਹਮ ਗਿਆਨੀ ਸਰੀਰ ਨੂੰ ਮੰਨਦੇ ਤਾਂ ਉੱਤੇ ਕੱਪੜਾ ਪਾਇਆ ਹੋਇਆ, ਸਰੀਰ ਰੂਪੀ ਕੱਪੜਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਰੀਰ ਐਸਾ, ਅਸਲ ਸਰੂਪ ਆਤਮਾ ਹੈ। ਜਿੱਥੇ ਤੱਕ ਆਪਾਂ ਮਨੁੱਖ ਜਨਮ ਲੈ ਕੇ ਜਾਣਾ ਸੀ, ਪਰ ਉੱਥੇ ਤੱਕ ਆਪਾਂ ਗਏ ਨਹੀਂ। ਆਪਾਂ ਸਰੀਰ ਕਰਕੇ ਹੀ ਘਰ ਬਣਾਇਆ। ਮੇਰੇ ਸਰੀਰ ਨੂੰ ਠੰਡ ਲੱਗਦੀ, ਮੇਰੇ ਸਰੀਰ ਨੂੰ ਗਰਮੀ ਲੱਗਦੀ ਹੈ, ਮੇਰੇ ਸਰੀਰ ਨੂੰ ਰੋਟੀ ਖਵਾਓ, ਮੇਰੇ ਸਰੀਰ ਨੂੰ ਕੱਪੜੇ ਪਹਿਨਾਓ, ਇਹ ਤੇ ਖੁਸ਼ਬੂਆਂ ਲਾਓ। ਜਿਹੜੀ ਅੰਦਰ ਅਸਲ ਸਰੂਪ ਸੀ ਆਤਮਾ, ਉਹਨੂੰ ਬਾਣੀ ਕਰਕੇ ਸਿਮਰਨ ਕਰਕੇ ਜਾਣਨਾ ਸੀ, ਉਹ ਜਾਣਿਆ ਹੀ ਨਹੀਂ। ਮਹਾਰਾਜ ਕਹਿੰਦੇ ਮਿੱਟੀ ਜੀ ਲੈ ਕੇ ਇੱਥੋਂ ਦੁਨੀਆ ਚੋਂ ਚਲਿਆ ਗਿਆ, ਮਿੱਟੀ ਇੱਥੇ ਰਹਿ ਗਈ, ਆਤਮਾ ਉਵੇਂ ਦੀ ਉਵੇਂ ਵਾਪਸ ਮੁੜ ਗਈ। ਸੋ ਤਜ ਕਰ ਜਬ ਜਾਵਤ ਦੇਹੀ। ਜਦੋਂ ਉਹਨੂੰ ਛੱਡ ਕਰਕੇ ਦੇਹੀ ਨੂੰ ਇਨਸਾਨ ਜਾਂਦਾ ਹੈ, ਘਰ ਤੇ ਕੱਢ ਹੈ ਬਹਿਰ ਸਨੇਹੀ। ਉਹ ਜੇ ਗੱਲ ਹੈ ਵੀ ਤੂੰ ਕਹਿੰਦਾ ਮੈਂ ਰਾਇਬਲਾਰ ਆ, ਮੈਂ ਤੁਰਕਾਂ ਦੇ ਘਰੇ ਮੈਂ ਰਾਜਾ, ਜਾਂ ਸਰੀਰ ਛੱਡੇਗਾ, ਘਰਦਿਆਂ ਨੇ ਥੋੜੀ ਦੇਰ ਵੀ ਰੱਖਣਾ, ਚੱਕ ਕੇ ਤੈਨੂੰ ਬਾਹਰ ਲੈ ਜਾਣਾ, ਉਹਨਾਂ ਨੇ ਦੱਬ ਦਿੰਦੇ ਲਿਜਾ ਕੇ ਜਾਂ ਸਾੜ ਦਿੰਦੇ। ਵੀ ਇਹ ਦੱਸ ਵੀ ਜੇ ਤੂੰ ਰਾਇਬਲਾਰ ਐਡਾ ਤਕੜਾ, ਫਿਰ ਚੱਕ ਕੇ ਕਿਵੇਂ, ਤੇ ਹੋਰ ਕੋਈ ਵੀ ਬੰਦਾ ਫਿਰ ਘਰ ਦੇ ਕਿਉਂ ਬਾਹਰ ਕੱਢ ਦਿੰਦੇ ਉਹਨੂੰ, ਕਿਉਂਕਿ ਅਸਲ ਸਰੂਪ ਅੰਦਰੋਂ ਖਤਮ ਹੋ ਗਿਆ, ਉਹ ਚਲਿਆ ਗਿਆ। ਇਹ ਮਿੱਟੀ ਜੀ ਨੂੰ ਚੁੱਕ ਕੇ ਲੋਕ ਸਾੜ ਦਿੰਦੇ ਨੇ, ਫਿਰ ਕਹਿੰਦੇ ਪਾਓ ਪਾਣੀ 'ਚ, ਬਸ ਕਹਾਣੀ ਖਤਮ। ਅਸਲ ਸਰੂਪ ਦੀ ਪਹਿਚਾਣ ਕਰੋ। ਆਪਾਂ ਮਿੱਟੀ ਦੇ ਉੱਤੇ ਸਾਬਣ ਮਲ ਮਲ ਕੇ ਸਾਰੀ ਜ਼ਿੰਦਗੀ ਲਾ, ਪਾਊਡਰ ਲਾ, ਇਹਨੂੰ ਕਦੇ ਖੁਸ਼ਬੂਆਂ ਲਾ। ਸੋ ਇਸ ਕਰਕੇ ਇਹ ਸਾਰਾ ਜ਼ਿੰਦਗੀ ਇਨਸਾਨ ਇਸ ਬਾਹਰਲੇ ਸਰੀਰ ਦੀ ਪਾਲਣਾ ਕਰੀ ਜਾਂਦਾ ਹੈ, ਅੰਦਰਲਾ ਸਰੂਪ ਟੱਚ ਹੀ ਨਹੀਂ ਕੀਤਾ। ਜੇ ਕਿਤੇ ਆਤਮਿਕ ਜੋਤ ਦਿਖ ਜਾਂਦੀ ਅੰਦਰੋਂ, ਬਲਿਹਾਰ ਬਲਿਹਾਰ। ਸਤਿਗੁਰੂ ਕਹਿੰਦੇ ਕੁਰਬਾਨ ਜਾਵਾਂ ਤਾਂ ਇੱਥੋਂ ਪ੍ਰਗਟ ਹੋ ਗਿਆ, ਤੂੰ ਆਪਣੇ ਆਪ ਨੂੰ ਪਰਮਾਤਮਾ ਦੀ ਰੂਹ ਬਣਾ ਲਿਆ, ਪਰਮਾਤਮਾ 'ਚ ਲੀਨ ਹੋ ਗਿਆ। ਉਹ ਫਿਰ ਲਾਵਾਂ ਨੇ 4, ਇਹ 4 ਲਾਵਾਂ ਵਿਆਹ ਦੀਆਂ ਨਹੀਂ ਕਹੀਆਂ, ਇਹ ਤਾਂ ਵੈਸੇ ਪੜ੍ਹਨ ਨੂੰ ਹੁਕਮ ਹੈ, ਚਲੋ ਵਿਆਹ ਵੇਲੇ ਪੜ੍ਹ ਲਈਆਂ। ਇਹ 4 ਲਾਵਾਂ ਦੇ ਭਾਵ ਅਸਲ ਜਿਹੜੀਆਂ ਆਪਣੀਆਂ ਪਹਿਲੀਆਂ ਸੀੜੀਆਂ ਆਪਾਂ ਨੇ ਬਣਾਈਆਂ ਸੀਗੀਆਂ, ਉਹਦੇ ਵਿੱਚ ਜਾ ਕੇ ਮੇਰਾ ਖਿਆਲ ਜਿਹੜੀ 11ਵੀਂ ਸੀੜੀ ਆ, ਉਹਦੇ ਵਿੱਚ ਇੱਕ ਛੋਟੇ ਜਿਹੇ ਅੱਖਰ ਲਿਖੇ ਗਾਂਹ ਜਾ ਕੇ ਆਤਮ ਗਿਆਨ, ਉਹ ਸੁਣਨ ਦਾ ਯਤਨ ਕਰੋ ਜੇ ਸਾਰਾ ਜਾਣਨਾ ਹੈ। ਜਿਸ ਵਿਹੀਨ ਤਨ ਮਿਰਤ ਅਪਵਿੱਤਰਾ। ਸੋ ਜਿਹਦੇ ਤੋਂ ਬਿਨਾਂ ਸਰੀਰ ਜਿਹੜਾ ਨਾ ਆਪਣਾ ਮੌਤ ਹੋ ਜਾਂਦੀ, ਉਹ ਆਤਮਾ ਨਿਕਲ ਗਈ ਬਾਹਰ, ਆਤਮਾ ਨਿਕਲ ਗਈ, ਘੰਟੇ ਕੇ ਬਾਅਦ ਸਰੀਰ 'ਚੋਂ ਮੁਸ਼ਕ ਆਉਣ ਲੱਗ ਜਾਂਦਾ, ਅਪਵਿੱਤਰ। ਆ ਹੁਣ ਇਹੀ ਖੋਜ ਕਰ ਰਹੇ ਸਾਇੰਸਦਾਨ, ਸਰੀਰ ਵਿੱਚ ਇਹ ਕਿਹੜੀ ਚੀਜ਼ ਹੁੰਦੀ ਜਿਹਦੇ ਨਾਲ ਸਰੀਰ ਲਾਲ ਰਹਿੰਦਾ, ਮੂੰਹ ਲਾਲ ਰਹਿੰਦਾ, ਬੰਦੇ ਦਾ ਐਕਟਿਵ ਰਹਿੰਦਾ, ਮੁਸ਼ਕ ਨਹੀਂ ਆਉਂਦਾ, ਮਰਨ ਤੋਂ ਬਾਅਦ ਝੱਟ ਮੁਸ਼ਕ ਆਉਣ ਲੱਗ, ਪੇਟ ਫੁੱਲ ਜਾਂਦਾ। ਡੈੱਡ ਬੋਡੀ ਕੀ ਚੀਜ਼ ਹੋਈ ਤੇ ਉਹ ਦੂਜੀ ਚੀਜ਼ ਕੋਈ ਜਿਹੜੀ ਵਿੱਚ ਹੁੰਦੀ ਹੈ। ਯਾਰਕ ਯੂਨੀਵਰਸਿਟੀ ਵਾਲਿਆਂ ਨੇ ਟੈਸਟ 2-3 ਸਾਲ ਪਹਿਲਾਂ ਕੀਤਾ ਸ਼ਾਇਦ, ਉਦੋਂ ਮੈਂ ਟੋਰਾਂਟੋ ਸੀ, ਅਖਬਾਰ 'ਚ ਆਈ ਚੀਜ਼ ਇਹ। ਸੋ ਕਹਿਣ ਲੱਗੇ ਇੱਕ ਬੰਦੇ ਤੋਂ ਪਰਮਿਸ਼ਨ ਲੈ ਲਈ ਵੀ ਤੂੰ ਮਰਨ ਲੱਗਿਆ ਬੰਦਾ, ਕਹਿੰਦੇ ਤੂੰ ਮਰਨਾ, ਸਾਨੂੰ ਇੱਕ ਐਕਸਪੈਰੀਮੈਂਟ ਕਰਨ ਲਈ ਤੂੰ ਆਪਣਾ ਲਿਖ ਦੇ ਵੀ ਮੈਂ ਠੀਕ ਆ, ਆਪਣਾ ਸਰੀਰ ਦਿੱਤਾ, ਸਭ ਕੁਝ ਦਿੱਤਾ। ਐਕਸਪੈਰੀਮੈਂਟ ਮੈਂ ਸੁਣਿਆ ਉਹਨਾਂ ਨੇ ਇਸ ਤਰ੍ਹਾਂ ਕੀਤਾ, ਬਹੁਤ ਮੋਟਾ ਸ਼ੀਸ਼ਾ ਲੈ ਕੇ ਉਹਦਾ ਆ ਜਿਹੜਾ ਬਣਾਉਂਦੇ ਨੇ ਲੱਕੜ ਦਾ ਬਕਸਾ ਜਿਹਦੇ ਵਿੱਚ ਰੱਖਦੇ ਨੇ ਬੰਦੇ ਨੂੰ, ਮਰੇ ਹੋਏ ਨੂੰ, ਉਹ ਬਣਾ ਕੇ ਨਾ ਸ਼ੀਸ਼ੇ ਦਾ ਉਹਦੇ ਵਿੱਚ ਗਲੂ ਲਾ ਕੇ ਚਾਰੇ ਪਾਸੇ ਫਟਾਫਟ ਸ਼ੀਸ਼ੇ ਨਾਲ ਚਾਰੇ ਪਾਸਿਓਂ ਐਂ ਬੰਦ ਕਰਤਾ ਵੀ ਚੜ੍ਹਾਈ ਤਾਂ ਹੁਣ ਕਰਨੀ ਹੋਈ ਆ। ਉਹ ਦੇਖਣਾ ਚਾਹੁੰਦੇ ਸੀ ਆਤਮਾ ਕਿੱਧਰ ਨੂੰ ਜਾਂਦੀ ਹੈ, ਆਤਮਾ ਹੁੰਦੀ ਵੀ ਆ। ਉਹ ਕਹਿੰਦੇ ਪਤਾ ਨਹੀਂ 2 ਇੰਚ ਮੋਟਾ ਸ਼ੀਸ਼ਾ ਲਾ ਕੇ ਚਾਰੇ ਪਾਸਿਓਂ ਉਹਨਾਂ ਨੇ ਬਣਾਇਆ ਸੀ ਉਹ ਬਕਸਾ ਜਿਹਾ। ਜਦੋਂ ਬੰਦੇ ਨੇ ਸਰੀਰ ਛੱਡਿਆ, ਉਹ ਤੋੜ ਕੇ ਸ਼ੀਸ਼ਾ ਆਤਮਾ ਨਿਕਲ ਗਈ ਵਿੱਚੋਂ। ਉਸੇ ਵਕਤ ਇੰਨਾ ਮੋਟਾ 2 ਇੰਚ ਮੋਟਾ ਸ਼ੀਸ਼ਾ ਹੋਵੇ, ਟੁੱਟ ਜੇ ਉਹ, ਕਿੰਨੀ ਸ਼ਕਤੀ ਆਤਮਾ 'ਚ। ਇਹ ਨਾ ਹੁਣ ਇਹ ਚੀਜ਼ ਦੀ ਖੋਜ ਕਰਦੇ ਵੀ ਉਹ ਕੀ ਚੀਜ਼ ਨਿਕਲੀ ਸੀ ਵਿੱਚੋਂ, ਉਹ ਕਿਹੜੀ ਚੀਜ਼ ਆ ਜਿਹਦੇ ਨਾਲ ਸਰੀਰ ਦੇ ਵਿੱਚੋਂ ਮੁਸ਼ਕ ਨਹੀਂ ਆਉਂਦਾ, ਸਰੀਰ ਲਾਲ ਰਹਿੰਦਾ, ਗਰਮ ਰਹਿੰਦਾ। ਮੁਰਦੇ ਦਾ ਸਰੀਰ ਕਿਹਾ ਜਾ ਹੁੰਦਾ ਤੇ ਜਿਉਂਦੇ ਦਾ ਕਿਹਾ ਜਾ ਹੁੰਦਾ। ਇਹ ਆਹ ਚੀਜ਼ ਆ ਜਿਹੜੀ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ। ਜੇ ਉਹ ਸਾਇੰਸਦਾਨ ਸਾਨੂੰ ਪੁੱਛਣ ਫਿਰ ਅਸੀਂ ਦੱਸਦੇ ਵੀ ਕੀ ਚੀਜ਼ ਆ ਇਹ, ਵੀ ਇੰਨੀ ਬਾਣੀ ਪੜ੍ਹੋ ਦਿਖ ਜਾਣਾ ਸਾਰਾ ਕੁਝ। ਉਹ ਤਾਂ ਐਕਸਪੈਰੀਮੈਂਟ ਆਪਣਾ ਹੀ ਕਰ ਰਹੇ ਹਨ। ਸੋ ਤੂੰ ਲਖੀਏ ਪਿਰਥਕ ਪਵਿੱਤਰਾ। ਇਸ ਕਰਕੇ ਤੂੰ ਪਹਿਲਾਂ ਦੇਖ ਆਪਣੇ ਆਪ ਨੂੰ ਪਵਿੱਤਰ ਜਾਣਦਾ ਸੀ, ਉਹਨੂੰ ਪਵਿੱਤਰ ਜਾਣੋ ਜਿਹੜਾ ਅੰਦਰ ਹੈ, ਜਿਹੜੀ ਸਾਡੀ ਆਤਮਾ ਹੈ ਉਹ ਪਵਿੱਤਰ ਹੈ।
ਨਾ ਕਿ ਦੇਹੀ ਪਵਿੱਤਰ ਹੈ। ਜਾਤ ਵਰਨ ਤੇ ਲਹ ਕਰ ਨਿਆਰੋ। ਇਹ ਜਾਤ ਵਰਨ ਗੋਤ ਪਾਤ ਸਾਰਿਆਂ ਤੋਂ ਆਤਮਾ ਬੰਦੇ ਦੀ ਨਿਆਰੀ ਹੁੰਦੀ। ਸਰੀਰ ਦੀ ਜਾਤ ਗੋਤ ਵਰਨ ਨੇ। ਜਦੋਂ ਸਰੀਰ ਛੱਡਤਾ ਕਿਸੇ ਨੇ ਨਹੀਂ ਪੁੱਛਣਾ ਕੀ ਜਾਤ ਗੋਤ ਪਾਤ ਹੈ। ਧਰਮਰਾਜ ਦੀ ਲਾਈਨ ਇੱਕੋ ਹੀ ਲੱਗਦੀ ਸਾਰੀ। ਨਿਜ ਸਰੂਪ ਕਰੀਏ ਨਿਰਧਾਰੋ। ਇਸ ਕਰਕੇ ਆਪਣੇ ਸਰੂਪ ਜਿਹੜਾ ਸਰੂਪ ਹੈ ਨਾ ਉਹਦਾ ਜਿਹੜਾ ਆਪਣਾ ਹੈ ਉਹਨੂੰ ਸਰੂਪ ਨੂੰ ਨਿਸ਼ਚੈ ਕਰ। ਮੈਂ ਆਤਮਾ ਹਾਂ, ਆਤਮਾ ਮੇਰਾ ਕੋਈ ਹੋਰ ਨਹੀਂ। ਬਸ ਆਤਮਾ ਜਾਣ ਕੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਆਪਾਂ ਸਰੀਰ ਰੂਪ ਹੋ ਕੇ ਕਰਦੇ ਹਾਂ ਉਦੋਂ ਆਪਾਂ ਸਰੀਰ ਵਿੱਚ ਆ। ਆਤਮਾ ਵਿੱਚ ਜਾ ਕੇ ਸਿਮਰਨ ਕਰੀਏ, ਆਤਮਾ ਦੇ ਵਿੱਚ ਜਾ ਕੇ ਬਾਣੀ ਪੜ੍ਹੀਏ। ਉਹਨੂੰ ਕਹਿੰਦੇ ਚੌਥੇ ਪਦ ਵਿੱਚ। ਉਹ ਪਹਿਲੇ ਜਿਹੜੇ ਉਹ 3 ਪਦ ਨੇ ਰਜੋ ਗੁਣ ਸਰੀਰ 'ਚ ਹੀ ਹੈ, ਤਮੋ ਗੁਣ ਇਹ ਬਾਹਰ ਹੀ ਹੈ, ਇਸ ਤਰ੍ਹਾਂ ਸਤੋ ਗੁਣ ਵੀ ਬਾਹਰ ਹੀ ਹੈ। ਇਹ ਤਿੰਨੇ ਚੀਜ਼ਾਂ ਨੇ। ਤਾਂ ਹੁਣ ਜਿਹੜੀ ਚੌਥੀ ਚੀਜ਼ ਆਤਮਾ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁੱਧ ਹੈ। ਹਰ ਪੁੰਨ ਜਹੈ ਜਹੈ ਮਮਤਾ ਥਾਪੀ। ਔਰ ਫਿਰ ਜਿੱਥੇ ਜਿੱਥੇ ਸਰੀਰ ਕਰਕੇ ਮਮਤਾ ਬਣਾਈ ਹੋਈ ਆ ਮਨ ਦੀ, ਇਹ ਮੇਰਾ ਪੁੱਤਰ ਹੈ, ਧੀਆਂ, ਕੱਪੜਾ, ਲੀੜਾ ਸਭ ਕੁਝ, ਦੁੱਖ ਮੈਂ ਸੰਗੀ ਹਵੈ ਨਾ ਕਦਾਪੀ। ਇਹ ਕਦੇ ਦੁੱਖ 'ਚ ਸੰਗੀ ਹੋਏ, ਜਿਨ੍ਹਾਂ ਨੂੰ ਆਪਣਾ ਬਾਹਲਾ ਸਮਝਦਾ ਇਹ ਮੇਰੇ ਬਹੁਤ ਨੇੜੇ ਆ। ਧਨ ਆਦਿਕ ਜੇ ਭਿੱਖੋ ਪਦਾਰਥ। ਹੁਣ ਜਿਹੜਾ ਤੂੰ ਦੇਖਦਾ ਪੈਸਾ ਪਦਾਰਥ ਸਾਰੇ ਤੈਨੂੰ ਨਜ਼ਰ ਆ ਰਹੇ ਨੇ, ਸਭ ਜੀਵਿਤ ਲਾ ਮੂਏ ਅਕਾਰਥ। ਇਹ ਸਭ ਕੁਛ ਜੀਵਤ ਕੋ ਵਿਵਹਾਰ, ਜਿਉਂਦੇ ਜੀ ਵਿਵਹਾਰ ਹੈ ਇਹ ਪੈਸੇ ਦਾ, ਕੱਪੜੇ ਲੀੜੇ ਦਾ। ਆ ਜਿਹੜਾ ਸਾਡਾ ਪਰਿਵਾਰ ਹੈ, ਜਦੋਂ ਬੰਦਾ ਮਰ ਜਾਂਦਾ ਫੇਰ ਤਾਂ ਨਹੀਂ ਵਿਵਹਾਰ ਕਰਦੇ ਆਪਣੇ ਨਾਲ ਇਹ। ਇਸ ਕਰਕੇ ਇਹ ਸਰੀਰ ਅਲੱਗ ਹੈ, ਆਤਮਾ ਜਿਹੜੀ ਵੱਖਰੀ ਹੈ। ਜੇ ਗਿਆਤੀ ਬੰਤਾ ਸੁਤ ਨਾਤੀ। ਇਹ ਜਿਉਂਦੇ ਜੀ ਨੇ ਸਾਰੇ, ਆਪਣੇ ਬਾਤ ਤੋਂ ਤਾਂ ਸਭ ਅਕਾਰਥ ਹੋ ਜਾਂਦੇ, ਮਰਨ ਤੋਂ ਬਾਅਦ ਸਭ ਖਤਮ। ਜਿਹੜੇ ਆਪਣੇ ਰਿਸ਼ਤੇਦਾਰ, ਪਤਨੀ, ਪੁੱਤਰ, ਪੋਤੇ, ਸਭ ਜਿੰਨੀਆਂ ਵੀ ਚੀਜ਼ਾਂ ਨੇ ਸਾਰਾ ਕੁਝ। ਧਨ ਤਿਆਗੇ ਤੇ ਕੋ ਨਾ ਸੰਗਾਤੀ। ਜਦ ਸਰੀਰ ਛੱਡਦੇ ਕੋਈ ਨਾਲ ਜਾਂਦਾ? ਕੋਈ ਨਹੀਂ ਜਾਂਦਾ। ਕਹਿੰਦੇ ਗਿਆ ਬਸ। ਐਡੇ ਉਸ ਵਕਤ ਹੀ ਹੋ ਜਾਂਦੇ ਨੇ ਪਰੇ ਨੂੰ ਹੀ। ਉਹ ਤਾਂ ਭੂਤ ਭੂਤ ਕਰ ਭਾਗੀ, ਇਹ ਤਾਂ ਭੂਤ ਆ ਗਿਆ। ਹੁਣ ਮੈਨੂੰ ਸੁਪਨਾ ਹੀ ਦਿਖਿਆ, ਕੋਈ ਨਿਆਣੇ ਕਹਿਣਗੇ ਮੈਨੂੰ ਡਰਾਉਂਦਾ, ਹੁਣ ਡਰਨ ਲੱਗ ਗਿਆ। ਮਹਾਰਾਜ ਕਹਿੰਦੇ ਨੇ ਇਸ ਕਰਕੇ ਤੂੰ ਆਪਣੇ ਆਪ ਨੂੰ ਸਰੀਰ ਨਾ ਸਮਝ। ਦੋਹਰਾ ਵਸਤਰ ਸਮਾਨ ਸਰੀਰ ਸੋ ਜੀਰਣ ਹਵੈ ਤਜ ਜਾਹੇ। ਮਹਾਰਾਜ ਕਹਿੰਦੇ ਸਰੀਰ ਨੂੰ ਕੱਪੜਾ ਜਾਣੋ। ਇਹ ਜਿਵੇਂ ਵਸਤਰ ਹੁੰਦਾ ਨਾ, ਫਟ ਜਾਂਦਾ ਹੌਲੀ ਹੌਲੀ, ਭਇਆ ਪੁਰਾਣਾ ਚੋਲਾ। ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਣ, ਹੰਗ ਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਉਹ ਸੱਜਣਾ ਦੇ ਚੋਲੇ ਪੁਰਾਣੇ ਹੋ ਗਏ, ਸੱਜਣ ਸਾਨੂੰ ਛੱਡ ਗਏ। ਇਸ ਕਰਕੇ ਉਹ ਛੱਡ ਜਾਂਦਾ ਹੈ ਸਰੀਰ ਵੀ ਸੰਸਾਰ ਦੇ ਅੰਦਰ। ਜਾਂ ਤੇ ਨਿਆਰੋ ਆਤਮਾ ਲਖੋ ਹਿਰਦੈ ਨਰ ਨਾਹੀ। ਇਸ ਕਰਕੇ ਆਤਮਾ ਨੂੰ ਸਰੀਰ ਨਾਲੋਂ ਵੱਖਰਾ ਜਾਣਨਾ ਕਰੋ। ਨਰ ਨਾਹੇ, ਇਹ ਰਾਜਨ, ਨਰ ਨਾਹੇ ਤੋਂ ਭਾਵ ਰਾਜਾ। ਇਹ ਰਾਜਨ ਇਹ ਜਾਣ ਲੈ ਮਨ ਦੇ ਅੰਦਰ ਕਿ ਇਹ ਸਰੀਰ ਵੱਖਰਾ ਹੈ, ਆਤਮਾ ਵੱਖਰਾ। ਚੌਪਈ ਸੁਨ ਤਨ ਮਾਨ ਵਿਸਾਰੋ ਰਾਏ। ਉਹ ਉਪਦੇਸ਼ ਸੁਣਦਿਆਂ ਸਾਰ ਰਾਏ ਜੀ ਨੂੰ ਸਿਰਫ ਉਪਦੇਸ਼ ਦੀ ਲੋੜ ਸੀ, ਕੰਮ ਅੰਦਰੋਂ ਤਿਆਰ ਹੀ ਸੀ। ਤਨ ਦੀ ਹੰਗਤਾ ਰਾਜੇ ਨੇ ਉਸੇ ਵਕਤ ਛੱਡ ਦਿੱਤੀ। ਜਿਵੇਂ ਆਪਾਂ ਬੈਠੇ ਬੈਠੇ ਆਪਣੇ ਤੇ ਗੱਲ ਢਾਲ ਲਈਏ। ਜਿਵੇਂ ਆ ਜਿਹੜੀ ਆਤਮ ਗਿਆਨ ਦੀ ਕਥਾ ਕੀਤੀ ਜਦ ਪਟਿਆਲੇ, ਇਹ ਇੱਕ ਕੋਈ ਗੁਰਮੁਖ ਪਿਆਰੇ ਸੀ, ਉਹਨਾਂ ਨੇ ਬੈਠਿਆਂ ਬੈਠਿਆਂ 18 ਦਿਨ ਤੱਕ ਇਹ ਕਥਾ ਸੁਣਦਿਆਂ ਉਵੇਂ ਅੰਦਰੋਂ ਅੰਦਰ ਅਵਸਥਾ ਬਣਾਈ ਗਏ। ਜਿੱਦਣ 18ਵੇਂ ਦਿਨ ਇਸ ਚੀਜ਼ ਦਾ ਭੋਗ ਪਿਆ, 18ਵੇਂ ਦਿਨ ਪ੍ਰਕਾਸ਼ ਹੋ ਗਿਆ ਉਹਨੂੰ। ਉਹਨੇ ਅੰਦਰ ਅੰਦਰ ਉਹ ਚੀਜ਼ ਬਣਾ ਲਈ। ਆਪਾਂ ਵੀ ਜੇ ਸੁਣ ਕੇ ਨਾਲ ਨਾਲ ਦੇਖੀ ਜਾਓ ਨਾ, ਮੈਂ ਆਤਮਾ, ਸਰੀਰ ਹੈ ਹੀ ਨਹੀਂ, ਕੰਮ ਖਤਮ, ਫਿਰ ਸਿਮਰਨ ਕਰੀਏ, ਪ੍ਰਕਾਸ਼ ਕਈ ਵਾਰ ਐਂ ਵੀ ਹੋ ਜਾਂਦਾ। ਇਸ ਤਰ੍ਹਾਂ ਰਾਏ ਬਲਾਰ ਜੀ ਨੂੰ ਉਸ ਵਕਤ ਇਹ ਸਾਰੀ ਗੱਲ ਸਾਹਮਣੇ ਆਈ, ਉਹਨਾਂ ਨੇ ਮੋਹ ਸਾਰਾ ਛੱਡ ਦਿੱਤਾ ਹੈ। ਸ੍ਰੀ ਗੁਰ ਸੋਪਨ ਗਿਰਾ ਅਲਾਈ। ਮਹਾਰਾਜ ਨੂੰ ਬੇਨਤੀ ਕੀਤੀ ਫਿਰ, ਤਨ ਮੈਂ ਨਹੀਂ ਬਤਾਈ ਸਾਚੀ। ਸੋ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੇ ਵਿੱਚ ਨਹੀਂ ਇਹ ਸੱਚੀ ਦੱਸੀ ਹੈ। ਇੰਦਰਾ ਮੈਂ ਹੰਤਾ ਰਚ ਰਾਚੀ। ਇਹ ਤਾਂ ਗੱਲ ਠੀਕ ਹੈ, ਪਰ ਇੰਦਰੀਆਂ ਵਿੱਚ ਜਿਹੜੀ ਹੈ ਨਾ ਹੰਗਤਾ ਹੈ, ਉਹਦੇ ਵਿੱਚ ਹੁਣ ਗਾਹਾਂ ਮੈਂ ਇੰਦਰੀਆਂ ਵਿੱਚ ਰਚਿਆ ਹੋਇਆ ਹਾਂ ਜੀ। ਜਾਂ ਤੇ ਮੈਂ ਦੇਖੋ ਮੈਂ ਸੁਨਿਓ। ਮਹਾਰਾਜ ਹੁਣ ਇੱਕ ਇਹ ਚੀਜ਼ ਆਉਂਦੀ ਹੈ ਨਾ, ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ। ਇਹ ਹੁਣ ਇੱਕ ਵੱਖਰੀ ਹੰਗਤਾ ਹੋ ਗਈ, ਇੰਦਰੀਆਂ ਦੀ ਹੰਗਤਾ। ਮੈਂ ਚਲਿਓ ਮਹਿੰਗੋ ਵਖਨੋ। ਹੁਣ ਮੈਂ ਸੁਣਦਾ, ਮੈਂ ਚੱਲਦਾ, ਮੈਂ ਦੇਖਦਾ, ਮੈਂ ਪਕੜਦਾ, ਉਹ ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਕਹਿੰਦਾ ਹਾਂ।
ਇਹ ਗੱਲਾਂ ਜਿਹੜੀਆਂ ਨੇ ਇਹ ਕੀ ਹੋਈਆਂ ਫਿਰ? ਮੈਂ ਸੁੰਗੋ ਮੈਂ ਕਰੋ ਸਪਰਸਾ, ਮੈਂ ਸੁੰਘਦਾ ਹਾਂ, ਮੈਂ ਸਪਰਸ਼ ਕਰਦਾ ਹਾਂ, ਲਿਉ ਸਾਧ ਅਸਹੰਤਾ ਤਰਸਾ। ਇਸ ਤਰ੍ਹਾਂ ਹੰਗਤਾ ਧਾਰ ਕੇ ਮੈਂ ਇਹ ਜੇ ਸਵਾਦ ਲੈਂਦਾ ਹਾਂ। ਇਹ ਕਿਹੜੀ ਚੀਜ਼ ਹੈ ਜਿਹੜੀ ਸਵਾਦ ਲੈਂਦੀ ਇੰਦਰੀਆਂ ਦੇ ਰਾਹੀਂ ਜੀ? ਤਾਂ ਤੇ ਧਨ ਤੇ ਆਨਹਿ ਰਖੀਕਾ। ਇਸ ਕਰਕੇ ਮਹਾਰਾਜ ਇਹ ਜਿਹੜੀਆਂ ਅੰਨਿਆਂ ਤੋਂ ਭਾਵ ਵੱਖਰੀਆਂ ਨੇ ਇੰਦਰੀਆਂ ਸਰੀਰ ਨਾਲੋਂ, ਕਿ ਇੰਦਰੀਆਂ ਸਰੀਰ ਇੱਕੋ ਹੀ ਚੀਜ਼ ਹੁੰਦੀ ਹੈ। ਸੋ ਸਰੂਪ ਮੈਂ ਮਾਨੋ ਨੀਕਾ। ਉਹ ਮੈਂ ਮੰਨਦਾ ਸੀ ਕਿ ਮੈਂ ਇੰਦਰੀਆਂ ਹਾਂ, ਮੈਂ ਇਹ ਗਲਤੀ ਕਰ ਲਈ ਕਿ ਮੈਂ ਇੰਦਰੀਆਂ, ਮੈਂ ਉਸ ਨੂੰ ਸਰੂਪ ਮੰਨੀ ਗਿਆ। ਭੋ ਰਾਜਨ ਤੋ ਇੰਦ੍ਰਿਹ ਨਾਹੀ। ਇਹ ਰਾਜਨ ਤੂੰ ਇੰਦਰੀਆਂ ਵੀ ਨਹੀਂ ਹੈ। ਇਹ ਬੜੀ ਡੂੰਘੀ ਚੀਜ਼ ਉਸੇ 'ਚ ਹੀ ਆਉਣੀ ਹੈ ਗਿਆਨ ਵਿੱਚ। ਸੁਨਹੁ ਜੁਗਤ ਜਾ ਪਰ ਸਤਰ ਮਾਹੀ। ਇਸ ਕਰਕੇ ਸੁਰਤ ਤੋਂ ਭਾਵ ਇਹ ਜਿਹੜੀ ਤੈਨੂੰ ਦੱਸਦੇ ਆ ਗਿਆਨ ਦੀ ਗੱਲ, ਇਹ ਤੂੰ ਹੁਣ ਸੁਣਨਾ ਕਰ। ਤੈਨੂੰ ਮੈਂ ਬਹੁਤ ਸੋਹਣੀ ਦਲੀਲ ਇਸ ਉੱਤੇ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 7 ਗੱਲ ਸੁਣ, ਤੈਨੂੰ ਮੈਂ ਦੱਸਦਾ ਹਾਂ, ਪਰ ਕਿਉਂਕਿ ਹੁਣ ਸਮਾਂ ਹੋ ਗਿਆ ਇਸ ਕਰਕੇ ਕੱਲ ਨੂੰ ਸ਼ਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਗਿਆਨ ਆਪਾਂ ਸ਼ਰਵਣ ਕਰ ਰਹੇ ਹਾਂ, ਔਰ ਇਸ ਗਿਆਨ ਵਿੱਚ ਹੀ ਬ੍ਰਹਮ ਗਿਆਨ ਹੁੰਦਾ। ਇਹ ਗਿਆਨ ਹੈਗਾ ਬਾਹਰਲਾ। ਇਹ ਗਿਆਨ ਨੂੰ ਸੁਣ ਕੇ ਜੇ ਭਗਤੀ ਨਾ ਕੀਤੀ ਤਾਂ ਇਹੀ ਗਿਆਨ ਫਿਰ ਬੰਦੇ ਨੂੰ ਅਗਿਆਨਤਾ ਵੱਲ ਵੀ ਲੈ ਜਾਂਦਾ। ਬਾਹਰਲਾ ਗਿਆਨ ਬੰਦੇ ਨੂੰ ਹੰਕਾਰ ਦੇ ਦਿੰਦਾ। ਤਾਂ ਤੇ ਬਾਹਰਲਾ ਗਿਆਨ ਲੈ ਕੇ ਫਿਰ ਹੁਣ ਨਾਲ ਅੰਦਰਲਾ ਵੀ ਚਾਹੀਦਾ। ਜੇ ਬਾਹਰਲਾ ਗਿਆਨ ਇਕੱਲਾ ਹੀ ਹੋਇਆ, ਇਹ ਤਾਂ ਆਪਾਂ ਨੂੰ ਪਤਾ ਲੱਗ ਜੂ ਕਿ ਅੱਜ ਅਸੀਂ ਕਥਾ 'ਚ ਇੰਨਾ ਵੱਡਾ ਗਿਆਨ ਸੁਣਿਆ। ਜੇ ਅੰਦਰ ਨਾ ਗਿਆਨ ਹੋਇਆ ਆਪਣੇ, ਹੁਣ ਇਹ ਬਾਹਰਲਾ ਗਿਆਨ ਫਿਰ ਹਉਮੈ ਦੇ ਦੇਵੇਗਾ। ਮੈਨੂੰ ਪਤਾ ਵੀ ਇਹ ਕੀ ਗੱਲਾਂ ਹੁੰਦੀਆਂ ਨੇ। ਇਸ ਤਰ੍ਹਾਂ ਨਹੀਂ ਕਰਨਾ। ਜਿੱਥੇ ਤੱਕ ਇਹ ਗਿਆਨ ਪਹੁੰਚਿਆ, ਉਸ ਗਿਆਨ ਵਿੱਚ ਰਹਿੰਦਿਆਂ ਹੋਇਆਂ ਬਾਣੀ ਪੜ੍ਹਨੀ, ਸਿਮਰਨ ਕਰਨਾ। ਇਹ ਗਿਆਨ ਦਾ ਗਿਆਨ ਜੇ ਹਿਰਦੇ 'ਚ ਟਿਕ ਜਾਵੇ ਨਾ, ਬਸ ਫਿਰ ਬ੍ਰਹਮ ਗਿਆਨ ਹੀ ਹੋ ਜਾਂਦਾ। ਬ੍ਰਹਮ ਗਿਆਨ ਲੈਣ ਲਈ ਇਸ ਨੂੰ ਆਪਣੇ ਅੰਦਰ ਟਿਕਾ ਲਓ ਚੀਜ਼ ਨੂੰ, ਕਿ ਮੈਂ ਆਤਮਾ ਹਾਂ, ਮੈਂ ਹੋਰ ਕੁਝ ਵੀ ਨਹੀਂ। ਜਦੋਂ ਆਪਣੇ ਆਪ ਨੂੰ ਆਪਾਂ ਆਤਮਾ ਸਮਝ ਕੇ ਸਿਮਰਨ ਕਰਦੇ ਆਂ, ਇਹ ਹੁਣ ਬਹਿ ਕੇ ਕਰਕੇ ਦੇਖਿਓ ਘਰ, ਜਦ ਸਵੇਰੇ ਉੱਠ ਕੇ ਕਰਕੇ ਦੇਖਿਓ, ਰਾਤ ਨੂੰ ਕਿਤੇ ਜਾਗ ਆ ਜੇ, ਮੈਂ ਆਤਮਾ, ਮੇਰਾ ਕੋਈ ਨਾਂ ਨਹੀਂ, ਕੋਈ ਸਰੀਰ ਨਹੀਂ, ਕੁਝ ਨਹੀਂ। ਫਿਰ ਚੌਥੇ ਪਦ ਵਿੱਚ ਸਿੱਧਾ ਹੀ ਚਲੇ ਜਾਂਦਾ ਇਨਸਾਨ। 3 ਪਦਵੀਆਂ ਤਮੋ ਰਜੋ ਸਤੋ ਤੋਂ ਤਾਹਾਂ ਹੀ ਉੱਠ ਜਾਂਦਾ। ਇਸ ਤਰ੍ਹਾਂ ਜਿਵੇਂ ਹੈਲੀਕਾਪਟਰ ਉੱਠਦਾ ਨਾ ਤਾਹਾਂ ਨੂੰ, ਸਿੱਧਾ ਹੀ ਜਹਾਜ਼ ਤਾਂ ਹਲੇ ਦੌੜਦਾ, ਹੈਲੀਕਾਪਟਰ ਸਿੱਧਾ ਹੀ ਤਾਂ ਨੂੰ ਉੱਡ ਜਾਂਦਾ। ਚੌਥੀ ਪਦ ਵਿੱਚ ਇਸ ਤਰ੍ਹਾਂ ਸਿੱਧੇ ਹੀ ਚਲੇ ਜਾਈਦਾ। ਆਤਮਾ ਜਾਣ ਕੇ ਆਪਣੇ ਆਪ ਨੂੰ 8-8 ਘੰਟੇ ਅਭਿਆਸ ਕਰਦਿਆਂ ਹੋਇਆਂ ਨੂੰ ਬਹੁਤ ਛੇਤੀ ਪ੍ਰਕਾਸ਼ ਹੁੰਦਾ। ਇਸ ਤਰ੍ਹਾਂ